हाँ जी लास्ट ਆਪਾਂ ਇਹਦੇ 50 ਤੱਕ ਸਮ ਕਰ ਲਿੱਤੇ ਸੀ ਬੈਕ ਤੋਂ ਆਏ ਸੀ 100 ਸਮ ਹੋ ਗਈ ਸੀ ਹੁਣ ਸਟਾਰਟਿੰਗ ਤੋਂ ਸਟਾਰਟ ਕਰ ਦਿੰਦੇ ਜਿਹੜੇ ਰਹਿ ਗਏ ਹਾਂਜੀ ਦੇਖੋ ਫਸਟ ਸਮ ਕੀ ਕਹਿ ਰਹੇ ਆਪਾਂ ਫਾਈਂਡ ਕਰਨਾ ਹੈ ਜੀ ਪੈਰਾਬੋਲਾ ਫਾਈਂਡ ਕਰਨਾ ਜਿਹਦੀ ਇਕੁਏਸ਼ਨਸ ਆਪਣੇ ਕੋਲੇ ਜਿਹਦੇ ਵਾਈਟੈਕਸ ਹੋਣ ਮੇਰੇ ਕੋਲੇ -2 ਤੇ 3 ਐਂਡ ਫੋਕਸ ਹੋਵੇ ਉਹਦਾ 1 ਐਂਡ 3 ਆਪਾਂ ਸਟਾਰਟ ਕਰਦੇ ਹਾਂ ਜੀ ਇਹਨੂੰ ਹਾਂਜੀ ਹੁਣ ਫੋਕਸ ਤੇ ਵਰਟੈਕਸ ਫਾਈਂਡ ਕਰਨ ਵਾਸਤੇ ਤੁਹਾਨੂੰ ਇੱਕ ਮੈਥਡ ਦੱਸਿਆ ਸੀਗਾ ਪਾਰਸ਼ਲੀ ਡੈਰੀਵੇਟਿਵ ਵਾਲਾ ਆਪਾਂ ਸਭ ਤੋਂ ਪਹਿਲਾਂ ਫਸਟ ਦਾ ਪਾਰਸ਼ਲੀ ਡੈਰੀਵੇਟਿਵ ਕਰਦੇ ਹਾਂ ਵਿਦ ਰਿਸਪੈਕਟ ਟੂ x ਕਿਉਂਕਿ ਇੱਥੇ x ਸਕੁਅਰ ਆ ਇਹਨੇ ਬਣਨਾ 2x - 2 = 0 ਪਾਰਸ਼ਲੀ ਡੈਰੀਵੇਟਿਵ ਵਿਦ ਰਿਸਪੈਕਟ ਟੂ x ਤਾਂ x ਮਤਲਬ ਕਿੰਨਾ ਆ ਗਿਆ ਪਲੱਸ ਦਾ 1 ਆਪਾਂ ਨੂੰ ਚਾਹੀਦਾ ਸੀਗਾ ਹਾਂਜੀ -2 ਤੇ 3 ਯਾਨੀ ਕਿ ਤੁਹਾਡੇ ਕੋਲ ਆਨਸਰ -2 ਹੋਣਾ ਚਾਹੀਦਾ ਫਸਟ ਆਪਸ਼ਨ ਕੈਨਸਲ ਹੋ ਗਈ ਸੈਕੰਡ ਕੋਲੇ ਚੱਲਦੇ ਹਾਂ ਜੀ ਸੈਕੰਡ ਦਾ ਮੇਰੇ ਕੋਲ y ਵਾਲਾ ਡਬਲ ਆ ਤਾਂ ਮੈਂ y ਸਕੁਅਰ ਆ ਤਾਂ ਮੈਂ y ਸਕੁਅਰ ਦਾ ਡੈਰੀਵੇਟਿਵ y ਦੇ ਵਿਦ ਰਿਸਪੈਕਟ ਟੂ ਡੈਰੀਵੇਟਿਵ ਕਰ ਦੇਣਾ ਇਹਨੇ ਮੰਨਣਾ ਪਾਰਸ਼ਲੀ ਡੈਰੀਵੇਟਿਵ ਵਿਦ ਰਿਸਪੈਕਟ ਟੂ y ਇਹ ਬਣ ਗਿਆ ਤੁਹਾਡੇ ਕੋਲੇ 2y + 2 = 0 ਤਾਂ y ਦੀ ਵੈਲਿਊ ਕਿੰਨੀ ਬਣ ਗਈ ਤੁਹਾਡੇ ਕੋਲੇ -1 यानी कि सेकंड ऑप्शन भी कैंसिल होगी थर्ड ऑप्शन को ले गए हाँ जी बन जाना पार्शियली डेरिवेटिव अगेन विद रिस्पेक्ट टू y तो थोड़े को बन गया 2y - 6 = 0 तो y की वैल्यू थोड़े को कितनी बन गई 3 बन गई देखो y की 3 बन गई तो अपने को चांसेस बन गए बनने हुण आपां की करना लास्ट वाले का भी डेरिवेटिव करके देख लेने कि वो तो नहीं बनता क्योंकि अपने को हाफ तो ज्यादा कम हो चुके लो जी फोर्थ जो मैं ਉਹਦਾ ਕਰਿਆ ਉਹ ਮੇਰੇ ਕੋਲ x ਸਕੁਅਰ ਦੀ ਟਰਮ ਆ ਤਾਂ ਮੈਂ ਉਹਨੂੰ ਪਾਰਸ਼ਲੀ ਡੈਰੀਵੇਟਿਵ ਵਿਦ ਰਿਸਪੈਕਟ ਟੂ x ਕਰੂੰਗਾ ਹੁਣ ਉਹਨੇ ਬਣ ਜਾਣਾ ਤੁਹਾਡੇ ਕੋਲ 2x - 3 = 0 ਸਾਰਾ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਸੀ ਇਹ 3/2 ਦੇਖੋ ਇਹਦਾ ਵੀ ਕੋਆਰਡੀਨੇਟ ਨਹੀਂ ਬਣਿਆ ਸਿਰਫ ਇੱਕੋ ਹੀ ਆ ਜਿਹਦੇ ਚ ਮੇਰੇ ਕੋਲ ਕੋਆਰਡੀਨੇਟ ਮੈਚ ਹੋਇਆ ਫੋਕਸ ਕੱਢਣ ਦੀ ਵੀ ਜ਼ਰੂਰਤ ਨਹੀਂ ਸੀ ਤਾਂ ਆਨਸਰ ਮੇਰਾ ਕਿੰਨਾ ਆ ਗਿਆ ਸੀ ਜਸਟ C ਆ ਗਿਆ ਸੀ ਜਿੰਨੀ ਜਲਦੀ ਕਰ ਸਕਦੇ ਸੀ ਆਪਾਂ ਇਹਨੂੰ ਕਰ ਲਓ ਜੀ ਨੈਕਸਟ ਚੈੱਕ ਕਰ ਲਓ ਜੀ हाँ जी इक्वेशंस ऑफ आपा की फाइंड करनी है पैराबोला एक्सिस फाइंड करनी है पैराबोला में आपा कर देने दा स्क्वायर कंप्लीट कर देने लो जो स्क्वायर कंप्लीट किया मतलब की बन गया y स्क्वायर + 2y जी -2y सॉरी माइनस नहीं इधर जाएगा ये जाएगा थोड़े को इधर -4x ते +11 स्क्वायर कंप्लीट कर देता अपना ये बन गया y स्क्वायर 2y +1 ऐड कर देता +1 नहीं दूसरे बने ऐड कर देता -4 कॉमन काट लेता ये रह गया मतलब x - 3 तो जो इधर बन गया मतलब y + 1 का स्क्वायर हाँ जी हम देखो एक्सिस केड़ी बनी केड़ी एक्सिस से बनया मेरे को y ये मेरे को की बन गई एक्सिस बन गई एक्सिस तो ऑप्शन बी मेरे को आंसर आंसर बी नेक्स्ट चेक करते हैं ਆਪਾਂ ਇਕੁਏਸ਼ਨ ਆਫ ਪੈਰਾਬੋਲਾ ਫਾਈਂਡ ਕਰਨੀ ਆ ਜਿਹਦੀ ਡਾਇਰੈਕਟ੍ਰਿਕਸ ਕਿੰਨੀ ਹੈ ਮੇਰੇ ਕੋਲੇ x + 5 ਤੇ ਫੋਕਸ ਹੈ ਮੇਰੇ ਕੋਲੇ -30 ਹਾਂਜੀ ਇਹਦੇ ਤੋਂ ਮੈਨੂੰ ਇੱਕ ਚੀਜ਼ ਪਤਾ ਲੱਗੀ ਫੋਕਸ ਮੇਰੇ ਕੋਲੇ ਜਿਹੜਾ ਪੈਰਾਬੋਲਾ ਆ ਉਹ ਕਿਹੜੀ ਐਕਸਿਸ ਤੇ ਬਣੇਗਾ x ਐਕਸਿਸ ਤੇ ਬਣੇਗਾ ਠੀਕ ਹੈ ਆਪਾਂ ਕਰੀਏ ਚੈੱਕ ਤੇ ਮੇਰਾ ਕਿਹੜਾ ਕਿਹੜਾ ਆਨਸਰ ਬਣ ਸਕਦਾ ਹੈ मुझे एक मिनट दो हाँ सॉल्व करो जरा
हाँ जी कर दो जरा जी। यानी ਤੁਹਾਡੇ ਕੋਲੇ ਇਥੋਂ x ਐਕਸਿਸ ਤੇ ਬਣेगा ਸਰ ਤੇ ਦੇਖੋ ਤੁਹਾਡੇ ਕੋਲੇ C ਤੇ D ਆਪਸ਼ਨ ਦੋਵੇਂ ਕੈਂਸਲ ਹੋ ਗਈਆਂ। ਹਾਂਜੀ c ਤੇ d ਤਾਂ ਡਾਇਰੈਕਟ ਕੈਂਸਲ ਹੋਊਗਾ ਤੁਹਾਡੇ ਕੋਲੇ। ਹਾਂਜੀ ਸਿਰਫ ਤੁਹਾਡੇ ਕੋਲੇ ਦੋ ਹੀ ਕੈਂਸਲ रहेंगे ਆਪਣੇ ਕੋਲੇ ਕਿਹੜੀਆਂ a ਤੇ b। a ਚੈੱਕ ਕਰੀਏ ਜਰਾ a ਕੀ ਬਣ ਗਿਆ ਮਤਲਬ y ਸਕੁਅਰ 4 ਕਾਮਨ ਕੱਢ ਲਿਆ ਅੰਦਰ ਰਹਿ ਗਿਆ ਮੇਰੇ ਕੋਲੇ x + 4। ਹਾਂਜੀ ਇੱਥੇ ਤੁਹਾਡੇ ਕੋਲੇ a ਦੀ ਵੈਲਿਊ ਕਿੰਨੀ ਆ ਜਾਏਗੀ 1। ਠੀਕ ਹੈ ਜੀ ਤੇ ਇਕੁਏਸ਼ਨ ਆਫ ਡਾਇਰੈਕਟ੍ਰਿਕਸ ਕੀ ਹੁੰਦੀ ਹੈ ਦੇਖੋ ਹੁਣ ਮੇਰੇ ਕੋਲੇ ਇਹਨੂੰ ਮੈਂ ਲਿਖੂੰਗਾ ਤਾਂ ਇਹਨੂੰ ਮੈਂ ਇਦਾਂ ਲਿਖਣਾ ਪੈਣਾ y - 0 ਦਾ ਸਕੁਅਰ 4x - ਸੌਰੀ x + 4 ਯਾਨੀ ਕਿ ਹੁਣ ਮੇਰੇ ਕੋਲੇ a ਜਿਹੜਾ ਇਹਦਾ ਵਰਟੈਕਸ ਆ 0 0 ਤੇ ਨਹੀਂ ਗਏ ਤਾਂ ਫਿਰ ਮੇਰੇ ਕੋਲੇ ਇਕੁਏਸ਼ਨ ਆਫ ਡਾਇਰੈਕਟ੍ਰਿਕਸ ਕਿਦਾਂ ਦੀ ਹੁੰਦੀ ਹੈ ਇਸ ਤਰ੍ਹਾਂ ਦਾ ਬਣਿਆ ਮੇਰੇ ਕੋਲ ਇਧਰਲੀ ਸਾਈਡ ਤੇ ਹੋਏਗਾ ਨਾ ਅਗਰ ਮੇਰੇ ਕੋਲ 0 0 ਤੇ ਸੈਂਟਰ ਹੁੰਦਾ ਇਹ ਮੇਰੇ ਕੋਲ ਆਂਦੀ x = -a ਹੁਣ ਮੇਰੇ ਕੋਲ ਆ ਕੰਪਲੀਟ x ਆ ਇਹ ਬਣ ਜਾਣਾ ਮੇਰੇ ਕੋਲ x + 4 = -1 ਜਦੋਂ ਸੋਲਵ ਕਰਾਂਗੇ ਇਹ ਕੀ ਬਣ ਜਾਣਾ ਇਹਨੂੰ ਰਾਈਟ ਸਾਈਡ ਤੇ ਲੈ ਆਂਦਾ ਲਓ ਜੀ ਮੇਰੇ ਕੋਲ ਆਨਸਰ ਬਣ ਗਿਆ ਇਕੁਏਸ਼ਨ ਆਫ ਡਾਇਰੈਕਟ੍ਰਿਕਸ फर्स्ट ही आंसर बन गया मेरा। फोकस चेक करने की जरूरत नहीं क्योंकि फोकस आप चेक करना है पहला वर्टेक्स चेक करना ही फिर उन्हें शिफ्ट करना है तो फोकस की अपनी जरूरत ही नहीं पाई कली डायरेक्ट्रिक्स ने ही अपना काम सॉल्व कर दिता। क्लियर? हाँ जी सर ठीक। हाँ जी ओके कहंदा ये पॉइंट किथे लाई करदा पॉइंट पुट करके देख लो की बनदा ਤੁਹਾਡੇ ਕੋਲ y - 8x ਇਹ ਚ ਆਪਾਂ ਇਹਨੂੰ ਫੰਕਸ਼ਨ ਦੇ ਰੂਪ ਦੇ ਵਿੱਚ ਆਪਾਂ ਲਿਖ ਲੈਂਦੇ ਆ fxy ਇਹ ਚ ਆਪਾਂ ਪੁਆਇੰਟ ਫਿਲ ਕਰਦੇ ਜਾਣਾ ਪਹਿਲਾਂ ਮੈਂ ਪੁਆਇੰਟ ਫਿਲ ਕਰ ਦਿੱਤਾ -1 ਤੇ 5 ਦੇਖੋ ਕੀ ਬਣਦਾ ਇਹ ਬਣ ਗਿਆ ਤੁਹਾਡੇ ਕੋਲ 25 ਤੇ +8 ਇਹ ਬਣ ਗਿਆ ਤੁਹਾਡੇ ਕੋਲ 33 which is greater than ਹਾਂਜੀ ਆਊਟਸਾਈਡ ਆ ਗਿਆ ਜੀ ਆਨਸਰ ਆ ਗਿਆ ਮੇਰਾ ਇਹਦਾ ਸੀ। ਇਹ ਸਾਰੇ ਆਪਾਂ ਕਰੇ ਹੋਏ ਨੇ ਦੇਖੋ ਆਹ ਦੇਖੋ ਕਿੱਡਾ ਸੌਖਾ ਕੁਐਸਚਨ ਸੀਗਾ ਦੇਖਣ ਨੂੰ ਔਖਾ ਲੱਗ ਰਿਹਾ ਹੈ ਪਰ ਹੈ ਕੁਝ ਵੀ ਨਹੀਂਗਾ ਪੇਪਰ ਦੇ ਵਿੱਚ ਕਿਸੇ ਆ ਸਟੇਟਮੈਂਟਸ ਵੱਡੀਆਂ ਵੱਡੀਆਂ ਦਿੱਤੀਆਂ ਹੋਈਆਂ ਸੀ ਪਰ ਪੇਪਰ ਸੌਖਾ ਸੀਗਾ ਦੇਖੋ ਕੀ ਕਹਿੰਦਾ ਸਟੈਂਡਰਡ ਇਕੁਏਸ਼ਨ ਆਫ ਐਲਿਪਸ whose end point of major axis ਲਓ ਜੀ ਪਹਿਲਾਂ ਆਪਾਂ ਇੱਕ ਐਲਿਪਸ ਸ਼ੇਪ ਦਾ ਬਣਾ ਲੈਂਦੇ ਆ ਹਾਂਜੀ ਇਸ ਤਰ੍ਹਾਂ ਮੇਰੇ ਕੋਲ ਐਲਿਪਸ ਆ ਉਹਦੇ ਐਂਡ ਪੁਆਇੰਟ ਗਿਵਨ ਆ ਆਪਣੇ ਕੋਲ ਵਰਟੈਕਸ ਦੇ ਮੇਜਰ ਐਕਸਿਸ ਹੁੰਦੀ x ਐਕਸਿਸ ਕਿਉਂਕਿ ਦੇਖੋ ਇਹ ਵੱਡਾ ਕੀ ਹੈ x ਐਕਸਿਸ ਤੇ ਬਣਦਾ ਪਿਆ ਲਓ ਜੀ ਮੇਰੇ ਕੋਲ ਦਿੱਤੇ ਹੋਇਆ ਇੱਧਰ -11 ਤੇ 1 ਤੇ ਇੱਧਰ ਹੋਏਗਾ ਮੇਰੇ ਕੋਲ ਇਹ ਵਾਲਾ ਪੁਆਇੰਟ 7 ਤੇ 1 क्लियर ये होएगा मेरे को इधरों -2 ਤੇ -2 ਇਹ ਇਧਰੋਂ -2 ਤੇ 4 ਠੀਕ ਹੈ ਜੀ ਇਹ ਮੈਂ ਐਕਸਿਸ ਬਣਾਈ ਆ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਮੇਰੇ ਕੋਲੇ ਵਿਚਾਲੇ ਵਾਲਾ ਪੁਆਇੰਟ 0 0 ਬਣਦਾ 0 0 ਨਹੀਂ ਬਣਦਾ ਪਿਆ ਇੱਕ ਮੈਂ ਜਸਟ ਸ਼ੇਪ ਬਣਾਈ ਆ ਇਹ ਸੈਂਟਰ ਪੁਆਇੰਟ ਇਹਦਾ ਹੋਰ ਬਣੇਗਾ एक्सक्यूज मी सर सर पॉइंट ऊपर नहीं आएगा -2 4 एंड -2 2 नीचे आएगा ओके जी हाँ जी ਉੱਪਰ ਆ ਜਾਓ ਤੇ ਬਣ ਗਿਆ ਤੁਹਾਡੇ ਕੋਲ -2 4 ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਸੀ ਪੈਣਾ ਆਪਾਂ ਜਸਟ ਸੈਂਟਰ ਕੱਢਣਾ ਸੀ ਇਹਦਾ ਸੈਂਟਰ ਕੀ ਹੋਏਗਾ ਇਹਨਾਂ ਦੋਵਾਂ ਦਾ ਮਿਡ ਪੁਆਇੰਟ ਹੋਏਗਾ ਨਾ ਹੁਣ ਆਪਾਂ ਕੀ ਕਰਨਾ ਇਹਦਾ ਐਂਡ ਪੁਆਇੰਟ ਦਿੱਤੇ ਆ ਤੇ ਮੇਜਰ ਐਕਸਿਸ ਦਿੱਤੀਆਂ ਜਿਹਦੇ ਆਪਾਂ ਇਹਨਾਂ ਦੋਵਾਂ ਨੂੰ ਸੋਲਵ ਕੀਤਾ ਇਹ ਬਣ ਜਾਣਾ ਤੁਹਾਡੇ ਕੋਲੇ 4/2 ਇੱਥੇ ਬਣੇਗਾ ਇਹਦਾ ਮਿਡ ਪੁਆਇੰਟ -2 ਇਧਰ ਬਣੇਗਾ ਇਹਦਾ 1 ਠੀਕ ਹੈ ਜੀ ਮਿਡ ਪੁਆਇੰਟ ਬਣਾ ਲਿੱਤਾ ਆਪਾਂ ਇਹਦਾ ਇਹ ਮਿਡ ਪੁਆਇੰਟ ਦੇ ਅਕੋਰਡਿੰਗ ਆਪਣੇ ਕੋਲ ਸੈਂਟਰ ਮਿਲ ਗਿਆ ਅਗਰ ਸੈਂਟਰ ਮਿਲ ਗਿਆ ਫਿਰ ਦੇਖੋ ਤਾਂ ਇਕੁਏਸ਼ਨ ਮੇਰੇ ਕੋਲ ਕੀ ਹੋਏਗੀ ਆਹ ਵਾਲਾ ਪੁਆਇੰਟ ਮੈਂ ਕੱਢ ਲਿੱਤਾ ਇਹਦਾ ਸੈਂਟਰ ਵਾਲਾ
ਇਹ ਜਿਹੜਾ ਦੋਵਾਂ ਦੇ ਮਿਡ ਚ ਹੋਏ। ਲਓ ਜੀ, ਤੇ ਮੇਰੇ ਕੋਲ ਕੀ ਬਣ ਜਾਏਗੀ ਇਕੁਏਸ਼ਨ x ਮਾਈਨਸ ਆਪੋजिट ਸਾਈਡ ਹੋ ਜਾਣਾ 2 ਦਾ ਸਕੁਅਰ ਪਲੱਸ y ਪਲੱਸ 1 ਦਾ ਸਕੁਅਰ। ਇੱਥੇ ਮੇਰੇ ਕੋਲ ਕੋਈ ਨਾ ਕੋਈ ਵੈਲਿਊਜ਼ ਆਉਣਗੀਆਂ ਨੀਚੇ, ਕਿਉਂਕਿ ਆਪਾਂ ਸੋਲਵ ਕਰਨਾ ਨਾ, ਕਿਉਂਕਿ ਇਹਦਾ ਸੈਂਟਰਲ ਰੀਜਨ ਤੇ ਨਹੀਂਗਾ, ਇਧਰ ਤਾਂ ਮੇਰੇ ਕੋਲ ਰਾਈਟ ਸਾਈਡ ਤੇ 1 ਹੀ ਆਉਣਾ। ਹੁਣ ਦੇਖੋ ਕਿਹੜੀ ਇਕੁਏਸ਼ਨ ਮੈਚ ਕਰਦੀ ਪਈ ਹੈ, ਇੱਥੇ -1 ਆਏਗਾ ਜੀ ਸਾਈਨ ਚ। ਸਿਰਫ ਇੱਕੋ ਹੀ ਇਕੁਏਸ਼ਨ ਆ ਜਿਹੜੀ ਮੇਰੇ ਕੋਲ ਮੈਚ ਕਰਦੀ। ਡੀ ਆਪਸ਼ਨ। ਹਾਂਜੀ, ਹਲੇ ਜੋ ਮਰਜ਼ੀ ਆ ਜੇ ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਕਿਉਂਕਿ ਆਪਾਂ ਆਬਜੈਕਟਿਵ ਟਾਈਪ ਕਰਦੇ ਪਏ ਆ, ਸੋਲਵ ਕਰਨਾ ਉਹਨਾਂ ਸੋਲਵ ਕਰੋ ਜਿਹਦੇ ਨਾਲ ਆਪਣਾ ਆਨਸਰ ਬਣ ਜਾਏ। ਨੈਕਸਟ ਐਸੈਂਟ੍ਰਿਸਿਟੀ ਫਾਈਂਡ ਕਰਨੀ ਹੈ ਜੀ ਆਪਣੇ ਕੋਲ। 4x ਸਕੁਅਰ minus 3y square minus 8x minus 8 is equal to 0। ਤਾਂ ਇਹਨੂੰ ਆਪਾਂ ਕਿਵੇਂ ਲਿਖਦੇ ਹੁੰਦੇ ਸੀ, x square minus y square, ਇਧਰ 3 ਆ ਜਾਏਗਾ, ਇਧਰ ਕਿੰਨਾ ਆ ਜਾਏਗਾ 4 ਆ ਜਾਏਗਾ। ਠੀਕ ਆ, ਆਪਾਂ ਇਹਨੂੰ ਰਫ ਸਕੈਚ ਬਣਾ ਲਿਆ ਇਹਦਾ। ਤੇ ਹੁਣ ਐਸੈਂਟ੍ਰਿਸਿਟੀ ਕੀ ਹੁੰਦੀ ਸੀ ਮੇਰੇ ਕੋਲ 1 upon, ਹਾਂਜੀ ਕਿੰਨਾ ਬਣੇਗਾ 3/4। 4/3, ਇੱਥੇ b ਸਕੁਅਰ ਹੁੰਦਾ, ਓਕੇ ਇਸ ਤਰ੍ਹਾਂ ਦਾ 1 plus b square by a square। ਠੀਕ ਹੈ ਜੀ, ਉੱਪਰ ਬਣ ਗਿਆ 7, ਨੀਚੇ ਬਣ ਗਿਆ 3। ਜਦੋਂ ਇਹਨੂੰ ਸੋਲਵ ਕਰਾਂਗੇ ਕਿੰਨਾ ਬਣ ਜਾਏਗਾ 7√3। 1 ਸੈਕਿੰਡ ਦਾ ਕੰਮ ਸੀਗਾ। ਐਸੈਂਟ੍ਰਿਸਿਟੀ ਆਂਸਰ। ਓਕੇ ਜੀ, 1 ਮਿੰਟ ਜੀ, ਗੜਬੜ ਹੋ ਗਈ ਆ। ਇਹ ਬਣ ਗਿਆ 7√3, ਇਹਨੂੰ ਲਿਖਾਂਗੇ ਆਪਾਂ √7 ਤੇ √3। ਇਹਨੂੰ ਮਲਟੀਪਲਾਈ ਕਰਾਂਗੇ √3 ਤੇ √3 ਦਾ। ਮੈਨੂੰ ਵੀ ਭੁਲੇਖਾ ਲੱਗ ਗਿਆ, ਮੈਂ ਵੀ ਉੱਪਰ 7 ਵਾਲਾ ਰੂਟ ਵੈਸੇ ਛੱਡ ਦੇਣ ਲੱਗਾ ਸੀ। ਬਣ ਗਿਆ 21/3। ਆਪਸ਼ਨ ਨੰਬਰ ਫਸਟ ਬਣ ਗਈ। ਠੀਕ ਹੈ ਜੀ, ਆਪਸ਼ਨ ਨੰਬਰ ਕਿਹੜੀ ਹੈ ਇਹਦੀ, ਫਸਟ। ਠੀਕ ਹੈ, ਕਈ ਵਾਰ ਭੁਲੇਖਾ ਲੱਗ ਜਾਂਦਾ, ਜਿਸ ਤਰ੍ਹਾਂ ਮੈਨੂੰ ਲੱਗ ਗਿਆ ਸੀ, ਆਪਣੇ ਕੋਲ ਇੰਨਾ ਆ ਗਿਆ ਸੀ, ਮੈਂ ਸਿੱਧਾ ਹੀ ਆਪਸ਼ਨ ਵੱਲ ਧਿਆਨ ਦੇ ਦਿੱਤਾ। ਮੈਂ ਕਿਹਾ ਵੀ √3 ਵਿਆਹ ਉੱਪਰ ਵਾਲਾ 7 ਦਾ ਉੱਪਰਲਾ ਰੂਟ ਖਤਮ ਕਰ ਦਿੱਤਾ, ਬਟ ਨਹੀਂ, ਆਂਸਰ ਕਿਹੜਾ ਸੀ A ਸੀਗਾ। ਕਈ ਬੱਚਿਆਂ ਨੇ ਇਸ ਤਰ੍ਹਾਂ ਕੀਤਾ ਹੋਏਗਾ। ਹਾਂਜੀ, ਨੈਕਸਟ ਚੈੱਕ ਕਰ ਲਓ ਜੀ। ਇੱਕ ਆਪਾਂ ਹਾਈਪਰਬੋਲਾ ਦੀ ਇਕੁਏਸ਼ਨ ਫਾਈਂਡ ਕਰਨੀ ਹੈ ਜਿਹਦੀਆਂ ਟ੍ਰਾਂਸਵਰਸਿਸ ਐਕਸਿਸ। ਦੇਖੋ ਜਦੋਂ ਆਪਾਂ ਹਾਈਪਰਬੋਲਾ ਪੈਰਾਬੋਲਾ ਕੀਤਾ ਸੀ, ਹਰ ਟਾਈਪ ਦਾ ਆਪਾਂ ਇੱਕ ਸਮ ਕਰਿਆ ਸੀਗਾ, ਤੇ ਇਹ ਉਸੇ ਤਰ੍ਹਾਂ ਦੀ ਹੈ। ਟ੍ਰਾਂਸਵਰਸਿਸ ਐਕਸਿਸ ਮਤਲਬ ਤੁਹਾਨੂੰ 2a ਦਿੱਤਾ ਹੋਇਆ 12, ਨਾਲ ਤੁਹਾਡੇ ਕੋਲ ਪੁਆਇੰਟ ਦੇ ਦਿੱਤਾ ਕਿ ਇਹਦੇ ਚੋਂ ਪਾਸ ਕਰਦਾ ਇਹ 8 ਤੇ 14। ਹੁਣ ਦੇਖੋ ਇੱਥੇ a ਦੀ ਵੈਲਿਊ ਕਿੰਨੀ ਬਣ ਗਈ ਤੁਹਾਡੇ ਕੋਲ 6। ਹੁਣ ਤੁਸੀਂ ਦੇਖੋ a ਕਿੱਥੇ 6 ਬਣਦਾ ਪਿਆ, ਪਹਿਲੇ ਦੇ ਵਿੱਚ 6 ਨਹੀਂ ਬਣਦਾ ਪਿਆ, ਕਿਉਂ? ਆਪਸ਼ਨ, ਕਿਉਂਕਿ ਆਪਾਂ ਜਦੋਂ ਆਪਸ਼ਨ B ਐਂਡ ਆਪਸ਼ਨ D। ਹਾਂਜੀ, ਆਪਸ਼ਨ B ਐਂਡ ਆਪਸ਼ਨ D ਰਹਿ ਜਾਏਗੀ 64। ਇਹ ਹੁੰਦਾ ਮਤਲਬ a ਦਾ ਸਕੁਅਰ, ਤਾਂ 6 ਦਾ ਸਕੁਅਰ 36 ਹੁੰਦਾ ਆ, ਤੇ ਮਤਲਬ ਫਸਟ ਆਪਸ਼ਨ ਵੀ ਕੈਨਸਲ ਹੋ ਗਈ ਐਂਡ C ਆਪਸ਼ਨ ਵੀ ਕੈਨਸਲ ਹੋ ਗਈ। ਹੁਣ ਤੁਹਾਡੇ ਕੋਲ ਰਹੇਗੀ B ਤੇ D। ਹੁਣ ਉਹਦਾ ਕੰਮ ਕੌਣ ਕਰੇਗਾ? ਪੁਆਇੰਟ। ਅਗਰ ਪੁਆਇੰਟ ਕਿਸੇ ਵੀ, ਇਹ ਮੇਰੇ ਕੋਲ ਕੀ ਇਸ ਤਰ੍ਹਾਂ ਦਾ ਹਾਈਪਰਬੋਲਾ ਪੁਆਇੰਟ ਹੋਏਗਾ ਤਾਂ ਇਹਦੇ ਉੱਪਰ ਆਪਾਂ ਫਿਲ ਕਰ ਦਾਂਗੇ ਤੇ ਸੈਟੀਸਫਾਈਡ ਕਰਾ ਕੇ ਦੇਖ ਲਾਂਗੇ ਸੈਟੀਸਫਾਈਡ ਹੁੰਦਾ ਹੈ ਕਿ ਨਹੀਂ। ਲਓ ਜੀ, ਮੈਂ ਇੱਕ ਦੇ ਉੱਪਰ ਪੁੱਟ ਕਰਕੇ ਸੈਟੀਸਫਾਈਡ ਕਰਾ ਕੇ ਦੇਖ ਲੈਣਾ, ਜੇ ਮੇਰਾ ਆਂਸਰ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੇਰਾ ਸੈਕੰਡ ਆਂਸਰ ਆਪਣੇ ਆਪ ਹੀ ਹੋ ਜਾਏਗਾ। ਹਾਂਜੀ, ਕਰ ਦਿਓ ਜਰਾ ਜੀ। ਆ ਸ਼ੇਪ ਜੀ ਮਿਟਾ ਦਿੰਨੇ, ਫਿਰ ਆਪਾਂ ਇੱਥੇ ਸੋਲਵ ਕਰ ਦਿੰਨੇ ਜੀ। ਲਾਸਟ ਵਾਲੇ ਚ ਪੁੱਟ ਕਰ ਦਿੰਨੇ। ਲਓ, ਇਹ ਬਣ ਜਾਣਾ ਤੁਹਾਡੇ ਕੋਲ 6 ਦਾ ਸਕੁਅਰ 36 ਡਿਵਾਈਡਡ ਬਾਈ 36 ਮਾਈਨਸ, ਓਹੋ 6 ਨਹੀਂ ਸੌਰੀ 8 ਫਿਲ ਕਰਨਾ। 8 ਦਾ ਸਰ ਸਕੁਅਰ ਹਾਂਜੀ, ਹਾਂਜੀ, 64 ਤੇ 14 ਦਾ ਸਕੁਅਰ 196 ਬਾਈ 196। ਇਹ ਇਜ਼ ਇਕੁਅਲ ਟੂ 1 ਹੋਣਾ ਚਾਹੀਦਾ। ਇਹਦੀ ਕਟਿੰਗ ਕੀਤੀ, ਦੇਖੋ ਇਹ ਤਾਂ ਮੇਰੇ ਕੋਲ 1 ਬਣ ਗਿਆ ਕੰਪਲੀਟਲੀ। ਇਹ ਕਿੰਨਾ ਬਣ ਗਿਆ? ਕਟਿੰਗ ਕਰ ਲਓ। ਡਬਲ ਤੇ ਹੁੰਦਾ ਤਾਂ ਦੇਖੋ ਇੱਥੇ ਮੇਰੇ ਕੋਲ ਆਂਸਰ 1 ਆ, ਹਨਾ। ਇੱਥੇ ਮੇਰੇ ਕੋਲ 2 ਹੋਣਾ ਚਾਹੀਦਾ ਸੀਗਾ, ਤਾਂ ਹੀ 1 ਬਣਨਾ ਸੀ। ਹੁਣ ਇਹ ਤਾਂ 2 ਨਹੀਂ ਆ ਰਿਹਾ, ਇੰਨਾ ਮੈਨੂੰ ਪਤਾ। ਇਹ ਕੀ ਆ ਰਿਹਾ 1 ਪੁਆਇੰਟ ਸਮਥਿੰਗ ਆ ਰਿਹਾ, ਕਿਉਂ? 36 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ 72 ਹੁੰਦਾ। ਇਹ 72 ਤੋਂ ਘੱਟ ਆ, ਮਤਲਬ 1 ਪੁਆਇੰਟ ਸਮਥਿੰਗ ਆਏਗਾ ਕੁਛ, ਮਤਲਬ ਕਦੇ ਮੇਰੇ ਕੋਲ 1 ਨਹੀਂ ਬਣੇਗਾ, ਯਾਨੀ ਕਿ ਇਹ ਵੀ ਆਪਸ਼ਨ ਗਈ। ਆਪਸ਼ਨ ਕਿਹੜੀ ਰਹਿ ਗਈ? ਮੇਰੇ ਕੋਲ B ਰਹਿ ਗਈ। ਠੀਕ ਹੈ, ਇੱਕ ਮੈਂ ਦਰਵਾਜ਼ਾ ਓਪਨ ਕਰ ਲਾਂ, ਗਰਮੀ ਹੋ ਗਈ ਅੰਦਰ। ਤਾਂ ਆਂਸਰ ਇਹਦਾ ਮੇਰੇ ਕੋਲ ਆ ਗਿਆ B।
ਤੁਸੀਂ ਉਹ ਚਲੋ ਜਿਹੜੇ ਪੁਆਇੰਟ ਪੁੱਟ ਕਰਕੇ ਚੈੱਕ ਕਰ ਲਓ ਵੀ ਸੈਟੀਸਫਾਈਡ ਹੋ ਰਹੇ। ਸਰ ਹੋ ਗਿਆ ਸੈਟੀਸਫਾਈ। ਹਾਂਜੀ ਸੈਟੀਸਫਾਈਡ ਹੋ ਜਾਣਗੇ ਜੀ। ਤਾਂ ਇਸ ਤਰ੍ਹਾਂ ਆਪਾਂ ਪੇਪਰ ਦੇ ਵਿੱਚ ਆਪਾਂ ਪੇਪਰ ਨੇ ਟੈਕਲ ਕਰਨਾ ਹੈ। ਇਹ ਨਹੀਂ ਆਪਾਂ ਸੋਚਣਾ ਵੀ ਮੈਂ ਸਾਰੇ ਸਮ ਸੋਲਵ ਕਰਾਂ, ਥੋੜਾ ਜਿਹਾ ਕਰਕੇ ਆਪਾਂ ਨੂੰ ਆਈਡੀਆ ਮਿਲਣਾ ਸ਼ੁਰੂ ਹੋ ਜਾਂਦਾ ਸਮ ਦੇ ਵਿੱਚ। ਹਾਂਜੀ ਇਹ ਕੁਐਸਚਨ ਸੀਗਾ ਲੈਂਥੀ ਕੁਐਸਚਨ, ਵੈਸੇ ਤਾਂ ਬੰਦਾ ਲਾਸਟ ਤੇ ਕਰ ਲੇ ਤਾਂ ਜ਼ਿਆਦਾ ਬੈਟਰ ਰਹਿੰਦਾ, ਪਰ ਆਪਾਂ ਫਿਰ ਵੀ ਕਰਦੇ ਹਾਂ। ਕੀ ਦਿੱਤਾ ਹੋਇਆ ਮੇਰੇ ਕੋਲੇ, ਇੱਕ ਮੇਰੇ ਕੋਲੇ ਪੁਆਇੰਟ ਦਿੱਤਾ ਹੋਇਆ ਇੱਥੇ XY, ਇੱਥੇ ਇੱਕ ਹੋਰ ਪੁਆਇੰਟ ਦਿੱਤਾ ਹੋਇਆ ਮੇਰੇ ਕੋਲੇ 4 2, ਇੱਕ ਹੋਰ ਇੱਥੇ ਪੁਆਇੰਟ ਦਿੱਤਾ ਹੋਇਆ -2 2। ਇਹਦੇ ਤੋਂ ਡਿਸਟੈਂਸ ਇਸ ਆਪਾਂ A ਪੁਆਇੰਟ ਦੇ ਦਿੰਦੇ ਆ, ਇਹਨੂੰ B ਇਹਨੂੰ C। AB ਦਾ ਡਿਸਟੈਂਸ ਤੇ AC ਦਾ ਡਿਸਟੈਂਸ, ਉਹਨਾਂ ਦੋਨਾਂ ਸਮ ਕਿਹਦੇ ਬਰਾਬਰ ਆ 8 ਦੇ ਬਰਾਬਰ। ਡਿਸਟੈਂਸ ਫਾਰਮੂਲਾ ਲੱਗਣਾ ਸੀਗਾ +1 ਦੀ ਬੁੱਕ ਦਾ ਸਮ ਆ, ਇਹ ਡਿਸਟੈਂਸ ਦੇ ਵਿੱਚ ਉਹਦੇ ਵਿੱਚ ਹੈਗਾ ਐਜ਼ ਇਟ ਇਜ਼ ਸਮ ਪਿਆ, ਉੱਥੇ 10 ਆ ਇੱਥੇ 8 ਆ, ਬਸ ਪੁਆਇੰਟਾਂ ਦਾ ਫਰਕ ਆ। ਆਪਾਂ ਡਿਸਟੈਂਸ ਫਾਰਮੂਲਾ ਲਗਾ ਦਿੰਦੇ ਆ। ਲਓ ਜੀ ਡਿਸਟੈਂਸ ਕੀ ਕਹਿੰਦਾ ਹੁੰਦਾ ਮੇਰੇ ਕੋਲੇ, x - 4 ਦਾ ਸਕੁਅਰ ਪਲੱਸ y - 2 ਦਾ ਸਕੁਅਰ प्लस अगला बनना थोड़ा x + 2 का स्क्वायर प्लस y + 2 का स्क्वायर इज इक्वल टू 8। हम एक पॉइंट उधर लै जाने ताकि मैं स्केयरिंग कर सका। तो मेरे को की बन गया, देखो इन्हें खोल भी देने x² + 16 - 8x। नैक्सट करांगे आप y² + 4 - 4x। हाँ जी ये लै गए आप लैफ्ट साइड से, ये बन गया मेरे को 8 माइनस की बन गया मेरे को x² + 4 - 4x, सॉरी + 4x। इतने गड़बड़ होगी, इतने माइनस आने, बस साइना का ध्यान रखना, कई बार गड़बड़ हो जाती है। लो जी अगला बन जाना मेरे को y² + 4 - 4x। दोनों बने स्केयरिंग कर दो, स्केयरिंग करी तो मेरे को की बन गया, देखो x² प्लस, हाँ जी ये मेरे को बन जाएगा v, ये बन गया मेरे को -8x एज इट इज। ओके जी इतने y आ की होन डा कितनी गड़बड़ हो रही है, प्लस y² + 4 - 4y। ओके जी अभी लिख चुके हैं, दोबारा नहीं लिखना होना। हाँ जी 8 का स्केयर होना मतलब 64, ਇਹਦਾ ਸਕੁਅਰ ਕੀਤਾ प्लस बन गया x²। हाँ जी इन्होंने दोनों ऐड करिया तो मेरे को बन गया 8, फिर इतने भी आप x लिख दिता भी इतने y आना। ठीक है जी चलो कोई ना, + 4x अगे बन गया मतलब y² - 4y, ये ना बन गया। नाल मेरे को बनेगा -8 इधरों तो 2 ना मल्टीप्लाई करीदा, यानी कि 16 जो आ वाली सारी वैल्यू एज इट इज अंदर आ जाए। सारा नहीं लिख रहे क्योंकि आप पेपर के भी इवें करना, प्रॉपर नहीं लिखना। हम देखो x² इधरों x² कैंसिल हो गया, y² इधरों y² कैंसिल हो गया, होर की कैंसिल हो गया, इधरों 4y इधरों 4y कैंसिल हो गया। ठीक है जी हुण आपां ही करदे आं, आ जिहड़ा 4x है इहनूं इधर लै आउणे, इधर आके इहने कितना बन जाना -12x, आ प्लस दे 20 आ, ये मेरे को 72 हो गया, 72 नूं इधर चक लियाउने आ माइनस इहनूं। हुण माइनस दे 72 आ प्लस दे 20 आ, तो बच के किन्ने बन जाणगे मेरे को -52 -52। हाँ जी इधर है गया मेरे को -16 एज इट इज अंदर जो वैल्यू पई आ, कोई लेना देना नहीं। रखिए दोनों के कौन कॉमन निकल गया, -4 ना कट कर दो, -4 ना कट किया तो इतने रह गया 3x, इतने रह गया थोड़े को 4 कॉमन निकलिया तो 13 रह गया, इधर रह गया थोड़े को माइनस कट्टा गया प्लस दे 4 एज इट इज। हुण फिर स्केयरिंग करनी है, हुण स्केयरिंग आपां फिर सारी नहीं करनी, आपां स्मॉल पार्ट करना। जो मान लो इहदा मैं स्केयर किया, लो जी इधर स्केयरिंग होगी,
इधर भी स्केयरिंग होगी, इधर स्केयरिंग होगी तो इधर थोड़े को बनेगा 16 अंदर एज इट इज वैल्यू, इधर बनना 3 × 3 9x स्केयर। ਹੁਣ ਆਪਾਂ ਇਧਰ x ਦਾ ਕੋਐਫੀਸ਼ੀਐਂਟ ਦੇਖਦੇ ਹਾਂ ਇੱਕ ਵਾਰ ਆਪਣੇ ਕੋਲੇ ਕਿਹੜਾ ਬਣਦਾ ਹੈ। ਇਧਰ ਤਾਂ y ਤਾਂ ਬਣਨਾ ਹੀ ਨਹੀਂਗਾ, ਲਓ ਜੀ ਇਧਰ x ਕਦੋਂ ਆਏਗੀ x ਸਕੁਅਰ। ਹੁਣ ਮੈਂ ਉੱਪਰਲੇ ਕੋਲੇ ਚਲਾ ਜਾਣਾ ਕਿਉਂਕਿ ਇੱਥੇ ਆਪਾਂ ਇਹਨੂੰ ਖੋਲ ਕੇ ਲਿਖਿਆ ਹੋਇਆ, ਇਹ 16 ਆ, ਇਹਦੇ ਨਾਲ ਮਲਟੀਪਲਾਈ ਹੋਈ ਇੱਥੇ ਤੁਹਾਡੇ ਕੋਲ ਬਣ ਜਾਣਾ ਇਹਨੇ 16x ਸਕੁਅਰ। y ਆ ਤਾਂ y ਕਿੰਨੀ ਬਣ ਜਾਣੀ ਇੱਥੇ ਪਲੱਸ 16y ਸਕੁਅਰ। सर सी ऑप्शन आएगी। ਹਾਂਜੀ ਸੀ ਆਪਸ਼ਨ ਆ ਗਈ ਹੈ। ਦੇਖੋ ਸਾਰਾ ਕਰਨ ਦੀ ਲੋੜ ਨਹੀਂ ਪਈ, ਇਹਨੂੰ ਇੱਧਰ ਲੈ ਕੇ ਆਂਦਾ, ਚਲੋ ਇਹਨੂੰ ਇੱਧਰ ਲੈ ਆਓ ਭਾਵੇਂ, ਉਹਨੇ ਬਣ ਜਾਣਾ 7x ਸਕੁਅਰ ਪਲੱਸ 16y ਸਕੁਅਰ। ਤਾਂ ਮੇਰੇ ਕੋਲ ਇੱਕੋ ਹੀ ਆਪਸ਼ਨ ਇਦਾਂ ਦੀ ਹੈ ਜਿਹਦੇ ਵਿੱਚ ਮੇਰੇ ਕੋਲ ਬਣਦਾ ਪਿਆ, ਆਨਸਰ ਸੀ ਆ। ਕਈ ਬੱਚੇ ਕੀ ਕਰਨਗੇ, ਇਹਨੂੰ ਪੂਰੇ ਦਾ ਪੂਰਾ ਸੋਲਵ ਕਰਨਗੇ ਤੇ ਟਾਈਮ ਵੇਸਟ ਕਰਨਗੇ। ਦੇਖੋ ਆਪਣਾ ਸਿਰਫ ਇੱਕ ਸਕੇਅਰਿੰਗ ਕਰਕੇ ਏਡਾ ਲੰਬਾ ਸਮ ਹੋਣੀ ਸੀ, ਜਸਟ ਫਾਸਟ ਸਕੇਅਰਿੰਗ ਕਰ ਲਈ ਸੀ। ਇਹ ਤਾਂ ਹੁਣ ਆਪਾਂ ਵੀ ਕਰਦੇ ਪਏ ਤਾਂ ਕਰਕੇ ਮੈਨੂੰ ਸਲੋ ਕਰਨੀ ਪਈ। ਹਾਂਜੀ ਨੈਕਸਟ ਚੈੱਕ ਕਰ ਲਓ ਜੀ, ਸੈਂਟਰ ਮੇਰੇ ਕੋਲੇ ਕਿੱਥੇ ਆ 0 0 ਤੇ ਆ, ਪਾਸ ਕਿਤੋਂ ਕਰਦਾ 0 4 ਤੋਂ। ਅਗਰ ਕੋਈ ਵੀ ਪਾਸ ਕਰਦਾ ਹੋਏ ਤਾਂ ਆਪਣੇ ਕੋਲ ਸਭ ਤੋਂ ਬੈਸਟ ਮੈਥਡ ਕੀ ਆ, ਪੁਆਇੰਟ ਪੁੱਟ ਕਰਾ ਲਓ, ਜਿਹਨੂੰ ਸੈਟੀਸਫਾਈਡ ਕਰ ਜੇ ਉਹ ਮੇਰਾ ਆਨਸਰ ਹੋਏ। ਲਓ ਜੀ ਮੰਨ ਲਓ ਮੇਰੇ ਕੋਲ ਇੱਥੇ ਜੀ ਕੋਈ ਪੁਆਇੰਟ ਆ 0 4, ਆਹ ਐਲਿਪਸ ਦੀਆਂ ਇਕੁਏਸ਼ਨਸ ਦਿੱਤੀਆਂ, ਪਹਿਲੇ ਚ ਫਿਲ ਕਰਵਾਓਗੇ ਤਾਂ ਕਿੰਨਾ ਬਣ ਜਾਏਗਾ 0 4 ਨੂੰ ਫਿਲ ਕਰਨਾ। ਹਾਂਜੀ ਫਸਟ ਹੀ ਬਣ ਗਿਆ, ਕੰਮ ਖਤਮ। ਬਾਕੀ ਕਿਸੇ ਚ ਵੀ ਨਹੀਂ ਬਣਦਾ ਪਿਆ। ਦੇਖੋ ਇਹਦੇ ਚ ਫਿਲ ਕਰਾਓਗੇ ਸੈਕੰਡ ਆਪਸ਼ਨ ਦੇ ਵਿੱਚ ਤਾਂ ਇਹਨੇ ਬਣ ਜਾਣਾ 0/16 ਪਲੱਸ 16/25। ਇਹ ਕਦੇ 1 ਦੇ ਬਰਾਬਰ ਤਾਂ ਬਣੇਗਾ ਨਹੀਂ। ਸੀ ਆਪਸ਼ਨ ਦੇਖ ਲਓ 0/9, ਇਹ ਫਿਰ 16/25 ਇਜ਼ ਇਕੁਅਲ ਟੂ 1, ਇਹ ਵੀ ਨਹੀਂ ਕਦੇ ਬਣਿਆ। ਲਾਸਟ ਵਾਲੇ ਵਿੱਚ ਚੈੱਕ ਕਰ ਲਓ 0/25 ਪਲੱਸ 9/16/9 ਇਜ਼ ਇਕੁਅਲ ਟੂ 1, ਇਹ ਵੀ ਨਹੀਂ ਕਦੇ ਬਣਿਆ। ਆਨਸਰ ਤੁਹਾਡਾ ਪਹਿਲਾਂ ਹੀ ਬਣ ਗਿਆ। ਇਹਨੇ ਬਣ ਜਾਣਾ 0/16। ਚਲੋ ਮੈਂ ਹੁਣ ਕੰਪਲੀਟ ਕਰ ਹੀ ਦੇਵਾਂ 16/16। ਹਾਂਜੀ ਨੈਕਸਟ ਚੈੱਕ ਕਰ ਲਓ ਜੀ, ਮੀਨ ਡੇਵੀਏਸ਼ਨ ਫਾਈਂਡ ਕਰਨਾ ਜੀ। ਕੁਐਸਚਨ ਕਾਫੀ ਲੰਬਾ ਆ, ਮੈਂ ਜਸਟ ਤੁਹਾਨੂੰ ਹਿੰਟ ਦੇਵਾਂਗਾ, ਹਿੰਟ ਦੇ ਨਾਲ ਹੀ ਹੋ ਜਾਏਗਾ। ਤੁਹਾਡੇ ਕੋਲ ਇਸ ਤਰ੍ਹਾਂ ਵੈਲਿਊ ਦਿੱਤੀਆਂ ਹੋਈਆਂ 5 10, ਜੀ ਪਹਿਲਾਂ ਤੁਸੀਂ ਹੌਰੀਜ਼ੌਂਟਲ ਲਿਖ ਲਓ ਭਾਵੇਂ ਵਰਟੀਕਲ ਲਿਖ ਲਓ, ਕੋਈ ਪ੍ਰੋਬਲਮ ਨਹੀਂ। 15 20 ਤੇ ਲਾਸਟ ਵਾਲੀ ਵੈਲਿਊ ਹੈ ਤੁਹਾਡੇ ਕੋਲ 85। ਹੁਣ ਮੈਂ ਕੀ ਕਰਨ ਲੱਗਾ, ਇਹਨੂੰ ਸਾਰੇ ਚੋਂ 5 ਕਾਮਨ ਕੱਢਣ ਲੱਗਾ। 5 ਕਾਮਨ ਕੱਢਿਆ ਤਾਂ ਮੇਰੇ ਕੋਲ ਅੰਦਰ ਕਿੰਨਾ ਰਹੇਗਾ 1 2 3 ਤੇ ਲਾਸਟ ਵਾਲੀ ਵੈਲਿਊ ਕਿੰਨੀ ਬਣ ਜਾਏਗੀ 17। ਹੁਣ ਇਹਨਾਂ ਸਾਰਿਆਂ ਦਾ ਸਮ ਕੱਢਾਂਗੇ ਤਾਂ ਹੀ ਮੀਨ ਨਿਕਲੂਗਾ। ਤਾਂ ਸਮ ਕਿਵੇਂ ਫਾਈਂਡ ਕਰਦੇ ਹੁੰਦੇ ਸੀ ਆਪਾਂ, ਸਮ ਦਾ ਫਾਰਮੂਲਾ n ਟਰਮ ਹੋਣ ਅਗਲੇ ਮੇਰੇ ਕੋਲ n × n + n+1/2। ਹਾਂਜੀ ਇਹ 5 ਐਜ਼ ਇਟ ਇਜ਼ ਆ ਗਿਆ, ਇਹਦਾ ਸਮ ਬਣ ਗਿਆ ਤੁਹਾਡੇ ਕੋਲ 17 × 18 ਡਿਵਾਈਡਡ ਬਾਈ 2। ਠੀਕ ਹੈ, ਇਹ ਤੁਹਾਡੇ ਕੋਲ ਕੀ ਆ ਜਾਏਗਾ, ਫਿਰ ਇਹਨੂੰ ਕਟਿੰਗ ਕਰ ਲਓ ਜਰਾ 9। ਇਹਨੂੰ ਐਜ਼ ਇਟ ਇਜ਼ ਲਿਖਿਆ ਰਹਿਣ ਦਿਓ, ਸੋਲਵ ਨਹੀਂ ਕਰਨਾ ਹੁਣ ਆਪਾਂ। ਇਹ ਤੁਹਾਡੇ ਕੋਲ ਕੀ ਬਣ ਗਿਆ ਸਿਗਮਾ xi ਬਣ ਗਿਆ। ਹੁਣ ਆਪਾਂ ਫਾਈਂਡ ਕਰਨਾ ਮੀਨ। ਮੀਨ ਕਿਵੇਂ ਫਾਈਂਡ ਕਰਦਾ ਹੁੰਦਾ ਸੀ, ਸਿਗਮਾ xi ਅਪੋਨ n। ਹੁਣ n ਕਿੰਨੀਆਂ ਮੇਰੇ ਕੋਲ 17। ਲਓ ਜੀ 5 × 17 ਗੁਣਾ 9, ਕਿਉਂਕਿ ਦੇਖੋ 17 ਆਪਾਂ ਉਸ ਗੁਣਾ ਕਰ ਦਿੰਦੇ, ਹੁਣ 17 ਕੱਟਿਆ ਜਾਣਾ, ਕਿੰਨਾ ਆ ਗਿਆ ਮੇਰੇ ਕੋਲ 45 45। ਹਾਂਜੀ ਮੀਨ ਡੇਵੀਏਸ਼ਨ ਕੀ ਕਹਿੰਦਾ ਹੁੰਦਾ ਆਪਾਂ, xi ਦੇ ਵਿੱਚੋਂ ਮੀਨ ਨੂੰ ਮਾਈਨਸ ਕਰਨਾ। ਹੁਣ ਆਪਾਂ ਮੀਨ ਨੂੰ ਮਾਈਨਸ ਕਰ ਦਿੰਦੇ ਸਾਰਿਆਂ ਦੇ ਵਿੱਚੋਂ। ਜਦੋਂ ਆਪਾਂ ਮਾਈਨਸ ਕਰਨ ਲੱਗਦੇ ਆ, ਦੇਖੋ ਜਰਾ ਇੱਥੇ ਮੈਂ ਥੱਲੇ ਲਿਖ ਦਿੰਦਾ, ਇਹਦੇ ਤੋਂ ਪਹਿਲੀ ਵੈਲਿਊ ਆ ਜਾਣੀ ਤੁਹਾਡੇ ਕੋਲੇ ਇੱਥੇ 5 - 45 40 ਬਣ ਜਾਣਾ। ਮੋਡ ਲੱਗਣਾ ਨੈਗੇਟਿਵ ਪੋਜ਼ਿਟਿਵ ਦੀ ਕੋਈ ਪ੍ਰੋਬਲਮ ਨਹੀਂ। 40 ਫਿਰ ਨੈਕਸਟ 35 ਫਿਰ ਤੁਹਾਡੇ ਕੋਲੇ 30 ਫਿਰ 25 ਫਿਰ 20 ਫਿਰ 15 ਫਿਰ 10 ਫਿਰ 5 ਫਿਰ 0, ਫਿਰ ਅੱਗੇ ਸਟਾਰਟ ਹੋ ਜਾਣਾ 5 10 ਅੱਗੇ ਚੱਲਦਾ ਜਾਣਾ, ਕਿੱਥੋਂ ਤੱਕ ਚੱਲਦਾ ਜਾਣਾ 40। ਤਾਂ ਹੁਣ ਤੁਸੀਂ ਦੇਖੋ ਸਾਰਿਆਂ ਦਾ ਸਮ ਕਰਨ ਦੀ ਬਜਾਏ ਜੇ ਮੈਂ ਇਹਦਾ ਸਮ ਇੰਨਿਆਂ ਦਾ ਕਰ ਲਾਂ ਤੇ ਉਹਨੂੰ ਮੈਂ ਡਬਲ ਕਰਨਾ, ਕਿਉਂਕਿ ਸਮ ਤਾਂ ਸੇਮ ਹੀ ਹੈ। ਲਓ ਜੀ ਮੈਂ ਇਹਨਾਂ ਦਾ ਸਮ ਕੱਢਣ ਵਾਸਤੇ ਕਰਨਾ, ਮੈਂ 5 ਕਾਮਨ ਕੱਢ ਲਿਆ, ਅੰਦਰ ਟਰਮਸ ਰਹੇਗਾ 1 ਤੋਂ ਲੈ ਕੇ 8 ਤੱਕ, ਫਿਰ ਅਗੇਨ ਫਾਰਮੂਲਾ ਲਗਾ ਦਿੰਦੇ ਆ। ਇਹਦਾ ਸਮ ਕਿੰਨਾ ਆਏਗਾ 5 × 8 × 9/2। ਇਹ ਤਾਂ ਮੇਰੇ ਕੋਲ ਸਿਰਫ ਇੰਨੀਆਂ ਵੈਲਿਊਜ਼ ਆਈਆਂ, ਇਹ ਫਿਰ ਮੇਰੇ ਕੋਲ ਇੰਨੀਆਂ ਵੈਲਿਊਜ਼ ਹੋਰ ਪਈਆਂ, ਇਹਦਾ ਡਬਲ ਕਰ ਦਿਓ।
ਇਹਦਾ ਡਬਲ ਕਰ ਦਿੱਤਾ ਤਾਂ ਮੈਂ 2 ਨਾਲ ਮਲਟੀਪਲਾਈ ਕਰ ਦਿੱਤਾ। ਹੁਣ ਮੈਂ ਕਰਨਾ ਸੀ ਮੀਨ ਡਿਵੀਏਸ਼ਨ, ਤਾਂ ਮੀਨ ਡਿਵੀਏਸ਼ਨ ਮੇਰੇ ਕੋਲ ਕੀ ਹੁੰਦਾ, ਹਾਂਜੀ ਆ ਗਿਆ ਆंसर। ਤਾਂ ਬਸ ਮੀਨ ਡਿਵੀਏਸ਼ਨ ਇਜ਼ ਇਕੁਅਲ ਟੂ सिग्मा xi माइनस मीन अपॉन n। ਹੁਣ ਮੈਂ ਐਜ਼ ਇਟ ਇਜ਼ ਹੀ ਲਿਖ ਦੇਣਾ, ਮੈਂ ਸੋਲਵ ਨਹੀਂ ਕੀਤਾ ਸਾਰਿਆਂ ਨੂੰ, ਭਾਵੇਂ ਇਹਨੂੰ ਕੱਟਣਾ ਕੱਟ ਦਿਓ, 2 ਨਾਲ 2 ਕੱਟਿਆ ਗਿਆ, ਉੱਪਰ ਰਹਿ ਗਿਆ ਤੁਹਾਡੇ ਕੋਲ 589 ਡਿਵਾਈਡਡ ਬਾਈ 70। ਜਦੋਂ ਇਹਨੂੰ ਡਿਵਾਈਡ ਕਰੋਗੇ ਤਾਂ ਚੈੱਕ ਕਰ ਲਿਓ, ਤੁਹਾਡੇ ਕੋਲ ਬਣੇਗਾ 21.7। ਕਲੀਅਰ? ਨੈਕਸਟ ਚੈੱਕ ਕਰ ਲਓ ਜੀ। ਹਾਂਜੀ ਮੀਨ ਡਿਵੀਏਸ਼ਨ ਫਾਈਂਡ ਕਰਨਾ ਅਬਾਊਟ ਮੀਡੀਅਨ। ਲਓ ਜੀ ਮੀਡੀਅਨ ਹੋਣੇ ਨਾ ਸਾਰਿਆਂ ਦੇ ਵਿੱਚੋਂ ਹੀ ਹੋਏਗਾ ਸਰ ਸੇਵ ਕਰ ਹਾਂਜੀ ਦੇਣਾ। ਹਾਂਜੀ ਮੈਂ ਕਰ ਦਿੰਦਾ। ਓਕੇ ਆਪਾਂ ਕਰਨਾ ਮੀਨ ਡਿਵੀਏਸ਼ਨ। ਲਓ ਜੀ 2 3 10 17 ਤੇ ਇੱਥੇ ਮੇਰੇ ਕੋਲ ਕੀ ਆ x ਆ, ਪਹਿਲਾ ਮੀਨ ਲੈ ਲਿਆ, I mean ਇਹ ਵਾਲੀ x ਦੀ ਵੈਲਿਊ ਲੈ ਲਈ, 3 ਆ ਗਿਆ। ਹੁਣ ਇਹਦਾ ਫਿਰ ਮੀਡੀਅਨ ਕਿੰਨਾ ਆ ਗਿਆ, ਮੀਡੀਅਨ ਹੁੰਦੀ ਵਿਚਾਲੇ ਵਾਲੀ ਟਰਮ, ਮੀਡੀਅਨ ਆ ਗਿਆ ਮਤਲਬ 3, ਕਿਉਂਕਿ ਵਿਚਾਲੇ ਇਹੀ ਹੋਰ ਹੈ ਹੀ ਕੋਈ ਨਹੀਂ। ਹੁਣ ਮੀਨ ਡਿਵੀਏਸ਼ਨ ਦਾ ਇੱਕ ਹੋਰ ਸਮ ਆਇਆ, ਦੇਖੋ ਮੀਨ ਡਿਵੀਏਸ਼ਨ ਕਿਵੇਂ ਕਰ ਦਿੰਦੇ ਆਪਾਂ, xi ਮਾਈਨਸ ਮੀਡੀਅਨ, ਹੁਣ ਸਾਰੇ ਚੋਂ ਮਾਈਨਸ ਕਰਾਂਗੇ, ਇਹ ਬਣ ਜਾਣਾ ਤੁਹਾਡੇ ਕੋਲ 1 0 0 0 7 7 ਤੇ 40। ਸਾਰਿਆਂ ਨੇ ਸਮ ਕਰਿਆ, ਇਹ ਬਣ ਗਿਆ ਤੁਹਾਡੇ ਕੋਲ 22 ਤੇ ਮੀਨ ਡਿਵੀਏਸ਼ਨ ਕਿੰਨਾ ਆ ਗਿਆ ਤੁਹਾਡੇ ਕੋਲ 22/5। ਸੋਲਵ ਕੀਤਾ 4.4। ਲਓ ਜੀ ਉਹਨੇ 4.4 ਹੀ ਬੋਲਿਆ ਸੀਗਾ ਆਨਸਰ, ਜਾਨੀ ਕਿ ਮੇਰਾ ਫਸਟ ਆਨਸਰ ਬਣ ਗਿਆ। ਪਰ ਇਹ ਕੁਐਸਚਨ ਰੋਂਗ ਆ, ਕਿਉਂ ਰੋਂਗ ਆ ਉਹਦਾ ਰੀਜ਼ਨ ਵੀ ਦੱਸ ਦਿੰਦਾ ਮੈਂ। ਤੁਸੀਂ 7 ਫਿਲ ਕਰਕੇ ਦੇਖੋ ਤਾਂ ਵੀ ਤੁਹਾਡਾ ਆਨਸਰ ਆ ਰਿਹਾ, ਠੀਕ ਹੈ ਜੀ। 2 ਆਨਸਰ ਬਣਦੇ ਪਏ ਆ, ਇਹਦਾ A ਐਂਡ C। 7 ਦੇ ਵੀ ਚੈੱਕ ਕਰ ਲਓ ਕਰਨੀ ਤੇ ਨਾਲ ਦੇ ਨਾਲ ਹੀ 7 ਚੈੱਕ ਕਰੋਗੇ ਤਾਂ ਟਰਮ ਬਣੇਗੀ 2 3 7 10 and 17। ਹੁਣ xi ਮਾਈਨਸ m ਮਿਡਲ ਵਾਲੀ ਵੈਲਿਊ ਫਿਰ 7 ਬਣ ਗਿਆ, ਇਹ ਬਣ ਗਿਆ ਤੁਹਾਡੇ ਕੋਲ 5, ਇੱਥੇ ਕਰਿਆ 4 0 3, ਇਹ ਬਣ ਗਿਆ ਤੁਹਾਡੇ ਕੋਲ 10। ਕਲੀਅਰ? ਤਾਂ ਜਦੋਂ ਕਰਿਆ ਸੋਲਵ ਸਿਗਮਾ xi ਤੇ m, ਉਹ ਬਣ ਗਿਆ ਤੁਹਾਡੇ ਕੋਲ 22। ਤਾਂ ਦੇਖੋ ਅਗੇਨ ਮੇਰੇ ਕੋਲ ਕਿੰਨਾ ਆ ਗਿਆ ਮੀਨ ਡਿਵੀਏਸ਼ਨ 22/5 4.4, ਯਾਨੀ ਕਿ ਇਹਦਾ ਆਨਸਰ ਕਿਹੜਾ ਕਿਹੜਾ ਠੀਕ ਆ। ਅਗਰ ਕਿਸੇ ਨੇ A ਲਗਾਇਆ ਉਹ ਵੀ ਠੀਕ ਆ, ਅਗਰ ਕਿਸੇ ਨੇ C ਲਗਾਇਆ ਉਹ ਵੀ ਠੀਕ ਆ, ਬੋਥ ਠੀਕ ਆ। ਹਾਂਜੀ ਨੈਕਸਟ ਚੈੱਕ ਕਰ ਲਓ, ਵੇਰੀਐਂਸ ਫਾਈਂਡ ਕਰਨਾ। ਮੈਂ ਸਿਰਫ ਮੈਥਡ ਲਿਖ ਦੇਣ ਲੱਗਾ ਕਿਉਂਕਿ ਕੈਲਕੂਲੇਸ਼ਨ ਬਹੁਤ ਵੱਡੀ ਹੋ ਜਾਂਦੀ ਆ। ਲਓ ਜੀ ਵੇਰੀਐਂਸ ਕਿਵੇਂ ਫਾਈਂਡ ਕਰਦੇ ਨੇ ਆਪਾਂ, ਸੌਖਾ ਜਿਹਾ ਸਮ, xi ਮਾਈਨਸ ਮੀਨ ਉਹਦਾ ਸਕੁਅਰ ਓਵਰ n। n ਇੱਥੇ 4 ਆ, ਮੀਨ ਇਹਨਾਂ ਸਾਰਿਆਂ ਨੂੰ ਸਮ ਕਰਕੇ 4 ਨਾਲ ਡਿਵਾਈਡ ਕਰ ਲਿਓ, ਕੱਲੀ ਕੱਲੀ ਵੈਲਿਊ ਦੇ ਵਿੱਚੋਂ ਮਾਈਨਸ ਕਰ ਦਿਓ, ਠੀਕ ਹੈ ਜੀ। ਆਨਸਰ ਇਹਦਾ B ਆ ਜਾਏਗਾ। ਹਾਂਜੀ ਲਾਸਟ ਵਾਲਾ ਦੇਖ ਲਓ, ਸਟੈਂਡਰਡ ਡਿਵੀਏਸ਼ਨ ਦਿੱਤਾ ਹੋਇਆ ਤੁਹਾਡੇ ਕੋਲ 13 ਨੰਬਰ, ਤਾਂ ਤੁਸੀਂ ਵੇਰੀਐਂਸ ਫਾਈਂਡ ਕਰਨਾ। ਤਾਂ ਵੇਰੀਐਂਸ ਕੀ ਹੁੰਦਾ ਤੁਹਾਡੇ ਕੋਲ, ਸਟੈਂਡਰਡ ਡਿਵੀਏਸ਼ਨ ਦਾ ਸਕੁਅਰ ਕਰ ਦਿਓ। ਹਾਂਜੀ ਲਓ ਜੀ ਵੇਰੀਐਂਸ ਕਿੰਨਾ ਬਣ ਜਾਏਗਾ ਤੁਹਾਡੇ ਕੋਲ 0.01 ਦਾ ਸਕੁਅਰ। ਹੁਣ ਤੁਹਾਨੂੰ ਮਲਟੀਪਲਾਈ ਦਾ ਵੈਸੇ अगर डेसिमल ਦੇ ਵਿੱਚ ਮਲਟੀਪਲਾਈ ਕਰਨੀ ਆਉਂਦੀ ਤਾਂ ਠੀਕ ਆ, ਤੁਹਾਡੇ ਕੋਲ ਬਣੇਗਾ ਇਹਨੂੰ 2 ਟਾਈਮਸ ਮਲਟੀਪਲਾਈ ਕਰਨਾ, ਯਾਨੀ ਕਿ 3 ਡੈਸੀਮਲ ਇਹਦੇ ਤੋਂ ਆ ਜਾਣਗੇ, 3 ਡੈਸੀਮਲ ਅਗਲੇ ਤੋਂ ਆ ਜਾਣਗੇ। ਹਾਂਜੀ ਹਾਂਜੀ 3 ਡੈਸੀਮਲ ਆ ਗਏ ਇਧਰੋਂ, ਇਹਦਾ ਆਨਸਰ ਆ ਗਿਆ 144, 3 ਡਿਜਿਟ ਆ ਗਏ 1 2। ਆਪਸ਼ਨ ਕਿਹੜੀ ਬਣ ਗਈ ਤੁਹਾਡੇ ਕੋਲ 0 0 C ਬਣ ਜੇ ਤੁਸੀਂ ਭੁੱਲ ਗਏ ਹੋ ਮਲਟੀਪਲਾਈ ਕਰਨਾ ਤਾਂ ਤੁਸੀਂ ਕੀ ਕਰੋ, ਜਸਟ ਇਥੋਂ ਪੁਆਇੰਟ ਹਟਾ ਦਿਓ, 12/1000 ਗੁਣਾ 12/1000, ਫਿਰ ਤੁਹਾਡੇ ਕੋਲ 144 6 0 ਬਣ ਗਿਆ, 6 ਤੇ ਅੱਗੇ ਡੈਸੀਮਲ ਲਗਾ। ਹਾਂਜੀ ਕੀ ਕਹਿੰਦਾ ਤੁਹਾਡੇ ਕੋਲ ਸਟੈਂਡਰਡ ਡਿਵੀਏਸ਼ਨ ਦਿੱਤਾ ਹੋਇਆ ਸੈਟ ਆਫ 4 ਆਬਜ਼ਰਵੇਸ਼ਨਸ। ਓਕੇ ਜੀ n ਦੀ ਵੈਲਿਊ ਤੁਹਾਡੇ ਕੋਲ 4, ਸਟੈਂਡਰਡ ਡਿਵੀਏਸ਼ਨ ਸੈਟ ਆਫ 4 ਆਬਜ਼ਰਵੇਸ਼ਨ। ਓਕੇ ਜੀ ਸੌਰੀ n4 ਨਹੀਂ ਦਿੱਤਾ, ਸਟੈਂਡਰਡ ਡਿਵੀਏਸ਼ਨ 4 ਦਿੱਤਾ ਹੋਇਆ ਤੁਹਾਡੇ ਕੋਲ, ਸਟੈਂਡਰਡ ਡਿਵੀਏਸ਼ਨ 4 ਆਪਣੇ ਕੋਲੇ। ਕਹਿੰਦਾ ਈਚ ਆਬਜ਼ਰਵੇਸ਼ਨ ਨੂੰ ਡਿਵਾਈਡ ਕਰ ਦਿੱਤਾ 4 ਦੇ ਨਾਲ, ਤੇ ਕਹਿੰਦਾ ਸਟੈਂਡਰਡ ਡਿਵੀਏਸ਼ਨ ਤੇ ਕਿੰਨਾ ਫਰਕ ਪਾਏਗਾ।
लो जी स्टैंडर्ड डिवीजन होंदा की है मेरे को पहले तो मैं स्टैंडर्ड डिवीजन का फार्मूला लिखन लगा समेशन xi माइनस मीन ਇਹਦਾ होल स्क्वायर अपॉन n ਇਹਦਾ रूट ਇਹ 4 ਦੇ ਬਰਾਬਰ ਇਹਦਾ ਹਰ ਇੱਕ ਆਬਜ਼ਰਵੇਸ਼ਨ ਮੈਂ 4 ਦੇ ਨਾਲ ਡਿਵਾਈਡ ਕੀਤੀ ਅਗਰ ਮੈਂ 4 ਦੇ ਨਾਲ ਡਿਵਾਈਡ ਕਰਦਾ ਤਾਂ ਮੇਰੇ ਕੋਲ ਮੀਨ ਵੀ ਉਹਨੇ ਦੇ ਨਾਲ ਡਿਵਾਈਡ ਹੋ ਜਾਂਦਾ ਜਿਹੜਾ ਆਪਾਂ ਮੀਨ ਜਦੋਂ ਆਪਾਂ ਸਟੈਟਿਕਸ ਸਟਾਰਟ ਕੀਤਾ ਸੀ ਇੱਕ ਆਪਾਂ ਸਭ ਤੋਂ ਪਹਿਲਾ ਸਮ ਕਰਿਆ ਸੀਗਾ ਈਚ ਆਬਜ਼ਰਵੇਸ਼ਨ ਡਿਵਾਈਡ ਜਾਂ ਐਡ ਕਰਿਆ ਸੀ ਉਹਦੇ ਚ ਠੀਕ ਆ ਸੇਮ ਆਪਾਂ ਪ੍ਰੋਸੈਸ ਵਿੱਚ ਕਰ ਦਿੰਦੇ xi ਡਿਵਾਈਡਡ ਬਾਈ 4 ਤਾਂ ਜਿਹੜਾ ਮੇਰੇ ਕੋਲ ਮੀਨ ਆ ਉਹ ਵੀ 4 ਦੇ ਨਾਲ ਡਿਵਾਈਡ ਹੋ ਜਾਏਗਾ ਇਹਦਾ ਸਕੁਅਰ ਹੋ ਗਿਆ ਲਓ ਜੀ ਤੇ ਕਹਿੰਦਾ ਫਿਰ ਸਟੈਂਡਰਡ ਡਿਵੀਜ਼ਨ ਤੇ ਕਿੰਨਾ ਫਰਕ ਪਾਏਗਾ ਆਪਾਂ ਚੈੱਕ ਕਰ ਲੈਨੇ ਆ ਜੀ ਇਥੋਂ ਬਣ ਜਾਣਾ ਤੁਹਾਡੇ ਕੋਲੇ 1/16 ਬਾਹਰ ਆ ਗਿਆ xi minus mean as it is n ਠੀਕ ਹੈ ਇਹ ਮੇਰੇ ਕੋਲੇ ਗਿਵਨ ਸੀਗਾ ਹੁਣ ਆਪਾਂ ਨਵਾਂ ਸਟੈਂਡਰਡ ਡਿਵੀਜ਼ਨ ਦੇਖਦੇ ਕਿੰਨਾ ਬਣਦਾ ਠੀਕ ਹੈ ਜੀ ਇਹ ਮੇਰੇ ਕੋਲੇ ਕੀ ਬਣ ਗਿਆ ਨਿਊ ਵਾਲਾ ਕੱਢਣ ਲੱਗੇ ਹੁਣ ਆਪਾਂ ਨਿਊ स्टैंडर्ड डिवीजन ठीक है जी ये भी मेरे को किया न्यू स्टैंडर्ड डिवीजन इज इक्वल टू जी हुन मेरे को किया गया इथों 16 बाहर आ जाएगा रूट दे विचों बाहर आया तो मेरे को कितना बन जाना 1/4 अंदर वैल्यू कितनी रहेगी मेरे को समेशन xi माइनस मीन दा होल स्क्वायर अपॉन n एदी वैल्यू कितनी है सारी मेरे को 4 1/4 into 4 तो आंसर मेरा कितना आ गया 1 क्लियर 15 नंबर क्वेश्चन देख लो जी बिल्कुल सौखा जिहा क्वेश्चन है कहना 5 ऑब्जर्वेशन उन्हां दा मीन कितना आ 3 आ ऑब्जर्वेशन फाइंड करो तीन ऑब्जर्वेशन दित्तियां होईयां मेरे को कितनियां 1 3 ते 5 इस तरह प्लस च लिख दिंदे आ 1 3 ते 5 दो ऑब्जर्वेशन फाइंड करनियां फाइंड क्यों करनियां आपको दित्तियां होईयां हुण ऑप्शन फिल करके देख लो किदी एवरेज 5 बनती पई है देखो ये बन गया मेरे को 8 एक 9 हम ऑप्शन जो देखो किदा सम 6 बनता क्योंकि जो 15 बन गया 15/5 3 बन जाता ठीक है तो इको ही ऑप्शन आ इथे अगर मैं 2 ते 4 फिल करदा तो आंसर मेरा केड़ा बन गया इथे सी नेक्स्ट चलते हैं जी ओके ये तो ਤੁਹਾਡੇ फेवरेट सम होने चाहिए किवें करांगे ਆਪਾਂ ਇਹਨੂੰ n ਦੀ वैल्यू फिल कर n = 1 पुट कर हाँ जी n = 1 फिल करो तो ਤੁਹਾਡੇ ਕੋਲ ਕਿਹੜੀਆਂ ਆਪਸ਼ਨ ਬਚ ਜਾਣਗੀਆਂ ਚੈੱਕ ਕਰ ਲਓ ਫਿਰ n ਓਕੇ ਜੀ ਫਿਲ ਕਰ ਹੀ ਦਿੰਨੇ ਆਪਾਂ ਫਸਟ ਦੇ ਵਿੱਚ ਫਿਲ ਕਰਿਆ ਇਹ ਬਣ ਗਿਆ 1 * 1 * 3 ਡਿਵਾਈਡਡ ਬਾਈ 3 ਓਕੇ ਜੀ 1 ਬਣ ਗਿਆ ਸੈਕੰਡ ਆਪਸ਼ਨ ਚੈੱਕ ਕਰ ਲਓ ਜੀ 1 * 2 * 3 ਡਿਵਾਈਡਡ ਬਾਈ 6 ਓਕੇ ਜੀ ਵੀ ਬਣ ਗਿਆ 1 ਕੋਈ ਗੱਲ ਨਹੀਂ ਜੇ ਬਣ ਗਿਆ ਤਾਂ ਭਾਈ ਥਰਡ ਦੇਖ ਲਓ ਜੀ 0 ਬਣ ਗਿਆ यानी कि थर्ड का आंसर नहीं बन सकता कदे भी 4 देख लो जी 1 * 2 * 4 डिवाइडेड बाय 3 लो जी ये भी नहीं बन सकता हुन n नो 2 फिल कर लो दो ऑप्शन तो गईयां चलियां हुन इको जी फिल करना पैना फर्स्ट फिल करांगे जो फर्स्ट आंसर बन गया ठीक है नहीं तो फिर सेकंड है मेरा ओके फिर सेकंड सॉरी सेकंड चेक करना पैना क्योंकि ये ना हो दोनों के बराबर है जे अपने को ये बन जाना 2 * इथे 2 फिल किया 4 ते 3 बन गया ओके जी अगेन मैं ਉਹਦੇ ਚ ਫਿਲ ਕੀਤਾ ਤੇ ਇਹ ਬਣ ਗਿਆ 2 4 ਤੇ 5 और डिवाइडेड बाय 3 ਇਹ ਕੱਟਿਆ ਗਿਆ ਤਾਂ ਮੇਰਾ ਆਨਸਰ ਬਣ ਗਿਆ 10 ਹੁਣ 2 ਫਿਲ ਕਰਨਾ ਮੇਰੇ ਕੋਲ ਦੋ ਟਰਮਸ ਆਉਣੀਆਂ ਸੀ ਫਸਟ ਵਾਲੀਆਂ ਤਾਂ ਫਿਰ ਮੇਰੇ ਕੋਲ ਸਮ ਕਿਹੜਾ ਆਉਣਾ ਸੀ 1 ਸਕੁਅਰ ਤੇ 3 ਸਕੁਅਰ 10 ਆਉਣਾ ਚਾਹੀਦਾ ਓਕੇ ਜੀ ਮੇਰਾ ਆਨਸਰ 10 ਬਣਦਾ ਪਿਆ ਵੈਸੇ ਸੈਕੰਡ ਦੇ ਵਿੱਚ ਆਪਾਂ ਤਸੱਲੀ ਵਾਸਤੇ ਫਿਲ ਕਰਕੇ ਦੇਖਦੇ ਹਾਂ 2 * 3 * ਇਹ ਬਣ ਗਿਆ ਫਿਰ 5 डिवाइडेड बाय 6 ये कटिया गया यहाँ बन गया आंसर 5 ये भी ऑप्शन चाहिए था आंसर मेरा केड़ा बन गया फर्स्ट हाँ जी 17 ਦਾ ਐਜ਼ ਇਟ ਇਜ਼ ਮੇਰੇ ਕੋਲ ਇੱਕ ਕੀ ਆ ਕੁਐਸਚਨ ਹੀ ਆ ਜਿਹੜਾ ਆਪਾਂ 10th ਦੇ ਵਿੱਚ ਕਰਦੇ ਹੁੰਦੇ ਸੀ ਐਲਸੀਐਮ ਇਨਟੂ ਜੀਸੀਡੀ ਕਿਹਦੇ ਬਰਾਬਰ ਹੁੰਦਾ ਸੀ ਮੇਰੇ ਕੋਲ ਪ੍ਰੋਡਕਟ ਆਫ ਨੰਬਰ अगर दो की गल करते हैं ठीक है तो मेरे को किहदे बराबर आ जाना ये ए बी के बराबर आ जाना क्योंकि ये आप एलसीएम फाइंड करते पे ए बी ते जीसीडी फाइंड करते पे ए बी दो वास्ते अपने को रिजल्ट होना सी हाँ जी की हुंदा सी मेरे को ए
ਤੇ mn ਦੀ GCD 1 ਦਿੱਤੀ ਹੋਈ ਆ ਤੇ ਆਪਾਂ ਬਾਈ ਐਗਜ਼ਾਮਪਲ ਕਰ ਸਕਦੇ ਹਾਂ। ਦੇਖੋ ਕਿਹੜੀ ਐਗਜ਼ਾਮਪਲ ਲਵਾਂਗੇ ਆਪਾਂ, a ਦੀ ਵੈਲਿਊ ਲੈ ਲਓ ਕੋਈ ਵੀ, ਚਲੋ ਆਪਾਂ 3 ਲੈ ਲੈਂਦੇ ਆ, b ਦੀ ਵੈਲਿਊ ਮੈਂ 2 ਲੈ ਲੇਤੀ ਤੇ c ਦੀ ਵੈਲਿਊ ਮੈਂ 4 ਲੈ ਲੇਤੀ। ਜਿਹੜੇ ਨੂੰ ਮੈਂ ਕਰਦਾ ਚੈੱਕ ਕਰ ਲਓ 3 ਤੇ 8 ਇਹਨਾਂ ਦੀ GCD 1 ਬਣ ਗਈ। ਹੁਣ ਆਪਸ਼ਨ ਦੇ ਵਿੱਚ ਕੀ ਪੁੱਛਿਆ ਹੋਇਆ, ਕਹਿੰਦਾ a ਤੇ m ਦੀ GCD, ਓਕੇ ਜੀ c ਨਹੀਂ ਗਾ, ਇਹਨੂੰ ਫਿਰ ਆਪਣਾ m ਲਿਖਣਾ ਪੈਣਾ ਬਈ, ਇਹਨੂੰ m ਲਿਖ ਦਿੰਦੇ ਆ, ਫਿਰ ਇਹਨੂੰ ਆਪਾਂ abc ਲਿਖ ਲਿਆ। a ਤੇ m ਦੀ GCD ਕਿੰਨੀ ਹੈ ਤੁਹਾਡੇ ਕੋਲ, 3 ਤੇ 2 ਦੀ, ਉਹ 1। ਫਿਰ ਨਾਲ ਹੀ ਉਹਨੇ ਕਿਹਾ ਹੋਇਆ ਸੈਕੰਡ ਆਪਸ਼ਨ ਦੇ ਵਿੱਚ a ਤੇ n ਦੀ, a ਤੇ n ਕਿੰਨਾ ਬਣੇਗਾ ਮੇਰੇ ਕੋਲ 3 ਤੇ 4, ਇਹਦੀ GCD ਕਹਿੰਦਾ 1। ਥਰਡ ਆਪਸ਼ਨ ਕਹਿ ਰਿਹਾ ਵੀ ਔਰ ਪਾ ਦਿੱਤਾ ਦੋਵਾਂ ਦੇ ਵਿੱਚ, ਇਹਦੀ 1 ਆ ਤੇ ਇਹਦੀ 1 ਆ। ਫੋਰਥ ਮੈਨੂੰ ਕੀ ਕਹਿ ਰਿਹਾ ਮੇਰੇ ਕੋਲ, ਐਂਡ ਪਾ ਦਿੱਤਾ। ਹੁਣ ਤੁਸੀਂ ਦੱਸੋ ਕਿਹੜੀ ਆਪਸ਼ਨ ਠੀਕ ਆ, ਐਂਡ ਵਾਲੀ ਠੀਕ ਆ ਨਾ, ਦੋਵਾਂ ਦੇ ਵਿੱਚ ਐਂਡ ਆ ਰਿਹਾ, ਹਾਂਜੀ ਸਰ। ਦੋਵਾਂ ਦੀ GCD 1 ਆ। ਹਾਂ ਔਰ ਵਾਲੀ ਵੀ ਕੱਟੀ ਗਈ ਕਿਉਂਕਿ ਔਰ ਤੇ ਉਹ ਇੱਕ ਦੀ ਕਹਿ ਰਿਹਾ ਹੈ, ਨਹੀਂ ਮੇਰੇ ਕੋਲ ਦੋ ਦੀ ਕਹਿ ਰਿਹਾ। ਲਾਸਟ ਵਾਲਾ ਚੈੱਕ ਕਰ ਲਓ 90 ਕੁਐਸਚਨ, ਇਹਨੂੰ ਆਪਾਂ ਕਨਵਰਟ ਕਰ ਦਿੰਨੇ ਆ ਮਾਡਲ ਦੇ ਵਿੱਚ। ਇਹ ਮੇਰੇ ਕੋਲ ਕੀ ਬਣ ਜਾਣਾ, a ਨੂੰ ਡਿਵਾਈਡ ਕੀਤਾ ਲੋ b ਦੋ ਜੀ check ਕਿਹਦੇ ਤੋਂ ਮੇਰੇ ਕੋਲ ਕਿਸੇ ਵੀ ਇੰਟੀ ਦੇ ਵਾਸਤੇ ਕਿਹਦੇ ਤੋਂ नहीं सर, सर ब्लैक, बिल्कुल ब्लैक है। नहीं सर, ओ सर अमन ਤੁਹਾਨੂੰ ਨਹੀਂ ਪਤਾ आज सही है। हाँ जी हुन शो होगी देख रहा हूँ। हाँ जी, हाँ जी सर, हाँ जी सर। हाँ जी, हाँ जी सर। सही है जी, ओके जी। चलो ਆਪਾਂ ਕਰ ਰਹੇ ਸੀ m ਨੂੰ 3 ਫਿਲ ਕਰ ਦਿੱਤਾ ਤੇ ਨਾਲ ਡਿਵਾਈਡ ਹੋ ਗਿਆ। ਹੁਣ ਆਪਾਂ 4 ਵੀ ਫਿਲ ਕਰਕੇ ਦੇਖ ਲੈਂਦੇ ਆ, ਫਿਲ ਕੀ ਕਰਤਾ ਇਹਨੇ ਮੰਨ ਲੈਣਾ, ਥੋੜੇ ਜਿਹੇ ਨੰਬਰ ਫਿਲ ਕਰਨੇ ਪਏ ਜਸਟ, ਇਹ ਬਣ ਗਿਆ। सर आवाज नहीं क्लियर आ रही। ठीक है तो फिर मेरे को क्या बन गया, सर फिर ब्लैक हो गई स्क्रीन एंड आवाज भी नहीं आती सही।
हाँ जी हुण चेक करना स्क्रीन शो हुई कि नहीं सर, नहीं सर, हो गया सर। ओके स्टार्ट करते हैं जी। आप लास्ट वाला सम कंप्लीट हो गया सी अपना ਆਪਾਂ वैल्यू फिल करी सी जस्ट सर नहीं बस सुनिया। ओके ਆਪਾਂ m ਦੀ ਵੈਲਿਊ ਫਿਲ ਕਰੀ ਸੀ 1 ਤੇ 3 ਆ ਗਿਆ ਕਿਸੇ ਨਾਲ ਡਿਵਾਈਡ ਨਹੀਂ ਹੋਇਆ ਫਿਰ 2 ਫਿਲ ਕੀਤਾ ਤਾਂ ਇਹ ਮੇਰੇ ਕੋਲੇ 6 ਨਾਲ ਡਿਵਾਈਡ ਹੋ ਗਿਆ 3 ਫਿਲ ਕੀਤਾ ਤਾਂ 11 ਨਾਲ ਹੋ ਗਿਆ ਤੇ ਲਾਸਟ ਮੈਂ 4 ਫਿਲ ਕਰਕੇ ਦਿਖਾਇਆ ਇਹ ਦੇਖੋ ਕਦੇ ਵੀ 6 ਨਾਲ ਡਿਵਾਈਡ 4 ਨਾਲ ਨਹੀਂ ਡਿਵਾਈਡ ਹੋ ਰਿਹਾ ਤਾਂ ਆਨਸਰ ਮੇਰਾ 4 ਕੋਈ 21 ਕੁਐਸਚਨ ਦੇਖਦੇ ਆ ਜੀ ਕੀ ਬੋਲਦਾ ਪਿਆ ਮੇਰੇ ਕੋਲੇ ਕਹਿੰਦਾ a ਡਿਵਾਈਡਸ b ਤੇ ਨਾਲ ਮੇਰੇ ਕੋਲ ਬੋਲਿਆ ਹੋਇਆ b ਜਿਹੜਾ ਮੇਰੇ ਕੋਲ a ਤੋਂ ਛੋਟਾ ਆ ਨਾਲ b ਨॉन ਨੈਗੇਟਿਵ ਵੀ ਬੋਲਿਆ ਹੋਇਆ ਵੀ ਨੈਗੇਟਿਵ ਹੈ ਨਹੀਂਗਾ ਤਾਂ ਮੈਂ ਅਗਰ a ਦੀ ਵੈਲਿਊ ਸਪੋਜ਼ ਕਰੋ ਮੈਂ 6 ਹੀ ਲੈ ਲੈਣਾ ਤਾਂ b ਨੂੰ ਡਿਵਾਈਡ ਕਰਦਾ ਇਹਦਾ ਦਾ ਕਿਹੜਾ b ਹੋਏਗਾ ਜਿਹੜਾ 6 ਤੋਂ ਡਿਵਾਈਡ ਹੋ ਜਾਏਗਾ a ਤੋਂ ਛੋਟਾ ਤਾਂ ਸਿਰਫ ਮੇਰੇ ਕੋਲ ਇੱਕ ਹੀ ਆਪਸ਼ਨ ਆ 0 ਹੀ ਹੋਏਗੀ ਜਿਹੜੀ 6 ਤੋਂ ਛੋਟੀ ਆ ਤੇ 6 ਨਾਲ ਡਿਵਾਈਡ ਹੋ ਰਹੀ ਆ ਤਾਂ ਆਨਸਰ ਮੇਰਾ ਕਿਹੜਾ ਬਣ ਗਿਆ ਸੀ ਆਨਸਰ ਬਣ ਗਿਆ ਠੀਕ ਹੈ क्योंकि नैगेटिव आप लै नहीं सकते क्योंकि नॉन नैगेटिव बोलिया होया नॉन नैगेटिव का मतलब की होंदा नॉन नैगेटिव ग्रेटर दैन इक्वल टू तो जीरो हो सकता है नेगेटिव ग्रेटर दैन इक्वल टू 0 ओके जी नंबर 3 ਦਾ ਸਮ ਆਪਣੇ ਕੋਲੇ ਅਗਰ c a ਨੂੰ ਡਿਵਾਈਡ ਕਰਦਾ c b ਨੂੰ ਡਿਵਾਈਡ ਕਰਦਾ ਤਾਂ ਇਹ ਇਹਨਾਂ ਦੇ ਲੀਨੀਅਰ ਕੰਬੀਨੇਸ਼ਨ ਨੂੰ ਵੀ ਡਿਵਾਈਡ ਕਰਦਾ ਕਿਉਂਕਿ ਅਗਰ ਆਪਾਂ ਇੱਥੇ m ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਵੀ ਕੋਈ ਫਰਕ ਨਹੀਂ ਪਏਗਾ अगर इन्हें आप n ਦੇ ਨਾਲ ਡਿਵਾਈਡ ਕਰ ਦਈਏ ਤਾਂ ਵੀ ਕੋਈ ਫਰਕ ਨਹੀਂ ਪਏਗਾ ਫਿਰ ਇਹਨਾਂ ਦੋਨੋਂ ਅਗਰ ਮੈਂ ਸਮ ਕਰ ਦੇਵਾਂ ਤਾਂ ਵੀ ਕੋਈ ਫਰਕ ਨਹੀਂ ਪਏਗਾ ਤੁਸੀਂ ਐਗਜ਼ਾਮਪਲ ਲੈ ਕੇ ਵੀ ਦੇਖ ਸਕਦੇ ਹੋ ਤਾਂ ਆਨਸਰ ਮੇਰਾ ਕਿਹੜਾ ਹੈ ਇਹਦਾ E ਨੈਕਸਟ ਚੈੱਕ ਕਰ ਲਓ ਹਾਂਜੀ ਥੋੜਾ ਜਿਹਾ ਸਮ ਇਹ ਲੈਂਥੀ ਸੀਗਾ ਫਿਰ ਵੀ ਆਪਾਂ ਕਰਦੇ ਹਾਂ ਪਹਿਲਾਂ ਤਾਂ ਇਹਨੂੰ ਆਪਾਂ ਇਦਾਂ ਦੇ ਸਮ ਨੂੰ ਪੁੱਟ ਕਰਕੇ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਪਰ ਇਹ ਪੁੱਟ ਕਰਕੇ ਸੋਲਵ ਨਹੀਂ ਹੋ ਰਿਹਾ ਆਪਾਂ ਇਹਨੂੰ ਇਧਰੋਂ ਸੋਲਵ ਕਰਦੇ ਹਾਂ ਲਓ ਜੀ ਦੇਖੋ ਕੀ ਬਣ ਗਿਆ ਮੇਰੇ ਕੋਲ इन्हू कन्वर्ट करना इन्हें में लिख लगा देखो 3 साइन स्क्वायर अल्फा 1 माइनस 2 साइन स्क्वायर बीटा इन्हू लिख दिया आप 3 साइन अल्फा ये बन गया मेरे को कॉस स्क्वायर बीटा बाय साइन अल्फा क्लियर हम दूसरे ਨੂੰ सॉल्व कर दो दूसरा सॉल्व करके देखो मेरे को की बनेगा वो बन गया मेरे को 3 साइन 2 अल्फा माइनस उत्ते फार्मूला लगा देने क्योंकि ਆਪਾਂ ਉਹਨੂੰ बीटा च कन्वर्ट करना तो बीटा च ਜਦੋਂ कन्वर्ट करांगे वो बन जाना मेरे को 2 साइन बीटा एक मिनट जी बीटा च कन्वर्ट करिए कि ਉਹਨੂੰ अल्फा च कन्वर्ट करिए एक मिनट कि कन्वर्ट करिए ताकि मेरा आंसर बन जाए ओके मैं साइन अल्फा की वैल्यू फिल करनी तो इन्हें मैं साइन अल्फा के ही चेंज करदा ये थोड़े को बन जाएगा 3 इनू चेंज कर देना 3 इंटू 2 साइन अल्फा कॉज अल्फा माइनस 2 टाइम्स साइन 2 बीटा इज इक्वल टू 0 लो जी हम आप वैल्यू फिल कर देनी इतने 3 साइन अल्फा की वो बन जाना मेरे को कॉस स्क्वायर बीटा ओवर साइन अल्फा नाल मेरे को इतने 2 रह जाएगा इधर बन गया मेरे को 2 साइन 2 बीटा ओवर कुछ भी नहीं है इन्ना बन गया
ਹੁਣ ਆਪਾਂ ਇਹਨੂੰ ਸੋਲਵ ਸਰ ਨਾਲ ਕਰੀਏ। cos alpha ਲੈ ਗਏ ਨਾ ਸਰ ਫਸਟ वन में। ਹਾਂਜੀ cos ਅਲਫਾ, ਹਾਂਜੀ cos ਅਲਫਾ ਰਹਿ ਗਿਆ ਪਹਿਲੇ, cos ਅਲਫਾ ਰਹਿ ਗਿਆ। ਹੁਣ ਆਪਾਂ ਇਹਨੂੰ ਵੀ ਚੇਂਜ ਕਰ ਲਈਏ ਜਰਾ, cos ਸਕੁਅਰ ਬੀਟਾ। ਓਕੇ ਜੀ, ਆਪਾਂ ਇਹਨੂੰ ਚੇਂਜ ਕਰ ਦਈਏ ਇੱਥੇ ਤਾਂ ਜ਼ਿਆਦਾ ਬੈਟਰ ਰਹੇਗਾ ਆਪਣੇ ਕੋਲੇ cos 2 ਦੇ ਵਿੱਚ ਚੇਂਜ ਕਰਨਾ, ਕਿਉਂਕਿ ਤਾਂ ਫਿਰ ਮੇਰੇ ਕੋਲ ਸੌਖਾ ਆ ਜਾਏਗਾ। ਇਹਨੇ ਮੇਰੇ ਕੋਲ ਕੀ ਬਣ ਜਾਣਾ ਇੱਥੇ, this is equal to cos 2 ਬੀਟਾ, ਕਿਉਂਕਿ ਮੈਨੂੰ cos 2 ਬੀਟਾ ਚਾਹੀਦਾ, ਫਾਰਮੂਲੇ ਤਾਂ ਆਪਣੇ ਕੋਲੇ ਉਹ ਵੀ ਆ। ਓਕੇ ਜੀ, ਹੁਣ ਹੋ ਜਾਏਗਾ ਆਪਣੇ ਕੋਲ, ਇਹ ਬਣ ਗਿਆ ਮੇਰੇ ਕੋਲੇ cos 2 ਬੀਟਾ ਓਵਰ sin ਅਲਫਾ। ਇੱਥੇ ਵੀ ਮੇਰੇ ਕੋਲ, ਕਿਉਂਕਿ ਇਹ ਸਕੇਅਰ ਵਾਲੇ ਨੇ ਤਾਂ ਮੈਨੂੰ ਕੋਈ ਫਾਇਦਾ ਹੀ ਨਹੀਂ ਕਰਨਾ, ਇਹ ਬਣ ਜਾਏਗਾ ਮੇਰੇ ਕੋਲੇ cos 2 ਬੀਟਾ। ਹੁਣ ਆਨਸਰ ਆ ਗਿਆ ਜੀ, ਇਹਨੂੰ ਮੈਂ ਐਲਸੀਐਮ ਲਿਆ, ਉਧਰ ਮਲਟੀਪਲਾਈ ਕਰ ਦਿੰਦੇ ਆ, 2 ਰਾਈਟ ਸਾਈਡ ਤੇ ਕਾਮਨ ਕਰ ਲੈਂਦੇ ਆ, ਬਣ ਗਿਆ ਮੇਰੇ ਕੋਲੇ cos 2 ਬੀਟਾ cos ਅਲਫਾ, ਇਹ ਬਣ ਗਿਆ ਮੇਰੇ ਕੋਲੇ sin 2 ਬੀਟਾ ਤੇ sin ਅਲਫਾ अपॉन sin अल्फा। sin अल्फा भी भावें उधर भेज दियो ते दूजे ने भी उधर भेज दियो, तो ये तुहाडे कोल की रह जाना, फार्मूला बन जाना जस्ट cos अल्फा प्लस 2 बीटा इज इक्वल टू 0। cos a cos b माइनस sin a sin b हुंदा मेरे कोल cos a प्लस b। ਜਦੋਂ मैं इन्हू सॉल्व कर गया, ये मेरे कोल की बन गया अल्फा प्लस 2 बीटा की वैल्यू कितनी बन गई, π/2 बन गया। क्लियर, आंसर मेरा केड़ा बन गया ਇਹਦੇ ਚੋਂ फर्स्ट। सर स्क्रीन को शो नहीं हो रहा, ਤੁਹਾਡੇ ਲਿਖਣ ਤੋਂ ਕਾਫੀ ਦੇਰ ਬਾਅਦ ਆਉਂਦਾ ਹੈ। नेटवर्क बेस्ड कोई नहीं दिक्कत आ रही है। एक सेकंड होल्ड करो जरा। हाँ जी, हुण हुई प्रॉब्लम सॉल्व सही? हेलो, हाँ जी सर। बिल्कुल सही शो हो रही है ना हुण? हाँ जी सम कंप्लीट सोल्व हो गया? ओके जी, क्वेश्चन 24 ਤਾਂ ਆਪਾਂ ਪਹਿਲਾਂ ਹੀ ਕਰਿਆ ਹੋਇਆ, ਰਿਪੀਟਡ ਕੁਐਸਚਨ ਸੀਗਾ। ਕੀ ਕਹਿ ਰਿਹਾ ਮੇਰੇ ਕੋਲ, sin θ1 sin θ2 प्लस sin θ3, ਇਹ ਕਿਹਦੇ ਬਰਾਬਰ ਆ, 3 ਦੇ ਬਰਾਬਰ ਆ। ਤਾਂ ਆਪਾਂ θ1 θ2 ਤੇ θ3 ਨੂੰ ਕਿੰਨਾ ਫਿਲ ਕਰ ਦਿੰਦੇ ਆ ਆਪਾਂ, π/2 ਫਿਲ ਕਰ ਦਿੰਦੇ ਆ। जीरो आंसर आएगा। ਹਾਂਜੀ, cos ਦੇ ਵਿੱਚ ਵੀ ਆਪਾਂ ਤਿੰਨਾਂ ਨੇ ਫਿਲ ਕੀਤਾ, cos π/2 ਆਪਾਂ ਨੂੰ ਪਤਾ ਹੈ 0 ਹੁੰਦਾ, ਇਹ ਮੇਰੇ ਕੋਲ 0 ਆ ਗਿਆ। ਠੀਕ ਹੈ, ਉੱਪਰਲਾ ਸਮ ਆਪਾਂ ਨੂੰ ਸੋਲਵ ਵੀ ਕਰਨਾ ਪੈਣਾ ਸੀ, ਹੋਰ ਕੋਈ ਹੱਲ ਨਹੀਂ ਸੀਗਾ। ਹਾਂਜੀ, ਅਗਲਾ ਦੇਖ ਲਓ ਜੀ, ਵੈਲਿਊ ਫਾਈਂਡ ਕਰਨੀ ਆਪਾਂ, ਤਾਂ ਪਹਿਲਾਂ ਆਪਾਂ 25 ਫਾਈਂਡ ਕਰ ਲੈਂਦੇ, ਫਿਰ 26 ਕਰ ਲੈਂਦੇ, ਮਲਟੀਪਲਾਈ ਕਰ ਦਿਓ ਉੱਪਰ ਜਦ, ਇਹਨੇ ਬਣ ਜਾਣਾ ਤੁਹਾਡੇ ਕੋਲ 1 प्लस tan अल्फा tan 4 अल्फा प्लस tan अल्फा ਤੇ tan 4 अल्फा इज इक्वल टू 2। ਹਾਂਜੀ, ਹੁਣ ਆਪਾਂ ਇਹ ਤੋਂ ਸੋਲਵ ਕਰਕੇ ਫਾਰਮੂਲਾ ਬਣਾਉਣਾ ਜਰਾ। ਫਾਰਮੂਲਾ ਕਿਵੇਂ ਬਣੇਗਾ ਦੇਖੋ, ਸਾਰਿਆਂ ਨੂੰ ਇੱਕੋ ਸਾਈਡ ਦੇ ਕੋਲ ਲੈ ਕੇ ਚੱਲੀਏ, ਕੀ ਬਣਦਾ ਦੇਖਦੇ ਹਾਂ। ਲਓ ਜੀ, ਇਹ ਬਣ ਜਾਏਗਾ, ਇਹਨੂੰ ਇੱਧਰ ਰਹਿਣ ਦਿੰਦੇ ਆਪਾਂ, tan ਅਲਫਾ ਪਲਸ tan 4 ਅਲਫਾ, ਤਾਂ ਕਿ ਆਪਾਂ ਇਹਨੂੰ ਨੀਚੇ ਡਿਵਾਈਡ ਦੇ ਵਿੱਚ ਲੈ ਆਈਏ। ਇਹਨੇ ਬਣ ਜਾਣਾ 2 ਮਾਈਨਸ 1 ਮਾਈਨਸ tan ਅਲਫਾ ਤੇ tan 4 ਅਲਫਾ, ਇਹ ਬਣ ਗਿਆ ਤੁਹਾਡੇ ਕੋਲ 1 ਮਾਈਨਸ tan ਅਲਫਾ tan 4 ਅਲਫਾ। ਲਓ ਜੀ, ਹੁਣ ਇਹ ਸਾਰਿਆਂ ਨਾਲ 1 ਤਾਂ ਮਲਟੀਪਲਾਈ ਹੋ ਹੀ ਰਿਹਾ, ਇੱਧਰ ਫਿਰ ਨੀਚੇ ਭੇਜ ਦਿੱਤਾ, ਤਾਂ ਤੁਹਾਡੇ ਕੋਲ ਫਾਰਮੂਲਾ ਬਣ ਗਿਆ ਇੱਕ, ਇਹ ਬਣ ਗਿਆ ਤੁਹਾਡੇ ਕੋਲ tan ਅਲਫਾ प्लस tan 4 अल्फा डिवाइडेड बाय 1 माइनस tan अल्फा ते tan 4 अल्फा इज इक्वल टू 1। कादा फार्मूला होंदा जी मेरे को? हाँ जी, हाँ जी, tan इनवर्स tan, एक मिनट जी,
ये बन जाएगा थोड़े कोले अल्फा प्लस 4 अल्फा इज इक्वल टू 1। तो थोड़े कोले 5 अल्फा कि बराबर बन गया tan इनवर्स 1 दे। अल्फा की वैल्यू कितनी बन गई π/20, क्योंकि ये वैल्यू कितनी होंगी है मेरे को π/4। तो आंसर मेरे को किहड़ा बन गया ए। ओके जी, सैकेंड देख लो जी। ओके जी, सैकेंड वास्ते अपने को जगह थोड़ी जी घट है इतने, फिर भी आप इतने ट्राई कर लें ताकि आप सेव कर सकी। ਜਾਂ एक बार मैं इन्ना सेव कर देना, फिर इन्हू मैं रब कर लूँगा, ठीक है। ओके जी, इन्हू सॉल्व करते हैं आप। इन्हें की बन जाना मेरे को 26 सम, इन्हें मेरे को रब कर दे लगा ये सम। ये बन जाना मेरे को m/n tan थीटा प्लस 120 डिग्री ओवर tan थीटा माइनस 30 डिग्री। तो आप ऊपर लेना सॉल्व करते हैं, बन गया मेरे को m/n ते चेंज करांगे इन्हू कॉट दे विच चेंज कर लो। तो देखो की बनता पे, इन्हें बन जाना थोड़े को माइनस कॉट 30 डिग्री, ये थोड़े को की बन गया tan थीटा माइनस 30 डिग्री। क्लियर। लो जी, हम आप सॉल्व कर दें। जो सॉल्व एक मिनट जी, ऊपर 30 नहीं बनेगा, ऊपर बनेगा थोड़े को थीटा प्लस 30 डिग्री, ठीक है जी। हुण आप इदां दी वैल्यू फिल करनी है जिहदे नाल मेरा कुछ ना कुछ आंसर बन जाए। तो मैं की फिल करदा, थीटा नू अगर मैं इत्थे 60 डिग्री फिल कर देना तो मेरे को देखो की बनेगा m/n माइनस कॉट 90 अपॉन tan 30 डिग्री। क्लियर। हम इनू सॉल्व कर दो, जो सॉल्व करोगे तो थोड़े कोल की बनेगा m/n, इसकी वैल्यू होगी 0। हाँ जी, ये वैल्यू बनेगी थोड़े कोल 1/√3। √3 उपर भेज दो भावें, जो उपर भेजा तो थोड़े कोल कितना बन गया 0 उपर माइनस ये थले बन गया 1। क्लीयर है जी। हुण आप m ते n की वैल्यू फाइंड कर लेती। हुण आपां नूं की चाहिदा m+n m-n। तो जो तुसीं सॉल्व किया कितना बन गया -0 +1 -0 -1, यही बन गया ना जी। तो ओवरऑल थोड़े को आंसर कितना आ गया -1। और ऑप्शन दे विच फिल करके देखो किहदा आंसर थोड़े को -1 आ रहा। पहला देखो sin 120 डिग्री, sin 120 का मतलब की होंदा मेरे को नेगेटिव cos 30 डिग्री। तो cos 30 डिग्री की वैल्यू कितनी होंगी थोड़े को √3/2, यानी कि फर्स्ट ऑप्शन है नहीं। सैकेंड चेक कर लो जी, 2 × cos 120 डिग्री, आंसर बन जाएगा ये देख लो। 2 × सैकेंड आ इतने पॉजिटिव बन जाना है क्योंकि सैकेंड के cos पॉजिटिव होंदा। हाँ जी, सैकेंड के cos नैगेटिव होंदा, तो इन्हें बनना है मेरे को sin 30 डिग्री नैगेटिव का। ये बन जाना है 2 × -1/2, तो आंसर -1 आ गया। तो थर्ड के चेक कर लो थोड़े को tan 120 डिग्री। हाँ जी, एंगल 120 आप थीटा 60 डिग्री लिया ना, तो फिर थोड़े को कितना हो जाएगा 120 डबल हो जाएगा। इन्हें कितना बन जाना थोड़े को नैगेटिव का cot 30, तो वो भी ये बराबर नहीं होता। तो मेरे को आंसर किहड़ा बन गया जस्ट बी।
क्योंकि उवें ਇਹਨੂੰ ਸੋਲਵ ਕਰੋਗੇ ਤਾਂ ਬਹੁਤ ਲੰਬਾ ਪੈ ਜਾਣਾ, ਤੁਹਾਨੂੰ ਥੀਟਾ ਹੀ ਫਿਲ ਕਰਨਾ ਪੈਣਾ। ਤੁਸੀਂ ਕੋਈ ਥੀਟੇ ਦੀ ਹੋਰ ਵੈਲਿਊ ਫਿਲ ਕਰ ਲਿਓ ਜਿਹਦਾ ਤੁਹਾਡਾ ਆਨਸਰ ਮੈਚ ਕਰ ਜਾਏ, ਠੀਕ ਹੈ, ਕਿਉਂਕਿ ਆਪਾਂ ਇਦਾਂ ਦੇ ਸਮ ਇਵੇਂ ਹੀ ਕਰੇ ਹੋਏ ਥੀਟਾ ਦੀ ਵੈਲਿਊ ਫਿਲ ਕਰ ਕਰ। ਹਾਂਜੀ 27 ਫੇਵਰਿਟ ਕੁਐਸਚਨ ਹੋਣਾ ਚਾਹੀਦਾ ਹੁੰਦਾ ਤੁਹਾਡਾ। ਮੈਕਸਿਮਮ ਤੇ ਮਿਨੀਮਮ ਵੈਲਿਊ ਫਾਈਂਡ ਕਰਨੀ ਹੈ, ਤਾਂ ਮੈਕਸਿਮਮ ਕਿੰਨੀ ਹੋਏਗੀ ਤੁਹਾਡੇ ਕੋਲੇ? ਹਾਂਜੀ 24 ਦਾ ਸਕੁਅਰ ਪਲੱਸ 7 ਦਾ ਸਕੁਅਰ। ਚੈੱਕ ਕਰ ਲਓ ਕਿੰਨਾ ਆ ਰਿਹਾ, ਠੀਕ ਹੈ ਜੀ। ਚੈੱਕ ਕਰਕੇ ਦੱਸ ਦਿਓ ਉਹਨਾਂ ਚਿਰ ਆਪਾਂ ਅਗਲਾ ਕਰ ਲੈਣਾ। देखो 24 तो आएगा नहीं, क्योंकि 24 तो ज्यादा बनेगा, ये 25 A6 25 बन जाएगा, तो 25 ही बनेगा मेरे हिसाब से, तो क्योंकि 24 तो आएगा नहीं, क्योंकि 7 हो रहा ऐड हो रहा, ये तो वैसे छोटियां, तो आंसर एक ही बनता पाया 25। ओके जी, सॉल्व करने की जरूरत नहीं सी। कहता ਇਹਦੀ ग्रेटर वैल्यू कितनी होएगी, यानी कि ਆਪਾਂ ਇਹਨੂੰ सॉल्व करते हैं पहला, ਇਹਨੂੰ ਆਪਾਂ ਮੈਕਸਿਮਮ ਮਿਨੀਮਮ ਦੇ ਵਿੱਚ ਲੈ ਜਾਂਦੇ ਆ ਤੇ ਸੋਲਵ ਕਰਕੇ ਦੇਖਦੇ ਆ ਇਹਦਾ ਆਨਸਰ ਕਿੰਨਾ ਬਣਦਾ। ਲਓ ਜੀ, ਇਹ ਮੈਂ ਕਹਿ ਦਿੰਦਾ f ਥੀਟਾ ਮੇਰੇ ਕੋਲ ਕੋਈ ਵੀ ਫੰਕਸ਼ਨ ਆ cos 2 ਥੀਟਾ ਪਲੱਸ 2 cos ਥੀਟਾ, ਤੇ ਇਹਦਾ ਡੈਰੀਵੇਟਿਵ ਕਰ ਦਿਓ। ਇਹ ਬਣ ਗਿਆ ਤੁਹਾਡੇ ਕੋਲ 2 ਨੈਗੇਟਿਵ ਦਾ sin 2 ਥੀਟਾ। ਅਗਲਾ ਬਣ ਗਿਆ ਫਿਰ ਮੇਰੇ ਕੋਲ ਨੈਗੇਟਿਵ ਦਾ 2 sin ਥੀਟਾ। ਹੁਣ ਇਜ਼ ਇਕੁਅਲ ਟੂ 0 ਫਿਲ ਕਰਦੇ ਹੁੰਦੇ, ਇੱਥੇ ਮੈਂ 0 ਫਿਲ ਕਰ ਦੇਣਾ, ਤਾਂ ਤੁਹਾਡੇ ਕੋਲ, ਠੀਕ ਹੈ, ਇਹਨੂੰ सॉल्व कर लेने, ये बन गया थोड़ा -2 इंटू 2 इंटू साइन थीटा कॉस थीटा, -2 साइन थीटा इज इक्वल टू 0। तो तुसी -2 साइन थीटा बाहर निकाल लो, अंदर रह गया थोड़े को 2 कॉस थीटा प्लस 1 इज इक्वल टू 0। तो थोड़े को साइन थीटे की वैल्यू आ गई 0, ठीक है जी। सैकेंड आ गया थोड़े को cos थीटा, cos थीटा कितना बन गया थोड़े को -1/2। ਹੁਣ cos थीटा -1/2 ਕਿੱਥੇ ਬਣਦਾ, ਆਪਾਂ ਹੁਣੇ ਫਾਈਂਡ ਕਰਕੇ ਆਏ ਆ। ਇੱਕ ਤਾਂ ਉਹ ਕਿੱਥੇ ਬਣਦਾ 120 ਡਿਗਰੀ ਤੇ, ਪਿਛਲੇ ਸਮ ਦੇ ਵਿੱਚ। ਇਹ ਤੁਹਾਡੇ ਕੋਲ 0 ਕਿੱਥੇ ਬਣੇਗਾ, ਜਾਂ 0 ਤੇ ਬਣੇਗਾ ਜਾਂ ਪਾਈ ਤੇ ਬਣੇਗਾ, ਠੀਕ ਆ। ਆਪਾਂ ਇੰਨੇ ਕਿਤੇ ਹੀ ਚੈੱਕ ਕਰ ਲੈਨੇ ਆ, ਕਿਉਂਕਿ ਇੱਕ ਇੰਟਰਵਲ ਲੈ ਲਿਆ ਆਪਾਂ 0 ਤੋਂ ਪਾਈ ਸਾਰਾ ਹੀ, ਉਹ ਸਾਰੀਆਂ ਵੈਲਿਊ ਹੀ ਰਿਪੀਟਡ ਹੁੰਦੀਆਂ। ਲਓ ਜੀ, ਆਪਾਂ ਇਸ ਤਰ੍ਹਾਂ ਲਾਈਨ ਡਰਾ ਕਰਦੇ ਆ। ਇਹ ਮੇਰੇ ਕੋਲ 0 ਵੈਲਿਊ ਆ ਗਈ, ਇਹ ਮੇਰੇ ਕੋਲ ਕੋਈ ਪਾਈ ਵੈਲਿਊ ਆ ਗਈ, ਇਹ ਮੇਰੇ ਕੋਲ ਇੱਥੇ ਕੋਈ 120 यानी कि डिग्री आ गया। तो एक तो तुसी ਇਹਦੇ ਤੋਂ ਪਿਛਲੀ ਵੈਲਿਊ ਫਿਲ ਕਰੋ, ਕਿਉਂਕਿ ਆਪਾਂ ਮੈਕਸਿਮਮ ਮਿਨੀਮਮ ਫਾਈਂਡ ਕਰਨਾ। 120 ਤੋਂ ਪਿੱਛੋਂ ਮੈਂ 90 ਡਿਗਰੀ ਫਿਲ ਕਰ ਦੇਣ ਲੱਗਾ ਥੀਟਾ ਦੇ ਵਿੱਚ, ਇਹਦੇ ਵਿੱਚ, ਤਾਂ ਮੇਰੇ ਕੋਲ ਕੀ ਬਣੇਗਾ ਚੈੱਕ ਕਰ ਲਓ। ਹਾਂਜੀ ਦੱਸ ਦਿਓ ਜੀ। ਸਰ ਨੈਗੇਟਿਵ ਵੈਲਿਊ ਆਏਗੀ, ਚੈੱਕ ਕਰ ਲੈਨੇ ਆਪਾਂ। ਹਾਂਜੀ ਨੈਗੇਟਿਵ ਆ ਰਹੀ ਜੀ। ਹਾਂਜੀ ਅਗਲੇ ਬੰਨੇ ਚੈੱਕ ਕਰ ਲਓ, ਤੁਹਾਡੇ ਕੋਲ ਪੋਜ਼ਿਟਿਵ ਆ ਜਾਏਗੀ, ਠੀਕ ਹੈ ਜੀ। ਅਗਲੇ ਬੰਨੇ ਤੁਹਾਡੇ ਕੋਲ ਕਿੰਨੀ ਆ ਜਾਏਗੀ, ਪੋਜ਼ਿਟਿਵ ਆ ਜਾਏਗੀ। ਤਾਂ ਨੈਗੇਟਿਵ ਟੂ ਪੋਜ਼ਿਟਿਵ ਮੇਰੇ ਕੋਲ ਕੀ ਹੁੰਦਾ, ਮਿਨੀਮਮ, यानी कि मिनिमम वैल्यू मेरे को इस पॉइंट ते लाई कर दी है, ठीक है। बाकी सारिया वैल्यू इस तो की होणगियां, ज़्यादा होणगियां। ये आप जो फिल करते हैं, देखो तुहाडे कोले F120 फिल करते हैं, तो ये तुहाडे कोले आंसर आ जाएगा -3/2। इहनूं सॉल्व कर लियो तुसीं, इहदे च फिल कर दित्ती मैं नंबर 1 दे विच। तो यानी कि मिनिमम वैल्यू इन्नी आ, बाकी सारिया वैल्यू की आ ਇਹਦੇ ਤੋਂ ਜ਼ਿਆਦਾ ਹੋਣਗੀਆਂ, ਘੱਟ ਤੋਂ ਘੱਟ ਕਿੰਨੀ ਆ -3/2। ਇਹ ਮੇਰਾ ਆਨਸਰ ਕਲੀਅਰ। ਫਿਰ ਆਪਸ਼ਨ ਏ ਆਏਗੀ, ਨਾ ਇਕੁਅਲ ਟੂ ਵੀ ਆਏਗਾ ਨਾ, ਇਸ ਪੁਆਇੰਟ ਤੇ ਇਕੁਅਲ ਟੂ ਵੈਲਿਊ ਆ ਗਈ -3/2, ਆਨਸਰ ਸੀ ਆ ਗਿਆ। ਸੀ ਆਏਗੀ, ਹਾਂਜੀ, ਕਿਉਂਕਿ ਇਕੁਅਲ ਟੂ ਵੀ ਸਾਈਨ ਪਾਇਆ ਵਿੱਚ। ਹਾਂਜੀ ਓਕੇ ਜੀ, CD ਫਾਰਮੂਲਿਆਂ ਦੀ ਗੇਮ ਆ ਸਾਰੀ, ਤੇ ਲਗਾ ਦਿਓ ਜਰਾ ਫਟਾਫਟ। sin 78 ਤੇ ਕਲੱਬ ਕਰ ਲਿੱਤਾ ਇਹਨੂੰ ਮੈਂ, ਕਿਹਦੇ ਨਾਲ ਕਰੀਏ ਵੀ ਆਪਾਂ ਇਹਨੂੰ 42 ਦੇ ਨਾਲ ਕਰ ਲਓ, ਕਿ C - D ਦਾ ਫਾਰਮੂਲਾ ਲਗਾਉਣਾ ਤੁਸੀਂ। ਅਗਲਾ ਮਾਈਨਸ ਮੈਂ ਬਾਹਰ ਨਿਕਾਲ ਲਿਆ, sin 60 डिग्री 66, ਤੇ ਇਹ ਬਣ ਗਿਆ ਤੁਹਾਡੇ ਕੋਲ sin। ਹਾਂਜੀ ਇਹਨੂੰ ਸੋਲਵ ਕਰਨਾ ਜਰਾ, ਕਰ ਦਿਓ ਫਟਾਫਟ। CD ਫਾਰਮੂਲਾ
मैं फार्मूलेज लिख देना ਤੁਹਾਨੂੰ जो जो वैल्यूज ਇਹਦੇ ਚ यूज ਹੋਣੀਆਂ ਉਹ ਵੀ ਲਿਖ ਦੇਣਾ ਤਾਂ ਕਿ ਆਪਣਾ ਟਾਈਮ ਵੇਸਟ ਨਾ ਹੋਵੇ ਇਹਦੇ ਤੇ ਕਿ ਸੀਡੀ ਫਾਰਮੂਲੇ ਲਗਾਉਣ ਤੇ ਕਾਫੀ ਟਾਈਮ ਲੱਗ ਜਾਂਦਾ। ਹਾਂਜੀ sin c - d ਦਾ ਫਾਰਮੂਲਾ ਤੁਹਾਡੇ ਕੋਲ ਕੀ ਹੁੰਦਾ sin c - sin d 2 cos c plus d by 2 ਤਾਂ ਇੱਥੇ ਤੁਹਾਡੇ ਕੋਲੇ ਬਣ ਜਾਣਾ ਇਹਨੇ sin c - d by 2 ਤਾਂ ਮੈਂ ਇਹਨੂੰ ਫਟਾਫਟ ਇਹਦਾ ਆਨਸਰ ਹੀ ਲਿਖ ਦਿੰਦਾ। ਇਹਨੂੰ ਜੋ ਸੋਲਵ ਕਰੋਗੇ ਤੁਹਾਡੇ ਕੋਲ ਬਣ ਜਾਣਾ 2 cos 60 sin 18 डिग्री माइनस 2 cos 36 डिग्री ਤੇ ਬਣ ਜਾਣਾ sin 30 डिग्री। ਇਹਨਾਂ ਦੋਵਾਂ ਦੀ ਤਾਂ ਵੈਲਿਊ ਤੁਹਾਨੂੰ ਪਤਾ ਆ 60 ਤੇ 30 ਦੀ ਤਾਂ ਬਾਕੀ ਤੁਹਾਡੇ ਕੋਲ ਕਿੰਨਾ ਨੰਬਰ ਰਹਿ ਜਾਣਾ ਇੱਥੇ ਜਸਟ sin 18 ਤੇ cos 36 ਇਹਨਾਂ ਦੋਵਾਂ ਦੀ ਵੈਲਿਊ ਫਿਲ ਕਰ ਦਿਓ। ਇਹਨਾਂ ਦੋਵਾਂ ਦੀ ਵੈਲਿਊ ਹੁੰਦੀ ਹੈ ਤੁਹਾਡੇ ਕੋਲ √5 - 1/4 ਸੈਕੰਡ ਦੀ ਹੁੰਦੀ ਹੈ ਮੇਰੇ ਕੋਲ √5 + 1/4 ਠੀਕ ਹੈ। ਜਦੋਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਣਾ -1/2 ਚੈੱਕ ਕਰ ਲਓ ਸੋਲਵ ਕਰਕੇ। क्लियर हाँ जी सिमिलर हाँ जी ਇਹਦੀ याद ही करनी पैनी ਇਹਦਾ कोई हल नहीं। लो जी अगला चेक कर लो। अगला होएगा ਤੁਹਾਡੇ ਕੋਲੇ tan 9 ਇਹਦਾ 18 ਦੇ ਨਾਲ ਆਪਾਂ ਕਲੱਬ ਕਰ ਲੈਣਾ। ਲਓ ਜੀ ਤੁਹਾਡੇ ਕੋਲ ਹੋਏਗਾ tan 81 क्योंकि 90 बनाना आप दूसरे ਦੇ ਵਿੱਚੋਂ मैं ਕੀ कर लेता माइनस बाहर ਕੱਢ लेता tan 63 माइनस tan 27 ठीक है जी प्लस का बन गया। हाँ जी हुण मैं इन्हें लिखदा cot 81 डिग्री क्योंकि कोई फर्क नहीं पैना इन्हें मैं लिखदा जी cot 27 डिग्री। हाँ जी हुण दोनों नूं आपां सॉल्व कर देने मैं उपर वाला रब कर देने लगा नोट कर लो जी क्योंकि हुण ये चलो एक बार इत्थे भी मैं सेव कर देना इन्ना कि फिर फाइल्स काफ़ी बन जानियां इन्हां विच लभे ना उपरला रब कर दे लगा ताकि इन्हूं इत्थे सॉल्व कंप्लीट कर सकीए। हाँ जी साइन कॉस्ट चेंज करके सॉल्व करना शुरू कर दो मैं रब कर ला जी थोड़े को की बन गया cos 81 डिवाइडेड बाय sin 81 अगला बन गया थोड़े को sin 81 अपॉन cos 81 एल्सियम लैके सॉल्व कर दो फटाफट। अगला बन गया थोड़े को cos 27 अपॉन sin 27 अगला थोड़े को बन गया जी sin 27 अपॉन cos 27 हाँ जी एल्सियम लिया उपर बन जाना थोड़े को cos स्केयर प्लस sin स्केयर और वैल्यू होंगी 1 थले बन जाना थोड़े को sin 81 ते cos 81 क्लियर माइनस इधर बन जाना थोड़े को फिर यदी वैल्यू 1 यदी वैल्यू स्केयर करके 1 अपॉन sin 27 ते cos 27 हाँ जी 2 ਦੇ ਨਾਲ ਕੀ ਕਰਦੇ ਹੋ ਮਲਟੀਪਲਾਈ ਕਰਦੇ ਹੋ ਉੱਪਰ ਵੀ ਤੇ ਨੀਚੇ ਵੀ ਜਦੋਂ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਤੁਹਾਡੇ ਕੋਲ sin 2ab ਦਾ ਫਾਰਮੂਲਾ ਬਣ ਗਿਆ क्योंकि न्यूमेरिकल वाला सम सी पाना बनता नहीं सीगा एडा वड्डा सम ये बन गया थोड़े कोल 2 अपॉन sin 162 इन्हें थोड़े कोल कितना बन जाना 2 अपॉन sin 54 क्लियर।
वैसे एक आप छोटी जी गड़बड़ करती है, इनू आप 18 ਦੇ ਵਿੱਚ ਚੇਂਜ ਕਰ ਦੇਣਾ, ਜ਼ਿਆਦਾ ਵਧੀਆ ਰਹਿਣਾ ਸੀ। ਚਲੋ ਹੁਣ ਕਰ ਲੈਨੇ ਆਪਾਂ ਇਹਨੂੰ। ਜਦੋਂ ਇਹਨੂੰ ਚੇਂਜ ਕਰੋਗੇ ਤਾਂ ਇਹਨੇ ਕਿੰਨਾ ਬਣ ਜਾਣਾ, cos 18 ਬਣ ਜਾਣਾ, sin 18। ਠੀਕ ਹੈ ਜੀ, ਇੱਥੇ ਆਪਾਂ 9 ਚ ਚੇਂਜ ਕਰ ਦੇਣਾ, ਇਹਨੇ 18 ਬਣ ਜਾਣਾ। ਹੁਣ ਇਹਨੂੰ ਆਪਾਂ ਲਿਖ ਸਕਦੇ ਹਾਂ sin 180 ਡਿਗਰੀ ਮਾਈਨਸ 18 ਡਿਗਰੀ। ਤਾਂ ਇਹਨੂੰ ਆਪਾਂ ਇਦਾਂ ਲਿਖ ਦੋ ਪਾਉਂਗੇ sin 18 डिग्री, कोई फर्क नहीं है, sin 54। ਹੁਣ फिर अगेन ਇਹਨੂੰ ਆਪਾਂ ਸੋਲਵ ਕਰਨਾ। ਸੋਲਵ ਕਿਵੇਂ ਕਰਨਾ, ਉੱਪਰ ਮਲਟੀਪਲਾਈ ਕਰਕੇ ਇਧਰ ਮਲਟੀਪਲਾਈ ਕਰਕੇ ਫਿਰ sin CD ਫਾਰਮੂਲਾ ਲੱਗੇਗਾ। ਹਾਂਜੀ, ਜਰਾ ਸੋਲਵ ਕਰ ਦਿਓ, ਇਹਨੂੰ ਵੀ ਬਣ ਜਾਣਾ 2 sin 54 डिग्री, इधर बन जाना ਤੁਹਾਡੇ ਕੋਲੇ 2 sin 18 डिग्री। ਤਾਂ ਡਿਨੋਮੀਨੇਟਰ ਦੇ ਵਿੱਚ ਤੁਹਾਡੇ ਕੋਲ ਕਿੰਨਾ ਬਣ ਜਾਣਾ, sin 80 डिग्री ਤੇ sin 54 डिग्री। ਹੁਣ ਅੱਗੇ ਸੋਲਵ ਕਰਕੇ ਤੁਹਾਡਾ ਆਨਸਰ ਆ ਜਾਏਗਾ। ਆਨਸਰ ਤੁਹਾਡਾ ਕਿੰਨਾ ਬਣ ਜਾਏਗਾ, ਇਹ ਆਨਸਰ ਬਣ ਜਾਏਗਾ ਤੁਹਾਡੇ ਕੋਲ 4। ਨੋਟ ਕਰ ਲਓ ਜੀ, CD ਫਾਰਮੂਲਾ ਲਗਾਉਣਾ ਬਸ ਹੁਣ ਇੱਥੇ। ਠੀਕ ਹੈ ਜੀ, CD ਫਾਰਮੂਲਾ ਲਗਾਉਣਾ, ਦੋਨੋਂ ਕੱਟੇ ਜਾਣੇ ਆਪਸ ਦੇ ਵਿੱਚ। ठीक है जी, तो ਤੁਹਾਡੇ ਕੋਲੇ ਆਨਸਰ ਕਿਹੜਾ ਬਣ ਜਾਣਾ, ਇਹਨੂੰ ਕੰਪਲੀਟ ਕਰ ਲਿਓ। ਜੇ ਨਹੀਂ ਕੰਪਲੀਟ ਹੋਇਆ ਤਾਂ ਮੈਨੂੰ ਦੱਸ ਦਿਓ। ਹਾਂਜੀ, ਅਗਲਾ ਦੇਖ ਲਓ ਜੀ। ਅਗਲਾ ਵੀ ਬਿਲਕੁਲ ਸਿਮਿਲਰ ਇਸੇ ਤਰ੍ਹਾਂ ਦਾ ਹੀ ਸਮ ਸੀਗਾ ਮੇਰੇ ਕੋਲੇ। ਕੀ ਬਣ ਜਾਣਾ ਉਹਨੇ, ਦੇਖੋ sin 10, ਇਹਨੂੰ ਵੀ ਮੈਂ 2 ਦੇ ਨਾਲ ਮਲਟੀਪਲਾਈ ਕਰ ਦਿੱਤਾ, 2 ਦੇ ਨਾਲ ਡਿਵਾਈਡ ਕਰ ਦਿੱਤਾ, ਇਹਨੂੰ ਵੀ ਮੈਂ 2 ਦੇ ਨਾਲ ਮਲਟੀਪਲਾਈ ਕਰ ਦਿੱਤਾ, 2 ਦੇ ਨਾਲ ਡਿਵਾਈਡ ਕਰ ਦਿੱਤਾ। 2 ਬਾਹਰ ਨਿਕਾਲ ਕੇ ਇਹ 1/2 ਰਹਿ ਗਿਆ। 1/2 ਨੂੰ ਮੈਂ ਕੀ ਲਿਖ ਦਿੰਦਾ ਇੱਧਰ, ਮੈਂ ਇੱਕ ਫਾਰਮੂਲਾ ਬਣਾ ਲਾ ਜਿਹਦੇ ਨਾਲ ਮੇਰੇ ਕੋਲੇ ਆਨਸਰ ਕੋਈ ਨਾ ਕੋਈ ਬਣਦਾ ਬਣ ਜੇ। ਤਾਂ ਇਹਨੂੰ ਮੈਂ ਕੀ ਲਿਖਾਂ, ਹਾਂਜੀ ਕੀ ਲਿਖੀਏ ਬਈ ਇਹਨੂੰ, ਜਿਹੜਾ ਆਪਣਾ ਆਨਸਰ ਲੋਟ ਆ ਜਾਏ। ਓਕੇ ਜੀ, ਇਹਨੂੰ ਲਿਖਦੇ ਹਾਂ ਆਪਾਂ sin 30 डिग्री। ਇਹ ਬਣ ਗਿਆ ਮੇਰੇ ਕੋਲੇ ਡਿਨੋਮੀਨੇਟਰ ਦੇ ਵਿੱਚ sin 10 ਮਾਈਨਸ, ਇਹ ਬਣ ਗਿਆ ਤੁਹਾਡੇ ਕੋਲੇ 2 ਬਾਹਰ ਨਿਕਲ ਗਿਆ ਤੇ ਇਹ ਬਣ ਜਾਏਗਾ ਤੁਹਾਡਾ cos 60 ਹਾਂਜੀ cos 10। ਇਦਾਂ ਗੱਲ ਨਹੀਂ ਬਣਨੀ ਆਪਣੇ ਕੋਲੇ, ਕਿਉਂਕਿ ਆਪਣੇ ਕੋਲੇ 40 डिग्री ਬਣ ਜਾਣਾ। ਆਪਾਂ ਨੂੰ 40 ਨਹੀਂ ਚਾਹੀਦਾ, ਆਪਾਂ 30 ਬਣਾਉਣਾ ਹੈ। सिक्सटी डिग्री ਕੀਤਾ ਤਾਂ ਵੀ ਗੱਲ ਬਣੀ। ਚਲੋ ਇੱਕ ਮਿੰਟ ਇਹਦੇ ਤੇ ਦਿਮਾਗ ਲਗਾਉਣੇ ਆ। ਇਦਾਂ ਹੀ ਹੋਣਾ ਤੇ ਇਦਾਂ ਹੀ ਵੈਲਿਊ ਤੁਸੀਂ ਹੁਣ ਤੇ ਬੀ ਕੁਐਸਚਨਸ ਚੈੱਕ ਕਰ ਦਿਓ। ਬੀ ਕੁਐਸਚਨ ਦੇ ਵਿੱਚ ਕੀ ਆਪਣੇ ਕੋਲੇ ਇੱਕ ਟ੍ਰਾਇੰਗਲ ਆ, ਏ ਬੀ ਸੀ ਉਹਦੇ ਐਂਗਲ ਦਿੱਤੇ ਹੋਏ ਨੇ, ਏ ਬੀ ਤੇ ਸੀ। ਲਓ ਜੀ, ਏ ਦੀ ਵੈਲਿਊ ਵੀ ਆਪਾਂ 60 ਲੈ ਲੈਂਦੇ ਆ, ਬੀ ਦੀ ਵੈਲਿਊ ਵੀ 60 ਲੈ ਲੈਂਦੇ ਆ, ਤਾਂ ਸੀ ਦੀ ਵੈਲਿਊ ਵੀ 60 ਲੈ ਲੈਂਦੇ ਆ, ਕਿਉਂਕਿ ਟ੍ਰਾਇੰਗਲ ਦੇ ਐਂਗਲ ਹੁੰਦੇ ਆ। ਹੁਣ ਦੇਖੋ ਆਪਸ਼ਨ ਕਿਹੜੀ ਸੈਟੀਸਫਾਈਡ ਕਰਦੀ ਆ। ਹੁਣ ਚਲ ਤੁਸੀਂ ਮੈਨੂੰ ਦੱਸ ਦਿਓ, ਫਿਰ ਮੈਂ ਦੂਸਰੇ ਨੂੰ ਦੇਖਦਾ ਜਰਾ ਕਿਵੇਂ ਕਰੀਏ ਆਪਾਂ। ਸਰ ਟ੍ਰਾਇੰਗਲ ਇਕੁਏਟਰ ਨਹੀਂ ਹੈਗੀ ਹੈ। ਜਿਹੜੀ ਮਰਜ਼ੀ ਲੈ ਲਓ, ਆਪਾਂ ਨੂੰ ਕਿਹੜਾ ਉਹਨਾਂ ਨੇ ਮਨਾ ਦੱਸਿਆ ਹੀ ਨਹੀਂ ਕੁਝ ਟ੍ਰਾਇੰਗਲ ਬਾਰੇ। ਜਿਹੜੀ ਮਰਜ਼ੀ ਲੈ ਲਓ, ਆਪਣੀ ਮਰਜ਼ੀ। ਠੀਕ ਹੈ, ਓਕੇ ਸਰ, ਓਕੇ ਸਰ। ਹਾਂਜੀ, ਇਹੀ ਤਾਂ ਇਦਾਂ ਦੇ ਸਮ ਦਾ ਫਾਇਦਾ ਹੈ ਆਪਾਂ ਨੂੰ। ਅਗਰ ਕੁਝ ਨਹੀਂ ਦਿੱਤਾ ਤੇ ਆਪਦੀ ਮਰਜ਼ੀ ਕਰੋ, ਕਿਉਂਕਿ ਇਸ ਹਿਸਾਬ ਨਾਲ ਆਪਾਂ ਨੂੰ ਸੋਲਵ ਕਰਨਾ ਸੌਖਾ ਹੋ ਜਾਏਗਾ।
हाँ जी, इन्ने चिर च आंसर आ जाना चाहिए अपना, दस दो किहड़ा च। हाँ जी, आ गया जी, इन्ना टाइम थोड़ी लगना चाहिए। हाँ जी, ਇਹਦੀ ਵੈਲਿਊ ਕਿੰਨੀ ਆ ਜਾਣੀ ਹੈ sin 60, ਫਿਰ sin 60 ਤੇ sin 60। sin 60 ਦੀ ਵੈਲਿਊ ਕਿੰਨੀ ਹੁੰਦੀ ਹੈ √3/2, ਇਹਨੂੰ 3 ਦੇ ਨਾਲ ਮਲਟੀਪਲਾਈ ਕਰ ਦਿਓ। ਚੈੱਕ ਕਰ ਲਓ ਕਿਹਦਾ ਆਨਸਰ ਇੰਨਾ ਆਉਂਦਾ। ਫਸਟ ਦੇ ਵਿੱਚ ਫਿਲ ਕਰ ਲਓ ਜਰਾ, 4 ਇੰਟੂ, ਮੈਂ ਸਿੱਧੀ ਵੈਲਿਊ ਹੀ ਲਿਖ ਦੇਣ ਲੱਗਾ। हाँ जी, √3/2, √3/2, √3/2। लो जी, 2 ਨਾਲ 2 ਆ 2 ਨਾਲ 2 4 ਕੱਟਿਆ ਗਿਆ। ਉੱਪਰ ਤੁਹਾਡੇ ਕੋਲ ਬਣ ਗਿਆ 3 √3/2। ਫਸਟ ਆਪਸ਼ਨ ਦੇ ਲਾਗੇ ਬੰਨੇ ਪਹੁੰਚ। हाँ जी, सी आएगी, ए आ रही है मेरे हिसाब ਨਾਲ ਤਾਂ। ਠੀਕ ਹੈ, ए ਤਾਂ ਪਹਿਲੀਆਂ ਚ ਬਣ ਗਈ ਨਾ ਆਪਣੇ ਕੋਲੇ, सी ਦੇ ਵਿੱਚ ਤਾਂ ਨਹੀਂ ਬਣੇਗਾ। 4 ਇੰਟੂ √3/2 ਇੰਟੂ √3/2 ਇੰਟੂ 1/2। ਇੱਕ ਮਿੰਟ, ठीक है जी, ये कट्टिया गया, ये सी तो आएगा ही नहीं। जी हाँ जी, ठीक ਇਹਦਾ है सर, 3/2 मैं बन, वैल्यू ठीक है सर, मैं वैल्यू गलत, ठीक है सर, ठीक है जी, ए आंसर बन रहा। ओके जी, ए आंसर बन गया जी ਇਹਦਾ। फिर 33rd देख लो जी, वैल्यू फिल करके करे, 33rd चेक कर लो। ओके, तो मैं ही कर देना फिर ਇਹਨੂੰ। ਹੁਣ मैं इन्ना सेव कर देना ਤੇ ਫਿਰ मैं ਇਹਨੂੰ ਰੱਬ कर देना। हाँ जी, ਇਹਦੇ ਚ ਕੀ ਕਹਿ ਰਿਹਾ ਮੇਰੇ ਕੋਲ tan ਆ ਨੈਗੇਟਿਵ ਆ ਰਿਹਾ। ਨੈਗੇਟਿਵ ਕਿੱਥੇ ਹੁੰਦਾ ਮੇਰੇ ਕੋਲ 3rd ਤੇ ਸੈਕੰਡ ਤੇ 4th ਦੇ ਵਿੱਚ। ਤਾਂ tan ਆਪਣੇ ਕੋਲੇ ਕਿਹਦੇ ਬਰਾਬਰ ਹੁੰਦਾ, tan ਥੀਟਾ परपेंडिकुलर अपॉन बेस। ठीक है जी, परपेंडिकुलर अपॉन बेस। तो मेरे को की होएगा, कॉस फाइंड करना, साइन फाइंड करना है ना। तो साइन मेरे को की होंदा परपेंडिकुलर अपॉन हाइपोटेन्यूज, यानी कि 4/5 आ जाना। तो देखो हम सैकेंड क्वाड्रेंट च ਇਹਦੀ वैल्यू 4/5 होएगी ਤੇ फोर्थ ਦੇ ਵਿੱਚ ਇਹਦੀ -4/5 होएगी। तो मेरा आंसर ਕਿਹੜਾ ਆ ਗਿਆ, ਦੋਨਾਂ ਤੋਂ ਜਿਹੜਾ ਮਰਜ਼ੀ। और 31 ਤੇ ਚੱਲਦੇ ਹਾਂ ਜੀ। 31 ਦੇ ਵਿੱਚ ਆਪਾਂ ਕੀ ਕੀਤਾ ਸੀ, ਉਹਨੂੰ 2 ਬਾਹਰ ਨਿਕਾਲ ਲਿੱਤਾ ਸੀਗਾ ਤੇ ਆਪਾਂ ਵਿੱਚ ਦੇਖਦੇ ਹਾਂ ਮੇਰੇ ਕੋਲ ਕੀ ਬਣਦਾ। ਇਹਨੂੰ ਲਿਖ ਦਿੱਤਾ ਜੀ 1/2 sin 10 ਮਾਈਨਸ ਇਹ ਬਣ ਜਾਏਗਾ ਤੁਹਾਡੇ ਕੋਲ √3/2 cos 10। लो जी, 2 एज इट इज। तो ये बन गया मेरे को 1/2 cos 60 डिग्री, तो ये बन गया मेरे को sin 10 डिग्री। इधर बन गया थोड़े को sin 60 डिग्री, ये बन गया थोड़े को cos 10 डिग्री। ठीक है जी, फार्मूला अप्लाई कर दिता, 2 इधर इनू इधर मल्टीप्लाई किया, इनू इधर मल्टीप्लाई किया। तो थोड़े को बन गया cos 60 डिग्री ते cos 10 डिग्री माइनस sin 60 डिग्री ते sin 10 डिग्री। डिनोमीनेटर दे बन गया sin 10 ते cos 10 डिग्री। हाँ जी, ऊपर थोड़े को फार्मूला बन गया 2 इंटू cos A प्लस B का, यानी कि 70 डिग्री
ਤੇ ਡਿਨੋਮੀਨੇਟਰ ਦੇ ਵਿੱਚ ਮੈਂ ਕੀ ਕਰ ਦਿੱਤਾ 2 ਦੇ ਨਾਲ ਹੋਰ ਮਲਟੀਪਲਾਈ ਕਰ ਦਿੱਤਾ, ਠੀਕ ਹੈ, ਤੇ 2 ਦੇ ਨਾਲ ਹੀ ਉੱਪਰ ਮਲਟੀਪਲਾਈ ਕਰਦਾ 2 ਨਾਲ ਡਿਵਾਈਡ ਕਰ ਦਿੱਤਾ। ਇਹ ਤੁਹਾਡੇ ਕੋਲੇ ਬਣ ਗਿਆ sin 10 ਤੇ cos 10, ਉੱਪਰ ਬਣ ਗਿਆ 4, ਇਹ ਬਣ ਗਿਆ ਤੁਹਾਡੇ ਕੋਲੇ cos 70 ਤੇ ਥੱਲੇ ਬਣ ਗਿਆ ਤੁਹਾਡੇ ਕੋਲੇ sin 20। ਹੁਣ ਦੇਖੋ ਇਹਨਾਂ ਦੋਨਾਂ ਦਾ ਸਮ 90 ਆ ਤੇ ਆਪਾਂ ਇੱਕ ਨੂੰ ਚੇਂਜ ਕਰ ਲੈਨੇ, ਇਹ ਬਣ ਗਿਆ ਮੇਰੇ ਕੋਲੇ 4 sin 20 ਡਿਗਰੀ ਤੇ sin 20 ਡਿਗਰੀ, ਦੋਨੋਂ ਕੈਂਸਲ ਹੋ ਗਏ। ਆਨਸਰ ਤੁਹਾਡੇ ਕੋਲੇ ਬਣ ਗਿਆ 4। ਆਨਸਰ ਇਹਦਾ ਕਿਹੜਾ B। ਕਲੀਅਰ? ਸਰ ਵੈਸੇ ਵੀ ਹੋ ਜਾਂਦਾ ਹੈ, 30 ਹਾਂਜੀ? 30 cos 30 ਵੀ ਲੱਗ ਨਾ 30 cos 30 ਹੋ ਗਿਆ ਸਰ, ਹੋ ਗਿਆ। ਹਾਂਜੀ ਉਹਦੇ ਨਾਲ ਵੀ ਹੋ ਜਾਏਗਾ, ਕੋਈ ਦਿੱਕਤ ਨਹੀਂਗਾ। ਹਾਂਜੀ ਉਹ ਦੂਸਰਾ ਫਾਰਮੂਲਾ ਬਣ ਜਾਏਗਾ, ਉਹ ਵੀ ਆਪਾਂ ਸੇਮ ਸੋਲਵ ਕਰ ਸਕਦੇ, ਠੀਕ ਹੈ ਜੀ। ਹਾਂਜੀ ਉਹ ਥੱਲੇ ਆਪਣੇ ਕੋਲੇ ਆਨਸਰ ਹੋਰ ਬਣ ਜਾਣੇ, ਥੱਲੇ ਉਸ ਹਿਸਾਬ ਦੇ ਨਾਲ ਵੈਲਿਊ ਚੇਂਜ ਹੋ ਜਾਏਗੀ ਨਾ ਉੱਪਰ। ਚਲੋ ਕਰਦੇ ਹਾਂ ਜੀ, ਨੈਕਸਟ ਦੇਖਦੇ ਹਾਂ ਕੀ ਬਣਦਾ ਆਪਣੇ ਕੋਲ। ਕਿਹੜਾ ਰੈਸ਼ਨਲ ਨਹੀਂਗਾ, ਇਹ ਤਾਂ ਸਿੰਪਲ ਜਿਹਾ ਸੀਗਾ ਸਮ ਆਪਣੇ ਕੋਲੇ। ਰੈਸ਼ਨਲ ਨੰਬਰ ਸੌਰੀ, ਕਿਹੜਾ ਨਹੀਂ ਗਾ, ਨਹੀਂ ਕਿਹੜਾ ਰੈਸ਼ਨਲ ਨੰਬਰ ਆ। ਇਹਦੇ 'ਚ ਵੀ ਰੂਟ ਆਉਂਦਾ ਮੇਰੇ ਕੋਲੇ, ਇਹਦੇ 'ਚ ਵੀ ਰੂਟ ਆਉਂਦਾ, ਦੋਨੋਂ ਆਪਸ਼ਨਸ ਕੈਂਸਲ ਹੋਊਗਾ। ਥਰਡ ਕੋਲੇ ਚੱਲਦੇ ਆ, 2 ਨਾਲ ਮਲਟੀਪਲਾਈ ਕਰ ਦਿੱਤਾ, 2 ਨਾਲ ਡਿਵਾਈਡ ਕਰ ਦਿੱਤਾ, ਤਾਂ ਇਹ ਤੁਹਾਡੇ ਕੋਲੇ ਬਣ ਜਾਣਾ sin 30 ਡਿਗਰੀ, ਠੀਕ ਹੈ ਜੀ। ਉੱਪਰ ਵਾਲਾ 2 ਐਡਜਸਟ ਕਰ ਦਿੱਤਾ, ਤਾਂ ਇਹਨੂੰ ਜਦੋਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਬਣ ਜਾਣਾ, ਇਹਨੇ 1/2 ਇੰਟੂ 1/2 1/4। ਇਹੀ ਮੇਰੇ ਕੋਲ ਰੈਸ਼ਨਲ ਬਣਦਾ। ਅਗਲਾ ਚੈੱਕ ਕਰ ਲਓ ਜੀ, ਕੀ ਹੈ ਮੇਰੇ ਕੋਲ cos alpha plus beta ਦੀ ਵੈਲਿਊ ਹੈਗੀ ਆ 4/5, ਆਪਾਂ ਨੂੰ tan ਦੇ ਵਿੱਚ ਚਾਹੀਦੀ ਆ ਇਹਦਾ ਆਨਸਰ ਦੇ ਵਿੱਚ, ਠੀਕ ਹੈ ਜੀ। ਇਹਨੂੰ ਸੋਲਵ ਕਰ ਦਿਓ ਜਰਾ। ਇੱਥੋਂ ਜੇ ਤੁਸੀਂ ਇਹਨੇ ਚੇਂਜ ਕਰੋਗੇ ਤਾਂ ਹਾਂਜੀ cos ਕਿਹਦੇ ਬਰਾਬਰ ਹੁੰਦਾ ਤੁਹਾਡੇ ਕੋਲੇ, ਹਾਂਜੀ ਬੇਸ ਅਪੋਨ ਹਾਈਪੋਟੇਨਿਊਸ। ਤੁਸੀਂ ਪਰਪੈਂਡੀਕੂਲਰ ਫਾਈਂਡ ਕਰਨਾ ਹੈ, 3 ਆ ਜਾਏਗਾ ਪਾਈਥਾਗੋਰਸ ਥਿਓਰਮ ਲਗਾ ਕੇ। ਤਾਂ ਇੱਥੋਂ ਤੁਹਾਡੇ ਕੋਲੇ ਅਲਫਾ ਪਲੱਸ ਬੀਟਾ, ਤਾਂ ਜਦੋਂ ਇੱਧਰ ਟੈਨ ਫਾਈਂਡ ਕਰੋਗੇ ਤਾਂ ਉਹਨੇ ਤੁਹਾਡੇ ਕੋਲੇ ਆ ਜਾਣਾ 3/4। ਤੇ ਸਿਮਿਲਰ ਤੁਹਾਡੇ ਕੋਲੇ ਇਧਰੋਂ ਤੁਹਾਡੇ ਕੋਲੇ ਟੈਨ ਆ ਜਾਣਾ ਅਲਫਾ ਮਾਈਨਸ ਬੀਟਾ, ਉਹਦੀ ਵੈਲਿਊ ਕਿੰਨੀ ਬਣ ਜਾਏਗੀ, ਇਸ ਤਰ੍ਹਾਂ ਹੁੰਦਾ ਮੇਰੇ ਕੋਲ। ਇਹਦੀ ਵੈਲਿਊ 12, ਇਹਦੀ ਵੈਲਿਊ 13, ਤੇ ਆਹ ਤੁਹਾਡੇ ਕੋਲੇ ਕਿੰਨਾ ਆ ਜਾਏਗਾ, ਇਹਦੀ ਵੈਲਿਊ ਤੁਹਾਡੇ ਕੋਲੇ 5 ਆ, ਇਹ ਤੁਹਾਡੇ ਕੋਲੇ 12 ਆ ਜਾਏਗਾ, ਜਾਨੀ ਕਿ ਤੁਹਾਡੇ ਕੋਲ ਆ ਜਾਏਗਾ 5/12। ਲਓ ਜੀ, ਇਹ ਬਣ ਗਿਆ ਤੁਹਾਡੇ ਕੋਲ ਅਲਫਾ ਪਲੱਸ ਬੀਟਾ, ਇਹ ਬਣ ਗਿਆ ਤੁਹਾਡੇ ਕੋਲ ਟੈਨ ਇਨਵਰਸ 3/4। ਇਧਰ ਤੁਹਾਡੇ ਕੋਲ ਕੀ ਬਣ ਜਾਣਾ ਅਲਫਾ ਮਾਈਨਸ ਬੀਟਾ ਟੈਨ ਇਨਵਰਸ 5/12। ਦੋਵਾਂ ਦੇ ਫਾਰਮੂਲਾ ਲਗਾ ਦਿਓ, ਐਡ ਕਰ ਦਿਓ ਦੋਨਾਂ ਨੂੰ। ਇੱਥੇ ਤੁਹਾਡੇ ਕੋਲ ਬਣ ਗਿਆ 2 ਅਲਫਾ, ਇਹ ਤੁਹਾਡੇ ਕੋਲ ਫਾਰਮੂਲਾ ਬਣ ਗਿਆ ਟੈਨ ਇਨਵਰਸ 3/4 ਪਲੱਸ ਟੈਨ ਇਨਵਰਸ 5/12, ਟੈਨ ਇਨਵਰਸ x ਪਲੱਸ ਟੈਨ ਇਨਵਰਸ y। ਜਦੋਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਪਸ਼ਨ ਨੰਬਰ ਕਿਹੜੀ ਬਣ ਜਾਏਗੀ, ਇਹਦੀ ਫਸਟ ਬਣ ਜਾਏਗੀ। ਆਪਸ਼ਨ ਕਿਹੜੀ ਬਣੇਗੀ ਉਹ ਚੈੱਕ ਕਰ ਲਓ ਜਰਾ, ਫਸਟ ਬਣਦੀ ਕਿ ਸੈਕੰਡ ਬਣਦੀ, ਫਾਰਮੂਲਾ ਲਗਾ ਕੇ। ਹਾਂਜੀ ਫਟਾਫਟ ਦੇਖ ਲਓ, ਫਿਰ ਅਗਲਾ ਸਮ ਕਰ ਲਓ। ਪਾਣੀ ਵੀ ਦੇ ਦਿਓ ਸਰ B ਆ ਰਹੀ ਹੈ। ਓਕੇ ਜੀ, B ਆ ਰਹੀ ਹੈ। ਓਕੇ ਜੀ, ਕੋਈ ਕੈਲਕੂਲੇਸ਼ਨ ਦੇ ਵਿੱਚ ਮੈਨੂੰ ਆਈਡੀਆ ਇਹ ਨਹੀਂ ਆ ਰਹੀ ਇਹਦੀ ਆਪਸ਼ਨ, ਇੱਕ ਵਾਰ ਚੈੱਕ ਕਰਨਾ ਜਰਾ, ਮੈਨੂੰ ਪਤਾ ਨਹੀਂ ਕਿਉਂ A ਲੱਗ ਰਹੀ ਹੈ ਇਹਦੀ, ਫਿਰ ਵੀ ਨਿਗਾਹ ਮਾਰ ਲੈ ਕਰਾਏ ਤੇ। ਹਾਂਜੀ ਮੈਂ ਵੀ ਚੈੱਕ ਕਰ ਰਿਹਾ, ਤੁਸੀਂ ਵੀ ਚੈੱਕ ਕਰ ਲਓ। ਹਾਂਜੀ B ਆ ਰਹੀ ਹੈ ਜੀ ਆਨਸਰ ਮੇਰਾ। ਇਹਨੂੰ ਸੋਲਵ ਕਰਕੇ ਕੀ ਆ ਜਾਏਗਾ, ਫਿਰ ਇਹਨੂੰ ਟੈਨ ਨੂੰ ਤੁਸੀਂ ਇਧਰ ਰਾਈਟ ਸਾਈਡ ਤੇ ਭੇਜ ਦਿਓ, ਉਹਨੇ ਬਣ ਜਾਣਾ ਤੁਹਾਡੇ ਕੋਲੇ ਟੈਨ 2 ਅਲਫਾ। ਆਨਸਰ ਆ ਗਿਆ ਤੁਹਾਡੇ ਕੋਲੇ 56/30, ਠੀਕ ਹੈ ਜੀ। ਇਹਨੂੰ ਸੋਲਵ ਕਰ ਲਿਓ ਜਰਾ, ਕੈਲਕੂਲੇਸ਼ਨ ਰਹਿ ਗਈ ਹੁਣ ਤੁਹਾਡੇ ਕੋਲ। ਹਾਂਜੀ ਡੈਰੀਵੇਟਿਵ ਦਾ ਸਮ ਆ ਜੀ ਨੈਕਸਟ, ਬੜਾ ਸੌਖਾ ਜਿਹਾ। ਕੀ ਬਣ ਗਿਆ ਤੁਹਾਡੇ ਕੋਲ, ਦੇਖੋ ਲਿਮਟ x ਪਲੱਸ h, ਇਹਨੂੰ ਦੋ ਮੈਥਡ ਦੇ ਨਾਲ ਕਰ ਸਕਦੇ ਆ। ਦੇਖੋ ਇਹ ਤੁਹਾਡੇ ਕੋਲ ਕਾਹਦੀ ਵੈਲਿਊ ਹੁੰਦੀ ਹੈ, ਤੁਹਾਡੇ ਕੋਲ f ਡੈਸ਼ x ਦੀ, ਤਾਂ ਆ ਤੁਹਾਡੇ ਕੋਲ fx ਹੁੰਦਾ, ਇਹਨੂੰ ਡਾਇਰੈਕਟ ਹੀ ਬਾਹਰ ਕੱਢ ਲਓ, ਇਹ ਤੁਹਾਡੇ ਕੋਲ ਬਣ ਗਿਆ fx, ਠੀਕ ਹੈ ਜੀ। fx ਕਿੰਨਾ ਬਣ ਗਿਆ ਤੁਹਾਡੇ ਕੋਲ ਡੈਸ਼। ਹੁਣ ਆਪਾਂ f ਡੈਸ਼ x ਕੱਢਣਾ, ਤਾਂ f ਡੈਸ਼ x ਕਿੰਨਾ ਹੋਏਗਾ ਤੁਹਾਡੇ ਕੋਲ 1/2 ਰੂਟ x। ਨਹੀਂ ਤਾਂ ਇਹਨੂੰ ਕੀ ਇੱਥੇ ਕਰ ਦਿਓ ਰੈਸ਼ਨਲਾਈਜ਼ ਕਰ ਦਿਓ ਇਹਨੂੰ, ਤਾਂ ਵੀ ਤੁਹਾਡਾ ਆਨਸਰ ਇਹੀ ਆ ਜਾਏਗਾ, ਠੀਕ ਹੈ ਜੀ।
ਜੇ ਸੈਕੰਡ ਸਟੈਪ ਦੇ ਨਾਲ ਕਰਨਾ ਤਾਂ ਇਹਨੂੰ ਇੱਥੇ ਰੈਸ਼ਨਲਾਈਜ਼ ਕਰ ਦਿਓ, ਕਿਉਂਕਿ ਉਵੇਂ 0/0 ਫਾਰਮ ਬਣਦੀ ਪਈ ਹੈ ਮੇਰੇ ਕੋਲ। ਤੇ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਅਗੇਨ ਤੁਹਾਡੇ ਕੋਲ ਆਨਸਰ ਕਿੰਨਾ ਆ ਜਾਏਗਾ, 1/2 रूट x आ जाएगा जी। नेक्स्ट 37 फटाफट कर देने क्योंकि सिंपल जो सम रह गए। ਤੁਹਾਡੇ ਕੋਲ ਕੀ ਹੈ x³ - 3x + 2 ਲਿਮਟ ਪੁੱਟ ਕਰਨੀ ਹੈ ਇਨਫਿਨਿਟੀ ਬਾਈ ਇਨਫਿਨਿਟੀ ਫਾਰਮ ਬਣ ਗਈ ਤਾਂ ਆਪਾਂ ਐਲ ਹਸਪੀਟਲ ਰੂਲ ਲਗਾ ਦੇਣਾ। ਕਿੰਨੀ ਵਾਰ ਐਲ ਹਸਪੀਟਲ ਰੂਲ ਲਗਾਉਣਾ ਪੈਣਾ, 3 ਵਾਰ ਲਗਾਉਣਾ ਪੈਣਾ, 2 ਵਾਰ 3 ਵਾਰ ਲੱਗੂਗਾ ਜੀ। 3 ਵਾਰ ਤੁਸੀਂ ਐਲ ਹਸਪੀਟਲ ਰੂਲ ਲਗਾ ਦਿਓ। ਪਹਿਲਾਂ ਤੁਹਾਡੇ ਕੋਲ ਬਣ ਜਾਏਗਾ 3, ਫਿਰ 2, ਫਿਰ ਤੁਹਾਡੇ ਕੋਲ ਇੱਥੇ ਬਣ ਜਾਏਗਾ x, ਇੱਥੇ ਲਿਮਟ ਇਧਰ ਵੀ ਲਗਾ ਦਈਏ 2, 3, 2 ਤੇ ਨਾਲ x approaches to infinity। फिर 2 वार किया, बाकी सारा खत्म हो गया। आ 3 ਤੇ 2 ਕੱਟੇ ਗਏ, x ਨਾਲ x ਕੱਟਿਆ ਗਿਆ ਤਾਂ ਆਨਸਰ ਤੁਹਾਡਾ 1/2 ਆ ਗਿਆ। ਠੀਕ ਹੈ ਜੀ, ਆਨਸਰ ਬੀ ਹੈ। ਐਲ ਹਸਪੀਟਲ ਰੂਲ ਲਗਾਇਆ ਕਿਉਂ, ਇਨਫਿਨਿਟੀ ਬਾਈ ਇਨਫਿਨਿਟੀ ਫਾਰਮ ਬਣਦੀ ਸੀ। ਹਾਂਜੀ, ਕਰਵਾਉਣ ਦੀ ਜ਼ਰੂਰਤ ਹੈ ਜੀ। ਹਾਂਜੀ, ਪਤਾ ਨਹੀਂ ਕਿੰਨੀ ਵਾਰ ਕਰ ਚੁੱਕੇ ਹਾਂ ਆਪਾਂ। ਹਾਂਜੀ, 1 ਦੀ ਵੈਲਿਊ ਹਾਂਜੀ 1 ਦੀ ਵੈਲਿਊ ਫਿਲ ਕਰ ਦਿੱਤੀ ਸੀ ਆਪਾਂ, cos square x sin square x/2 x/2। ਕਿਉਂ, ਕਿਉਂਕਿ ਮੈਂ ਇਹਨੂੰ ਵੀ ਚੇਂਜ ਕਰਨਾ ਪੈਣਾ ਮੈਨੂੰ, sin x/2 cos x/2। ਸਿਮਿਲਰ ਤੁਸੀਂ ਨੀਚੇ 1 ਦੀ ਵੈਲਿਊ ਫਿਲ ਕਰ ਦੇਣੀ ਆ, ਇਹਨੂੰ ਚੇਂਜ ਕਰ ਦੇਣਾ। ਤਾਂ ਮੇਰੇ ਕੋਲ ਕੀ ਬਣ ਜਾਏਗਾ, y ਦੀ ਵੈਲਿਊ ਸ਼ਾਰਟਕਟ ਜੇ ਵਿੱਚ ਕਰਵਾ ਦੇਣਾ ਤਾਂ ਕਿ ਤੁਹਾਨੂੰ ਯਾਦ ਰਹਿ ਜੇ। ਇਹਨੇ ਬਣ ਜਾਣਾ cos x/2 ਮਾਈਨਸ sin x/2 ਇਹਦਾ ਹੋਲ ਸਕੁਅਰ। ਹਾਂਜੀ, ਇਹਦਾ ਬਣ ਜਾਣਾ ਮੇਰੇ ਕੋਲ cos x/2 sin x/2 ਵਿੱਚ ਪਲੱਸ ਦਾ ਸਾਈਨ ਆ ਗਿਆ ਉੱਪਰ ਸਕੁਅਰ, ਸਕੁਅਰ ਦੇ ਨਾਲ ਰੂਟ ਕੱਟਿਆ ਗਿਆ ਤੇ ਫਿਰ ਆਪਾਂ ਇਹਨੂੰ cos x/2 ਦੇ ਨਾਲ ਡਿਵਾਈਡ ਕਰ ਦੇਣਾ। ਜਦੋਂ cos x/2 ਦੇ ਨਾਲ ਡਿਵਾਈਡ ਕੀਤਾ 1 ਮਾਈਨਸ tan x/2 1 ਪਲੱਸ tan x/2। ਵੈਸੇ ਤੁਹਾਨੂੰ ਦੇਖਦਾ ਸਾਰੀ ਜਜਮੈਂਟ ਹੋ ਜਾਣੀ ਚਾਹੀਦੀ ਸੀ। ਇਹ ਫਾਰਮੂਲਾ ਬਣ ਗਿਆ ਤੁਹਾਡੇ ਕੋਲ tan 5/4 ਮਾਈਨਸ x/2 ਦੋਨੋਂ ਕੱਟੇ ਗਏ। ਹੁਣ ਡੈਰੀਵੇਟਿਵ ਕਿਹਾ ਤਾਂ ਤੁਹਾਡੇ ਕੋਲ ਆਨਸਰ ਆ ਗਿਆ -1/2 ਬੀ ਆਨਸਰ। ਹਾਂਜੀ, ਅਗਲਾ ਕੁਐਸਚਨ ਦੇਖੋ ਜੀ, ਬੜਾ ਈਜ਼ੀ ਜਿਹਾ ਕੁਐਸਚਨ ਸੀਗਾ। ਹਾਂਜੀ, ਕੀ ਕਹਿੰਦਾ ਮੇਰੇ ਕੋਲ x ਦੀ ਵੈਲਿਊ ਕਿੰਨੀ ਆ, ਗ੍ਰੇਟਰ ਦੈਨ 1। ਤਾਂ ਤੁਸੀਂ x ਦੀ ਵੈਲਿਊ 1 ਹੀ ਫਿਲ ਕਰ ਲਓ ਫਾਇਦੇ 'ਚ, ਕਿਉਂਕਿ ਦੋਵਾਂ ਦੀ ਵੈਲਿਊ ਮੈਨੂੰ ਪਤਾ ਆ। ਇਹਦੇ ਵਿੱਚ ਮੈਂ ਫਿਲ ਕੀਤਾ, ਦੇਖੋ ਕੀ ਬਣ ਗਿਆ 2 tan ਇਨਵਰਸ 1। ਅਗਲੇ 'ਚ ਫਿਲ ਕੀਤਾ sin ਇਨਵਰਸ 2/2। ਹਾਂਜੀ, ਇਹਦੀ ਬਣ ਗਈ ਮੇਰੇ ਕੋਲ π/4 ਹਾਂਜੀ, ਅਗਲੇ ਦਾ ਬਣ ਗਿਆ ਮੇਰੇ ਕੋਲ π/2 ਕਟਿੰਗ ਕਰਕੇ। ਤਾਂ ਤੁਹਾਡੇ ਕੋਲ ਆਨਸਰ ਕਿੰਨਾ ਆ ਗਿਆ, π। ਤਾਂ ਹੁਣ ਦੇਖੋ 2 ਆਪਸ਼ਨ ਬਣਨੀਆਂ, ਇੱਕ ਫਸਟ ਤੇ ਇੱਕ ਲਾਸਟ, 2 ਆਪਸ਼ਨ ਵੈਸੇ ਕੱਟੀਆਂ ਗਈਆਂ। ਚਲੋ ਫਿਰ x ਦੀ ਵੈਲਿਊ ਮੈਂ √3 ਫਿਲ ਕਰ ਲੈਣਾ, ਕਿਉਂਕਿ ਮੈਨੂੰ √3 ਦਾ ਵੀ ਆਨਸਰ ਪਤਾ ਹੈ। ਜਿਹੜੇ ਪਹਿਲੇ ਦੇ ਵਿੱਚ ਫਿਲ ਕਰੋਗੇ ਤਾਂ ਦੇਖੋ ਤੁਹਾਡੇ ਕੋਲ ਕੀ ਬਣ ਗਿਆ 2 tan ਇਨਵਰਸ ਜੀ √3। ਅਗਲੇ ਦੇ ਵਿੱਚ ਫਿਲ ਕੀਤਾ ਤੁਹਾਡੇ ਕੋਲ ਕਿੰਨਾ ਬਣ ਜਾਣਾ sin ਇਨਵਰਸ 2 × √3। ਥੱਲੇ ਡਿਨੋਮੀਨੇਟਰ ਦੇ ਵਿੱਚ ਕਿੰਨਾ ਬਣ ਜਾਣਾ 4 ਬਣ ਜਾਣਾ। ਇਹ ਕਟਿੰਗ ਕਰਕੇ ਡਿਵਾਈਡਡ ਬਾਈ 2। ਤਾਂ ਵੈਲਿਊ ਕਿੰਨੀ ਆ ਗਈ 2 × ਹਾਂਜੀ √3 ਕਿੱਥੇ ਹੁੰਦਾ ਤੁਹਾਡੇ ਕੋਲੇ 60 ਤੇ, ਯਾਨੀ ਕਿ π/3 ਬਣ ਗਿਆ। ਹਾਂਜੀ, ਇਹ ਕਿੱਥੇ ਹੋਏਗਾ ਤੁਹਾਡੇ ਕੋਲੇ, ਇਹ ਵੀ 60 ਤੇ ਹੁੰਦਾ। ਤਾਂ ਟੋਟਲ ਤੁਹਾਡੇ ਕੋਲ ਕਿੰਨਾ ਬਣ ਗਿਆ, π ਬਣ ਗਿਆ। ਹੁਣ ਜਦੋਂ ਏ ਦੇ ਵਿੱਚ ਤੁਸੀਂ ਫਿਲ ਕਰੋਗੇ ਏ ਆਪਸ਼ਨ ਦੇ ਵਿੱਚ, ਤਾਂ ਉਹ ਤੁਹਾਡੇ ਕੋਲ ਕਿੰਨਾ ਬਣ ਜਾਣਾ ਸੀ 4 × tan ਇਨਵਰਸ ਆਪਾਂ √3 ਫਿਲ ਕੀਤਾ ਸੀ, ਤੁਹਾਡੇ ਕੋਲ ਉਹ ਬਣ ਜਾਣਾ ਸੀਗਾ 4 × π/3 ਬਰਾਬਰ ਨਹੀਂ ਬਣਦਾ, ਯਾਨੀ ਕਿ ਫਸਟ ਆਪਸ਼ਨ ਵੀ ਕੈਂਸਲ ਹੋ ਗਿਆ। ਜ਼ਿਆਦਾ ਮੱਥਾ ਖਪਾਈ ਦੀ ਲੋੜ ਹੀ ਨਹੀਂ ਸੀ। ਹਾਂਜੀ, ਅਗਲੇ ਦਾ ਆਨਸਰ ਹਾਂਜੀ, ਬੜਾ ਹੀ ਸੌਖਾ ਸੀਗਾ। ਤਾਂ tan ਇਨਵਰਸ
x ਨੂੰ ਮੈਂ ਫਿਲ ਕਰ ਦੇਣ ਲੱਗਾ tan y ਤਾਂ ਕਿ ਤੁਹਾਨੂੰ ਦਿਖਣਾ ਲੱਗ ਜੇ। ਇਹ ਬਣ ਜਾਏਗਾ ਤੁਹਾਡੇ ਕੋਲ tan π/4, ਇਹ ਬਣ ਗਿਆ ਤੁਹਾਡੇ ਕੋਲ tan y ਥੱਲੇ 1 + tan π/4 ਤੇ tan y। ਫਾਰਮੂਲਾ ਬਣ ਗਿਆ ਤੁਹਾਡੇ ਕੋਲ tan ਇਨਵਰਸ tan π/4 - y। ਓਕੇ ਜੀ, ਇਹ ਕੱਟਿਆ ਗਿਆ। ਓਕੇ ਜੀ, ਵਿੱਚ ਸੌਰੀ ਪਲੱਸ ਦਾ ਉੱਪਰ ਪਲੱਸ ਦਾ ਆ, नीचे माइनस है। नीचे माइनस है हाँ जी, तो फिर इतने विचाले प्लस आ जाएगा। ਤੁਹਾਡੇ ਕੋਲ ਇਕੱਲਾ y ਰਹਿ ਗਿਆ। y ਦਾ ਮਤਲਬ ਕੀ ਹੈ ਤੁਹਾਡੇ ਕੋਲੇ? ਹਾਂਜੀ, y ਦੀ ਵੈਲਿਊ ਕੱਢਣੀ ਹੈ ਇੱਥੋਂ, ਤਾਂ y ਮੇਰੇ ਕੋਲ ਕਿਹਦੇ ਬਰਾਬਰ? ਸਰ 1 - x ਹੈ ਸਰ। ਹਾਂਜੀ, ਫਿਰ ਕੀ ਹੈ? ਆਪਾਂ x ਨੂੰ ਫਿਲ ਕਰ ਦਿੱਤਾ, tan y ਫਿਲ ਕਰ ਸਕਦੇ ਹਾਂ ਕੋਈ ਵੀ, ਆਪਾਂ ਨੂੰ ਕੀ ਪ੍ਰੋਬਲਮ? ਹਾਂਜੀ, ਇਹ ਬਣ ਗਿਆ tan ਇਨਵਰਸ। ਹੁਣ ਮੈਂ dy/dx ਕੱਢਣਾ, ਕਿੰਨਾ ਬਣ ਗਿਆ 1/1 + x के। ਆਨਸਰ ਆ ਗਿਆ 41। ਚੈੱਕ ਕਰ ਲਓ ਜੀ। लिमिट फिल करनी है x0 x log sin x 0 इंटू एनीथिंग, जो मर्जी हो जाए, कोई प्रॉब्लम ही नहीं। आंसर मेरा 0। हाँ जी, क्लियर हो जाएंगे 42 ਤੇ 43 ਹੋ ਜਾਣਗੇ ਸਰ। ट्राई कर लांगे। ओके जी, 43 मैं करवाना है, 42 हो जाएगा। 42 बिल्कुल सिंपल है। 42 तो मैं ज़्यादा मत्था खपाई करने की जरूरत नहीं की, डेरिवेटिव करना, जस्ट डेरिवेटिव तुसी कर लोगे। 43 थोड़ा जा हट के करांगे आप, दोनों सेम सम। 42 का मैं आंसर लिख देना। आंसर शायद ਇਹਦਾ आ रहा है cot ही आ रहा, ਜਿਹੜੀ ਟਿਕ ਲੱਗੀ ਹੋਈ ਇਹਦੇ 'ਚ। ਤੁਹਾਡੇ ਕੋਲ ਕੁਐਸਚਨ ਨੰਬਰ ਮੇਰੇ ਕੋਲ ਹੈਗਾ ਸੀ ਇੱਧਰ 20th क्वेश्चन ए। हाँ जी, tan आ रहा जी ਇਹਦਾ ਆਨਸਰ ਫਸਟ ਵਾਲੇ ਦਾ। ਠੀਕ ਹੈ ਸਰ। ओके जी, ਇਹਦਾ ਆਨਸਰ tan आ रहा। ओके जी, 43 देखो, डेरिवेटिव करना। ਆਪਾਂ फाइंड करना dy/dx। ਉੱਪਰ y ਦਾ ਕਰ ਦਿੱਤਾ ਤਾਂ ਤੁਹਾਡੇ ਕੋਲ ਕੀ ਬਣ ਜਾਏਗਾ 3 cos थीटा माइनस ਇਹ ਬਣ ਜਾਣਾ 6 sin square थीटा ਤੇ ਨਾਲ ਬਣ ਜਾਏਗਾ ਤੁਹਾਡੇ ਕੋਲ cos थीटा। ਡਿਨੋਮੀਨੇਟਰ ਦੇ ਵਿੱਚ ਤੁਹਾਡੇ ਕੋਲ ਬਣ ਜਾਏਗਾ -3 sin थीटा ਤੇ ਨਾਲ ਹੋ ਜਾਏਗਾ ਤੁਹਾਡੇ ਕੋਲ +4 cos थीटा ਤੇ ਨਾਲ sin थीटा। क्लियर है जी? ਹੁਣ ਦੇਖੋ ਅੱਗੇ ਸੋਲਵ ਕਰਨਾ ਕਾਫੀ ਟਫ ਆ, ਪਰ ਆਪਾਂ ਕੀ ਕਰਾਂਗੇ ਇੱਥੇ ਇੱਕ ਲੌਜੀਕ ਲਗਾਵਾਂਗੇ। ਆਪਾਂ ਕਿਸੇ ਵੀ ਇੱਕ ਪੁਆਇੰਟ ਤੇ ਆਪਾਂ ਕੀ ਡੈਰੀਵੇਟਿਵ ਫਾਈਂਡ ਕਰ ਦਾਂਗੇ। ਕਿਸੇ ਵੀ ਇੱਕ ਪੁਆਇੰਟ ਤੇ ਡੈਰੀਵੇਟਿਵ ਫਾਈਂਡ ਕਰਨ ਦਾ ਮਤਲਬ ਕੀ ਆ? ਸਪੋਜ਼ ਕਰੋ ਮੈਂ ਥੀਟਾ ਨੂੰ 0 ਫਿਲ ਕਰਦਾ, ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ। ਥੀਟਾ ਨੂੰ ਕੀ 0 ਫਿਲ ਕਰਦਾ, ਪਰ 0 ਫਿਲ ਕਰਨ ਨਾਲ ਮੈਨੂੰ ਇੱਕ ਪ੍ਰੋਬਲਮ ਆ ਜਾਣੀ ਆ, ਜਿਹੜਾ ਆਹ ਵਾਲਾ ਥੱਲੇ ਡਿਨੋਮੀਨੇਟਰ ਦੇ ਵਿੱਚ 0 ਬਣ ਜਾਣਾ। ਮੈਂ 0 ਨਹੀਂ ਫਿਲ ਕਰਦਾ, ਮੈਂ ਇਹਨੂੰ π/2 ਫਿਲ ਕਰ ਲੈਣਾ। ठीक है जी, जो मैं π/2 फिल किया, देखो बन गया मतलब ना dy/dx। तो किसी भी पॉइंट पे फाइंड कर सकते ना, अपन ये थोड़ी क्या भी तुसी फाइंड ना करो, कर लेने आप जी। ये बन गया थोड़े 3 इंटू π/2 की वैल्यू 0, अगे भी 0, डिनोमीनेटर दे विच -3, अगला 0, यानी कि थोड़े को कितना बन गया 0/3। आंसर बन गया 0। और तुसी ऑप्शन दे विच देखो किहदा आंसर थोड़े को 0 बनता है। फर्स्ट तो कट्टी गई सर फोर्थ का मतलब है 5/2। हाँ जी, ते सी भी कट्टी गई, इनफिनिटी हो जाता, तो डी बच गया मेरे को हाले। हाँ सर डी भी ਹੁੰਦਾ जी। डी भी ਹੁੰਦਾ। इदा कर लो, फिर एक ऑप्शन होर फिल कर लो, जी कोई भी सौखी जी वैल्यू जिहदी तुहानूं वैल्यू पता हो, बस। क्लियर? एक इदां दी वैल्यू फाइंड कर लो जिहड़ी की हो जाए मेरे को। ਆਪਾਂ ਇਹਨੂੰ ਕਰਦੇ ਹਾਂ ਇਦਾਂ ਕਰੋ, cos ਦੇ ਨਾਲ ਡਿਵਾਈਡ ਕਰ ਲਓ ਤੇ cos ਦੇ ਨਾਲ ਡਿਵਾਈਡ ਕਰਕੇ ਕੋਈ ਵੀ ਵੈਲਿਊ ਫਿਲ ਕਰ ਦਿਓ, ਠੀਕ ਹੈ ਜੀ। ਆਨਸਰ ਤੁਹਾਡਾ ਆ ਜਾਏਗਾ। ਤੇ ਇਹਦਾ ਆਨਸਰ ਤੁਹਾਡੇ ਕੋਲ ਆ ਰਿਹਾ ਆ, ਬੀ ਆਪਸ਼ਨ ਵੀ ਕੱਟੀ ਜਾਏਗੀ, ਇਹਦਾ ਆਨਸਰ ਸ਼ਾਇਦ ਡੀ ਆ ਜੀ। 21
21 ਦਾ ਹੈਗਾ ਜੀ। ਹਾਂਜੀ डी है जी, बी भी ਤੁਹਾਡੇ ਕੋਲੇ ਕੱਟੀ ਜਾਏਗੀ। ਥੀਟਾ ਨੂੰ ਜੇ ਨਹੀਂ ਫਿਲ ਕਰਨਾ ਤੁਸੀਂ 45 ਫਿਲ ਕਰ ਲਿਓ। ਜਦੋਂ 45 ਫਿਲ ਕਰੋਗੇ ਆਪਣੇ ਕੋਲੇ ਇਹ ਤਾਂ ਪਹਿਲੇ ਕੱਟੀਆਂ ਗਈਆਂ, ਇਹ ਦੋ ਵੈਲਿਊ ਬਣ ਜਾਣਗੀਆਂ। ਜੇ 45 ਦੇ ਵਿੱਚ ਇਹਦਾ ਆਨਸਰ ਹੁੰਦਾ 1/√2, ਇਹਦਾ ਆਨਸਰ ਹੁੰਦਾ 1। ਜੇ 1 ਆ ਗਿਆ ਤਾਂ ਤੁਹਾਡੇ ਕੋਲ ਇਹ ਆਨਸਰ, ਨਹੀਂ ਤਾਂ ਤੁਹਾਡੇ ਕੋਲ ਦੂਸਰਾ ਆਨਸਰ। ਠੀਕ ਹੈ ਜੀ, ਹੋ ਜਾਏਗਾ ਤੁਹਾਡੇ ਕੋਲ ਹੁਣ। ਹਾਂਜੀ, ਕੰਟੀਨਿਊਸ ਕਦੋਂ ਹੋਏਗਾ? sin 1/x। ਹੁਣ ਜਦੋਂ ਆਪਾਂ ਇਹਦੀ ਲਿਮਿਟ ਚੈੱਕ ਕਰਦੇ ਆ x ਤੇ, ਇਹ ਡਸ ਨਾਟ ਐਗਜ਼ਿਸਟ ਹੁੰਦੀ ਆ। ਕੀ ਹੁੰਦੀ ਆ? ਡਸ ਨਾਟ ਐਗਜ਼ਿਸਟ। ਕਲੀਅਰ? ਤਾਂ ਫਿਰ ਮੇਰੇ ਕੋਲ ਇਹਦਾ ਆਨਸਰ ਨਨ ਆਫ ਥੀਸ ਆ ਗਿਆ। ਨੈਕਸਟ ਚੈੱਕ ਕਰ ਲਓ ਜੀ। ਸਰ ਕੇ ਆਪਾਂ ਕਰੇ ਸੀ ਕਿ ਨਹੀਂ? ਕੇ ਫਾਈਂਡ ਕਰਨਾ ਸੀ। ਹਾਂਜੀ, ਕੇ ਫਾਈਂਡ ਹੀ ਨਹੀਂ ਕਰ ਸਕਦੇ। ਨਨ ਆਫ ਥੀਸ, ਕੇ ਐਗਜ਼ਿਸਟ ਨਹੀਂ ਨਾ ਹੋਏਗੀ। ਹਾਂਜੀ ਹਾਂਜੀ, ਇਹਦੀ ਲਿਮਿਟ ਹੀ ਐਗਜ਼ਿਸਟ ਨਹੀਂ ਹੋਈ। ਓਕੇ ਜੀ, ਆਪਾਂ ਲਾਸਟ ਕਿੱਥੋਂ ਤੱਕ ਸਮ ਕਰੇ ਸੀ? ਆਹ ਦੋਨੋਂ ਕਰ लेते ਸੀ, ਇਹ ਦੋ ਰਹਿ ਗਏ ਸੀ ਹੈ ਨਾ, 45 ਤੇ 46। ਫਿਰ ਮਕੈਨਿਕਸ ਦੇ ਸਮ ਰਹਿ ਜਾਣਗੇ, ਉਹ ਸਪੈਸ਼ਲ ਆਪਾਂ ਕਲਾਸ ਲਗਾ ਕੇ ਓਨਲੀ ਮਕੈਨਿਕਸ ਕਰ ਦਾਂਗੇ। ਠੀਕ ਆ? ਵੈਸੇ ਮਕੈਨਿਕਸ ਦੇ ਵੀ ਕਾਫੀ ਸਮ ਕਰੇ ਸੀ, 10 ਕੇ ਸਮ ਰਹਿ ਜਾਣਗੇ ਇਸ ਤੋਂ ਇਲਾਵਾ ਮੇਰੇ ਹਿਸਾਬ ਦੇ ਨਾਲ, ਬਾਕੀ ਤਾਂ ਹੋ ਗਿਆ। ਹਾਂਜੀ, f' ਚੈੱਕ ਕਰਨਾ ਆਪਾਂ -1 ਤੇ 1 ਦੇ ਵਿਚਾਲੇ ਕਿੰਨੇ ਪੁਆਇੰਟ ਦੇ ਉੱਪਰ ਇਹ ਡਿਸਕੰਟੀਨਿਊਸ ਆ, ਕਿੰਨੇ ਪੁਆਇੰਟਸ ਦੇ ਉੱਪਰ। ਲਓ ਜੀ, ਪਹਿਲਾਂ ਤਾਂ ਮੈਨੂੰ ਕਰਦਾ x ਵਿੱਚੋਂ ਬਾਹਰ ਕੱਢ ਲਿਆ, ਉਧਰੋਂ ਅੰਦਰੋਂ ਇਹ ਰਹਿ ਗਿਆ ਮੇਰੇ ਕੋਲ 1 - x ਮੋਡ। ਇਹਨੂੰ ਮੈਂ ਲਿਖੂੰਗਾ ਮੋਡ, ਲਿਖੂੰਗਾ 1 - x, ਦੋ ਮੋਡ ਬਣ ਗਏ ਨਾ ਇਸ ਤਰ੍ਹਾਂ। ਓਕੇ ਜੀ, 0 ਤੇ ਬ੍ਰੇਕ ਹੋ ਰਿਹਾ ਤੇ 1 ਤੇ ਬ੍ਰੇਕ ਹੋ ਰਿਹਾ। ਲਓ ਜੀ, 0 ਤੇ 1। 0 ਤੋਂ ਪਿੱਛੇ ਇਹਦੀ ਵੈਲਿਊ ਦੇਖ ਲਓ ਤੇ ਅੱਗੇ ਇਹਦੀ ਵੈਲਿਊ ਦੇਖ ਲਓ ਕਿੰਨੀ ਬਣਦੀ ਹੈ। ਸਿੰਪਲ ਜਿਹਾ ਫੰਡਾ। 0 ਤੋਂ ਪਿੱਛੇ ਤੁਹਾਡੇ ਕੋਲੇ ਮੋਡ ਕਿੰਨਾ ਬਣਦਾ? ਨੈਗੇਟਿਵ ਬਣਦਾ। ਇਹ ਬਣ ਜਾਏਗਾ ਤੁਹਾਡੇ ਨੈਗੇਟਿਵ। ਇਥੋਂ ਤੁਹਾਡੇ ਕੋਲ ਇੱਕ x ਦੀ ਵੈਲਿਊ ਕਿੰਨੀ ਆਈ? 1 ਆਈ ਇਸ ਤੋਂ। ਠੀਕ ਹੈ ਜੀ, ਤਾਂ 0 ਤੋਂ ਅੱਗੇ ਇਹ ਕਿੰਨਾ ਬਣਦਾ? ਪੋਜ਼ਿਟਿਵ ਬਣਦਾ। ਤੇ ਇਹ ਹੈਗਾ ਮੇਰੇ ਕੋਲੇ 1 - x। ਇਹਦੀ ਵੈਲਿਊ 1 ਤੋਂ ਪਿੱਛੇ ਕਿੰਨੀ ਹੋਏਗੀ? ਨੈਗੇਟਿਵ ਹੋਏਗੀ। ਤੇ 1 ਤੋਂ ਅਗਲੀ ਸਾਈਡ ਤੇ ਕਿੰਨੀ ਹੋਏਗੀ? ਪੋਜ਼ਿਟਿਵ ਹੋਏਗੀ। ਯਾਨੀ ਕਿ 1 ਤੋਂ ਪਿੱਛੇ ਜਾਂ ਇਹਦੇ ਅੱਗੇ ਨੈਗੇਟਿਵ ਸਾਈਨ ਲਗਾ ਦਾਂਗੇ ਆਪਾਂ। ਨੈਗੇਟਿਵ ਲਗਾਉਣ ਦਾ ਮਤਲਬ ਇਹਨੂੰ ਪੁੱਠਾ ਕਰ ਦੇ ਭਾਵੇਂ। ਲਓ ਜੀ, ਇਸ ਤਰ੍ਹਾਂ ਦਾ ਬਣ ਗਿਆ। ਇਹ ਹੋਰ ਪਿੱਛੇ ਵੀ ਨੈਗੇਟਿਵ ਹੀ ਹੋਏਗਾ, ਇਹਨੇ ਬਣ ਜਾਣਾ ਇੱਥੇ ਪੋਜ਼ਿਟਿਵ। ਨੈਗੇਟਿਵ ਤੇ ਨੈਗੇਟਿਵ ਪੋਜ਼ਿਟਿਵ। ਠੀਕ ਹੈ ਜੀ, ਮੈਂ ਚੰਗੀ ਤਰ੍ਹਾਂ ਲਿਖ ਦਿੰਦਾ ਤੁਹਾਨੂੰ ਤਾਂ ਕਿ ਤੁਹਾਨੂੰ ਸਮਝ ਆ ਜਾਏ ਦੋਵੇਂ ਚੀਜ਼ਾਂ। ਇਹਦੀ ਵੈਲਿਊ ਇੱਥੇ x ਪੋਜ਼ਿਟਿਵ ਆ ਗਿਆ, ਇੱਥੇ x ਨੈਗੇਟਿਵ ਆ ਗਿਆ। ਇੱਥੇ ਇਹਦੀ ਵੈਲਿਊ ਨੈਗੇਟਿਵ ਆ ਗਈ, ਇਸ ਤੋਂ ਪਿੱਛੇ ਵੀ ਇਹਨੇ ਨੈਗੇਟਿਵ ਹੀ ਆਉਣਾ। ਦੋਨੋਂ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਆ। ਇਹ ਬਣ ਗਿਆ ਤੁਹਾਡੇ ਕੋਲੇ x1 - x। ਇਹਨੇ ਬਣ ਜਾਣਾ -x1 - x। ਹੁਣ ਅਗਲੇ x ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਇਹਨੇ ਕਿੰਨਾ ਬਣ ਜਾਣਾ ਇੱਥੇ -x। ਇਹਨੇ ਵੀ ਐਜ਼ ਇਟ ਇਜ਼, ਇਹਨੇ ਸੌਰੀ ਇੱਥੇ ਮਾਈਨਸ ਤੇ ਮਾਈਨਸ ਪਲੱਸ ਹੋ ਗਿਆ, ਇੱਥੇ ਬਣ ਗਿਆ +x ਤੇ ਇਹਦੇ ਰਹਿ ਜਾਣਾ ਤੇ -x। ਹੁਣ ਦੋਵਾਂ ਨੂੰ ਸੋਲਵ ਕਰ ਦਈਏ। ਇਹ ਬਣ ਗਿਆ ਮਤਲਬ x + x - x। ਅਗਲੀ ਸਾਈਡ ਤੇ ਕਿੰਨਾ ਬਣ ਗਿਆ ਮੇਰੇ ਕੋਲ? x - x + x। ਇਹ ਕੈਂਸਲ ਹੋ ਗਿਆ। ਕਲੀਅਰ? ਤਾਂ ਇਹ ਬਣ ਗਿਆ ਮੇਰੇ ਕੋਲ ਇੱਥੇ 2x - x। ਹੁਣ ਮੈਂ ਦੁਬਾਰਾ ਤੋਂ ਇੱਥੇ ਲਾਈਨ ਡਰਾ ਕਰ ਦਿੰਦਾ ਤਾਂ ਕਿ ਕਲੀਅਰ ਹੋ ਜਾਏ। 0 ਪੁਆਇੰਟ ਆ, ਇਹ ਮੇਰੇ ਕੋਲ 1 ਆ, -1 ਆ ਤੇ 1। ਆਪਾਂ ਇਸ ਇੰਟਰਵਲ ਦੇ ਵਿੱਚ ਹੀ ਚੈੱਕ ਕਰਨਾ, ਹੋਰ ਮੈਂ ਕਿਤੇ ਨਹੀਂ ਚੈੱਕ ਕਰਨਾ। 2 - x²। ਇੱਧਰ ਕਿੰਨਾ ਮੇਰੇ ਕੋਲ? ਇਕੱਲਾ x²। ਹੁਣ ਮੈਂ 2 ਤੇ ਇਹਦੂ ਪਿੱਛੇ ਤਾਂ ਮੈਂ ਚੈੱਕ ਹੀ ਨਹੀਂ ਕਰਨਾ, ਕੋਈ ਪ੍ਰੋਬਲਮ ਨਹੀਂ। ਹੁਣ ਇੱਥੋਂ ਲੈ ਕੇ ਇੱਥੋਂ ਤੱਕ ਚੈੱਕ ਕਰਨਾ, ਕੋਈ ਦਿੱਕਤ ਨਹੀਂ। ਇੱਥੇ 0 ਤੋਂ ਜਾ ਕੇ ਬ੍ਰੇਕ ਹੋ ਰਿਹਾ, 0 ਤੇ ਮੈਂ ਚੈੱਕ ਕਰ ਲੈਣਾ। 0 ਪੁਆਇੰਟ ਫਿਲ ਕੀਤਾ, ਇੱਧਰ ਵੀ 0, ਇੱਧਰ ਵੀ 0। ਫੰਕਸ਼ਨ ਦੀ ਵੈਲਿਊ 0 ਤੇ ਵੀ 0, ਤਾਂ ਤਿੰਨੋਂ ਬਰਾਬਰ ਆ ਗਏ। ਤਾਂ ਮੇਰੇ ਕੋਲ ਆ ਵੈਸੇ ਡਿਸਕੰਟੀਨਿਊਸ ਪੁਆਇੰਟ ਨਹੀਂ ਸੀ, ਕਿਉਂਕਿ ਇਦੋਂ ਤਾਂ ਮੈਂ ਉਰੇ ਚੈੱਕ ਕਰਨਾ, ਅਗਲੇ ਬੰਨੇ ਤਾਂ ਮੈਂ ਵੈਲਿਊ ਚੇਂਜ ਤਾਂ ਹੋਏਗੀ ਜੇ ਚੈੱਕ ਕਰੂੰਗਾ। ਤਾਂ ਕੋਈ ਵੀ ਪੁਆਇੰਟ ਨਹੀਂ ਆਇਆ, ਯਾਨੀ ਕਿ ਨਨ ਆਫ ਥੀਸ ਆ ਗਿਆ। ਠੀਕ ਹੈ ਜੀ। ਹਾਂਜੀ, ਨੈਕਸਟ ਦੇਖ ਲਓ ਜੀ 69।
ਕੀ ਕਹਿੰਦਾ ਮੇਰੇ ਕੋਲੇ ਐਟਲੀਸਟ 1 ਦੀ ਅਕਰੈਂਸ ਫਾਈਂਡ ਕਰਨੀ ਆ। ਐਟਲੀਸਟ 1 ਦਾ ਮਤਲਬ ਕੀ ਹੁੰਦਾ ਸੀ ਤੁਹਾਡੇ ਕੋਲੇ, ਕੋਈ ਵੀ ਅੱਕਰ ਨਾ ਕਰੇ ਉਹ ਆਪਾਂ 1 ਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ। ਐਟਲੀਸਟ ਏ ਬੀ ਸੀ ਆਪਾਂ ਕਰਾਂਗੇ 1 ਏ ਵੀ ਐਗਜ਼ਿਸਟ ਨਾ ਕਰੇ, ਬੀ ਵੀ ਐਗਜ਼ਿਸਟ ਨਾ ਕਰੇ ਤੇ ਸੀ ਵੀ ਐਗਜ਼ਿਸਟ ਨਾ ਕਰੇ। ਇੱਥੇ ਕਰ ਦਿੰਦੇ ਫਟਾਫਟ। ਪਹਿਲਾ ਬਣ ਜਾਣਾ ਤੁਹਾਡੇ ਕੋਲੇ 0.7, ਨੈਕਸਟ ਬਣ ਜਾਣਾ ਤੁਹਾਡੇ ਕੋਲੇ 0.8, ਨੈਕਸਟ ਬਣ ਜਾਣਾ ਤੁਹਾਡੇ ਕੋਲੇ 0.9। ਮਲਟੀਪਲਾਈ ਕੀਤਾ, ਇਹ ਬਣ ਗਿਆ ਲਾਸਟ ਡਿਜਿਟ 6, ਤੇ ਇਧਰੋਂ ਮੇਰੇ ਕੋਲੇ 9 ਦੇ ਨਾਲ ਮਲਟੀਪਲਾਈ ਕੀਤਾ ਤੇ ਲਾਸਟ ਡਿਜਿਟ 4 ਬਣਦਾ ਪਿਆ। ਹੁਣ ਦੇਖੋ ਲਾਸਟ ਡਿਜਿਟ 4 ਕਿਹਦੇ ਚ, ਸਿਰਫ ਸੀ ਆਪਸ਼ਨ ਆ ਜਿਹਦੇ ਚ ਮੇਰੇ ਕੋਲ ਲਾਸਟ ਡਿਜਿਟ 4 ਬਣਦਾ। ਤਾਂ ਸਾਰਾ ਸੋਲਵ ਕਰਨ ਦੀ ਵੀ ਜ਼ਰੂਰਤ ਨਹੀਂ ਸੀ। ਆਨਸਰ ਮੇਰਾ ਕਿੰਨਾ ਬਣ ਗਿਆ ਸੀ। ਕਈ ਦਿਮਾਗ ਤੋਂ ਕੰਮ ਲੈਣਾ ਆਪਾਂ, ਇਹ ਨਾ ਹੋਵੇ ਸਾਰਿਆਂ ਨੂੰ ਮਲਟੀਪਲਾਈ ਕਰਕੇ ਦੇਖੋ। ਜੇ ਮਲਟੀਪਲਾਈ ਕਰਕੇ ਦੇਖੋਗੇ ਤਾਂ ਵੀ ਤੁਹਾਡਾ ਆਨਸਰ ਇਹੀ ਆਉਣਾ, ਬਾਅਦ ਚ ਭਾਵੇਂ ਚੈੱਕ ਕਰ ਲਿਓ ਘਰੇ ਆ ਕੇ। ਹੁਣ ਆਪਣੇ ਕੋਲੇ ਮਕੈਨਿਕਸ ਦੇ ਕੁਝ ਕੁ ਕੁਐਸਚਨਸ ਰਹਿ ਗਏ ਨੇ, ਬਾਕੀ ਆਪਣੇ ਸਾਰੇ ਹੋ ਚੁੱਕੇ ਆ। ਤੇ ਮਕੈਨਿਕਸ ਦੇ ਵੀ ਕਾਫੀ ਕੁਐਸਚਨਸ ਆਪਾਂ ਡਿਸਕਸ਼ਨ ਹੋ ਚੁੱਕੇ ਆ। ਜਿਹੜੇ ਰਹਿ ਗਏ ਆ ਉਹ ਆਪਾਂ ਇੱਕ ਐਕਸਟਰਾ ਕਲਾਸ ਲਗਾ ਕੇ ਆਪਾਂ ਕਰ ਦਾਂਗੇ, ਠੀਕ ਹੈ ਜੀ। ਸਰ ਕੱਲ ਵਾਲੇ ਸਮ ਹਾਂਜੀ ਚ ਪ੍ਰੋਬਲਮਸ ਹੈ। ਹਾਂਜੀ ਸਰ ਪ੍ਰੋਬਲਮਸ ਹੈ ਕੱਲ ਵਾਲੇ ਸਮ ਦੇ ਵਿੱਚ। ਜਿਹੜੇ ਕੱਲ ਭੇਜੇ ਸੀਗੇ, ਹਾਂਜੀ ਹਾਂਜੀ ਕੋਈ ਨਾ ਉਹ ਡਿਸਕਸ਼ਨ ਕਰ ਲੈਂਦੇ। ਤੁਸੀਂ ਮੈਨੂੰ ਫੋਟੋਜ਼ ਭੇਜ ਦਿਓ ਜਿਹੜੀਆਂ ਪ੍ਰੋਬਲਮਸ। ਠੀਕ ਹੈ ਸਰ। ਓਕੇ। ਸਰ ਇੱਕ ਕੁਐਸਚਨ ਟਿਕ ਲਗਵਾਉਣੇ ਸੀ ਉਹ ਵਾਲੇ। ਉਹਦੇ ਚ ਭਾਵੇਂ ਕਰਨੇ ਕਰ ਲਓ, ਨਹੀਂ ਕਰਨੇ ਨਾ ਕਰੋ, ਕੋਈ ਜ਼ਿਆਦਾ ਹੈ ਨਹੀਂ ਕਿ ਉਹਦੇ ਚ ਕੁਐਸਚਨਸ ਜਿਹੜੇ ਆਪਾਂ ਰਿਪੀਟ ਹੈ ਨਾ।